ਸਭ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਟੇਜ ਤੇ ਬੈਠਣ ਦਾ ਮੌਕਾ ਦਿੱਤਾ ਹੈ ਤੇ ਇਸ ਪ੍ਰੋਗਰਾਮ ਨੂੰ ਚਲਾਉਣ ਦਾ ਮੌਕਾ ਦਿੱਤਾ ਹੈ। ਮੈਡਮ ਨੇ ਜਿਵੇਂ ਦੱਸਿਆ ਕਿ ਅਨੁਰਾਧਾ ਬੈਨੀਵਾਲ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ ਹੈਗੇ। ਪੰਜਾਬ ਦੇ ਵਿੱਚ ਪੰਜਾਬੀ ਪਾਠਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਜਿਸ ਦਿਨ ਦਾ ਇਸ ਪ੍ਰੋਗਰਾਮ ਦੀ ਅਨਾਉਂਸਮੈਂਟ ਹੋਈ ਹੈ ਲਗਾਤਾਰ ਫੋਨ ਆਉਂਦੇ ਨੇ ਦੋਸਤਾਂ ਦੇ, ਕਦੋਂ ਹੈ ਪ੍ਰੋਗਰਾਮ, ਅਸੀਂ ਮਿਲਣਾ ਚਾਹੁੰਦੇ ਹਾਂ। ਇਹਨਾਂ ਦੀਆਂ ਕਿਤਾਬਾਂ ਨੂੰ ਇੰਨਾ ਪਿਆਰ ਕੀਤਾ ਹੈ। ਇਹਨਾਂ ਦੀ ਕਿਤਾਬ ਮੈਂ ਅਨੁਵਾਦ ਕੀਤੀ, ਅਸੀਂ ਛਾਪੀ ਹੈ, ਤਾਂ ਸਾਨੂੰ ਹੋਰ ਲੋਕ ਬਹੁਤ ਕਿਤਾਬ ਨੂੰ ਬਹੁਤ ਜ਼ਿਆਦਾ ਰਿਸਪੌਂਸ ਹੈ। ਸਾਨੂੰ ਬਹੁਤ ਇਹਨਾਂ ਦੇ ਲੋਕਾਂ ਦੇ ਮੈਸੇਜ ਆਉਂਦੇ ਨੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਬਾਰੇ ਕੋਈ ਜ਼ਿਆਦਾ ਜਾਣ ਪਛਾਣ ਮੈਨੂੰ ਕਰਾਉਣ ਦੀ ਲੋੜ ਹੈਗੀ ਆ। ਅਤੇ ਬਾਕੀ ਰੂਬਰੂ ਮੈਂ ਇੱਥੇ ਬਹੁਤ ਸੁਣੇ ਨੇ, ਬਹੁਤ ਦੇਖੇ ਨੇ, ਬਹੁਤ ਅਸੀਂ ਔਨਲਾਈਨ ਦੇਖਦੇ ਹਾਂ। ਤਾਂ ਮੇਰਾ ਮੰਨਣਾ ਇਹ ਹੈ ਕਿ ਅਸੀਂ ਜੋ ਸਵਾਲ ਇਹਨਾਂ ਨੂੰ ਕਰਾਂਗੇ ਉਹਨਾਂ ਸਵਾਲਾਂ ਦੇ ਜਵਾਬਾਂ ਰਾਹੀਂ ਜੋ ਅਸੀਂ ਇਹਨਾਂ ਦਾ ਅਕਸ ਆਪਣੇ ਆਪ ਦੇ ਵਿੱਚ ਸਮੋਵਾਂਗੇ। ਅਸੀਂ ਸਿੱਧੀ ਕੋਈ ਜਾਣ ਪਛਾਣ ਨਹੀਂ ਲਵਾਂਗੇ, ਤਾਂ ਅਸੀਂ ਸਵਾਲਾਂ ਤੋਂ ਹੀ ਸ਼ੁਰੂ ਕਰਾਂਗੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਵਾਗਤ ਕਰਦਾ ਜੀ ਤੁਹਾਡਾ। ਥੈਂਕ ਯੂ ਅਰਸ਼। ਅਤੇ ਧੰਨਵਾਦ। ਪਹਿਲੀ ਗੱਲ, ਤੁਸੀਂ ਆਪਦੇ ਵੱਲੋਂ ਕੁਛ ਵੀ ਪਹਿਲਾਂ ਕਹਿਣਾ ਚਾਹੁੰਦੇ ਹੋ ਉਹ ਜ਼ਰੂਰ ਕਹੋ। ਥੈਂਕ ਯੂ ਸਾਰਿਆਂ ਨੂੰ। ਮੈਂ ਪਹਿਲੀ ਵਾਰੀ ਪਟਿਆਲਾ ਯੂਨੀਵਰਸਿਟੀ 2018 'ਚ ਆਈ ਸੀ, ਜਦੋਂ ਮੈਨੂੰ ਪੰਜਾਬੀ ਬੋਲਣੀ ਬਿਲਕੁਲ ਵੀ ਨਹੀਂ ਆਉਂਦੀ ਸੀ। ਜਦ ਮੈਨੂੰ ਕੋਈ ਜੀ ਆਈ ਨੂੰ ਕਹਿੰਦਾ ਸੀ, ਮੈਂ ਦੁਬਾਰਾ ਵਾਪਸ ਜੀ ਆਈ ਨੂੰ ਕਹਿੰਦੀ ਸੀ, ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ। ਹੁਣ ਮੈਂ ਪੰਜਾਬੀ ਬੋਲ ਸਕਦੀ ਹਾਂ। ਸੋ ਯੂ ਕੈਨ ਸੀ ਕਿ ਮੈਨੂੰ ਕਿਤਨਾ ਪਸੰਦ ਹੈ ਪੰਜਾਬੀ ਪਾਠਕ ਮੇਰਾ, ਅਤੇ ਪਟਿਆਲਾ ਸਪੈਸ਼ਲੀ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਆਪਣੇ ਪੰਜਾਬੀ ਪਾਠਕ ਤੋਂ। ਤਾਂ ਮੈਂ ਬਹੁਤ ਜ਼ਿਆਦਾ ਗ੍ਰੇਟਫੁਲ ਹਾਂ, ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ। ਥੈਂਕ ਯੂ ਸੋ ਮਚ ਅਤੇ ਤੁਸੀਂ ਮੈਨੂੰ ਬੁਲਾਇਆ ਅਤੇ ਮੇਰੇ ਨਾਲ ਗੱਲ ਕਰ ਦਿਓ। ਥੈਂਕ ਯੂ ਅਰਸ਼, ਥੈਂਕ ਯੂ ਸੋ ਮਚ। ਤੁਸੀਂ ਮੇਰੀ ਪੰਜਾਬੀ ਨੂੰ ਵੀ ਜੱਜ ਕਰਿਓ, ਐਸੇ ਜੱਜ ਨਾ ਕਰਿਓ। ਜਾਣ ਪਛਾਣ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ, ਤਾਂ ਮੈਂ ਪਹਿਲਾ ਸਵਾਲ ਮੇਰਾ ਜਾਣ ਪਛਾਣ ਨੂੰ ਲੈ ਕੇ ਹੀ ਆ। ਨਵੀਂ ਕਿਤਾਬ ਦੇ ਵਿੱਚ ਚੈਪਟਰ ਹੈ ਮਾਸ਼ਾ ਔਰ ਖਾਲੀ ਚਾਰਪਾਈ ਹੈ। ਮਾਸ਼ਾ ਪੰਜਾਬੀ 'ਚ ਮਾਸ਼ਾ ਅਤੇ ਖਾਲੀ ਮੰਜਾ। ਉਹ ਕੁੜੀ ਹੈ ਜਿਹਨੂੰ ਤੁਸੀਂ ਜਾਣਨਾ ਚਾਹੁੰਦੇ ਹੋ। ਬਹੁਤ ਤੁਹਾਡੇ ਵਿੱਚ ਕਰਿਓਸਿਟੀ ਹੈ ਲੋਕਾਂ ਨੂੰ ਜਾਣਨ ਦੀ, ਤੁਸੀਂ ਬਹੁਤ ਜਾਣਨਾ ਚਾਹੁੰਦੇ ਹੋ ਉਹ ਕੀ ਕਰ ਰਹੇ ਨੇ, ਜਾਂ ਜਦੋਂ ਵੀ ਤੁਸੀਂ ਲਿਖਦੇ ਹੋ ਜਿਹਨੂੰ ਮਿਲਦੇ ਹੋ ਉਹਦੇ ਬਾਰੇ ਬਹੁਤ ਜਾਣਨਾ ਚਾਹੁੰਦੇ ਹੋ। ਨਹੀਂ, ਜਾਣ ਪਛਾਣ ਦੀ ਇੱਕ ਜਗ੍ਹਾ ਤੁਸੀਂ ਕਈ ਵਾਰੀ ਇਹ ਵੀ ਕਹਿੰਦੇ ਹੋ ਕਿ ਸਾਨੂੰ ਕਿਸੇ ਦੀ ਪਰਸਨਲ ਲਾਈਫ 'ਚ ਬਹੁਤ ਜ਼ਿਆਦਾ ਇੰਟਰਫੇਅਰ ਨਹੀਂ ਕਰਨਾ ਚਾਹੀਦਾ, ਪਰ ਇੱਕ ਜਗ੍ਹਾ 'ਤੇ ਤੁਸੀਂ ਬਹੁਤ ਜਾਣਨਾ ਵੀ ਚਾਹੁੰਦੇ ਹੋ। ਤਾਂ ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਵੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਜਿਹੜੀ ਤੁਹਾਡੀ ਕਰਿਓਸਿਟੀ ਹੈ ਅਤੇ ਇੱਕ ਜਿਹੜਾ ਤੁਸੀਂ ਕਹਿੰਦੇ ਹੋ ਕਿਸੇ ਦੀ ਪਰਸਨਲ ਲਾਈਫ ਹੈ, ਸਾਨੂੰ ਡਿਸਟੈਂਸ 'ਤੇ ਰਹਿਣਾ ਚਾਹੀਦਾ ਗਾ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਓ ਅਰਸ਼, ਬਹੁਤ ਔਖਾ ਅਤੇ ਇੰਟਰਸਟਿੰਗ ਕੁਐਸਚਨ ਪੁੱਛਿਆ ਤੂੰ। ਟਰੂ ਦੈਟ ਕੁਝ ਚੀਜ਼ਾਂ ਨੇ ਜਿਵੇਂ ਯੂ ਸੈਡ ਪਰਸਨਲ ਲਾਈਫ ਹੈ ਨਾ। ਮੈਂ ਤੁਸੀਂ ਨਾ ਕਿਸੇ ਨੂੰ ਜਾਣ ਪਹਿਚਾਣ ਕਰਨਾ ਕਿਸੇ ਦੇ ਨਾਲ, ਅਤੇ ਕਿਸੇ ਦੀ ਪਰਸਨਲ ਲਾਈਫ ਦੇ ਅੰਦਰ ਘੁਸਣਾ, ਦੋ ਅੱਡ ਅੱਡ ਚੀਜ਼ਾਂ ਨੇ। ਆਈ ਵਾਂਟ ਟੂ ਨੋ ਯੂ, ਮੈਂ ਤੁਹਾਨੂੰ ਜਾਣਨਾ ਚਾਹੁੰਦੀ ਹਾਂ, ਤੁਹਾਡੇ ਡਰੀਮਸ ਕੀ ਨੇ, ਤੁਸੀਂ ਕੀ ਹੋ। ਬਟ ਆਈ ਡੋਂਟ ਵਾਂਟ ਟੂ ਗੈਟ, ਮੈਂ ਤੇਰੇ ਅੰਦਰ, ਆਈ ਡੋਂਟ ਵਾਂਟ ਟੂ ਗੈਟ ਇਨ ਟੂ ਯੂਰ ਬੈਡਰੂਮ। ਆਈ ਵਾਂਟ ਟੂ ਨੋ ਅਬਾਊਟ ਯੂ ਬਟ ਨਾਟ ਇਨਸਾਈਡ ਯੂ। ਲਾਈਕ I don't know how to say it. ਕਾਫੀ ਔਖਾ ਸਵਾਲ। ਮੈਂ ਬਹੁਤ ਕਿਊਰੀਅਸ ਹੁੰਦੀ ਹਾਂ ਜਬ ਮੈਂ ਰਸ਼ੀਆ ਗਈ, ਤਾਂ ਸਪੈਸ਼ਲੀ ਜਬ ਮੈਂ ਉਨ ਕੁੜੀਆਂ ਨੂੰ ਦੇਖ ਰਹੀ ਸੀ। ਇੱਕ ਤਾਂ ਮੈਨੂੰ ਰੂਸੀ ਨਹੀਂ ਆਉਂਦੀ, ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਅਤੇ ਸਾਡਾ ਕਮਿਊਨੀਕੇਸ਼ਨ ਬਿਲਕੁਲ ਵੀ ਨਹੀਂ ਸੀ। ਸੋ ਪ੍ਰੋਬੇਬਲੀ ਉਹ ਚੈਪਟਰ ਦੇ ਅੰਦਰ ਬਹੁਤ ਜ਼ਿਆਦਾ ਉਹ ਉਭਰ ਕੇ ਵੀ ਆਉਂਦਾ ਹੈ ਕਿ ਆਈ ਵਾਂਟ ਟੂ ਨੋ, ਬਿਕਾਜ਼ ਮੈਂ ਕੁਛ ਵੀ ਨਹੀਂ ਜਾਣਦੀ। ਤਾਂ ਮੈਂ ਕਿਸੇ ਦੇ ਘਰੇ ਰੁਕੀ ਹੋਈ ਹਾਂ, ਕਿਸੇ ਨੇ ਮੈਨੂੰ ਹੋਸਟ ਕੀਤਾ। ਸੋ ਆਈ ਵਾਂਟ ਟੂ ਨੋ ਅ ਲਿਟਲ ਬਿਟ ਅਬਾਊਟ ਦੈਮ, ਕਿ ਉਹ ਕਿੱਧਰ ਤੋਂ ਆਏ ਨੇ, ਉਹਨਾਂ ਦੇ ਕੀ ਸੁਪਨੇ ਨੇ, ਉਹ ਕਿਉਂ ਇੱਧਰ ਨੇ, ਉਹ ਕੀ ਕਰਨਾ ਚਾਹੁੰਦੇ ਨੇ ਲਾਈਫ 'ਚ। ਸੋ ਆਈ ਵਾਂਟ ਟੂ ਨੋ ਅ ਲਿਟਲ ਬਿਟ, ਪਰ ਮੈਨੂੰ ਕੁਛ ਵੀ ਨਹੀਂ ਪਤਾ। ਆਈ ਥਿੰਕ ਉਸ ਚੈਪਟਰ 'ਚ ਉਭਰ ਕੇ ਜ਼ਿਆਦਾ ਉਹ ਇਸ ਲਈ ਆਉਂਦਾ। ਬਟ ਅਗੇਨ ਆਈ ਥਿੰਕ ਇਹ ਬਹੁਤ ਸਲੋ ਪ੍ਰੋਸੈਸ ਹੈ ਕਿਸੇ ਨੂੰ ਜਾਣਨ ਦਾ। ਬਹੁਤ ਮੈਂ ਕਾਹਲੀ ਨਹੀਂ ਕਰਨਾ ਚਾਹੁੰਦੀ, ਆਈ ਥਿੰਕ ਦੈਟਸ ਦ ਰਾਈਟ ਵਰਡ, ਕਾਹਲੀ ਕਿਸੇ ਨੂੰ ਜਾਣਨ ਦੀ। ਇਟਸ ਅ ਵੈਰੀ ਸਲੋ ਪ੍ਰੋਸੈਸ। ਐਂਡ ਆਲਸੋ ਕੋਈ ਤੁਹਾਡੇ ਮੂਹਰੇ ਖੁੱਲ੍ਹੇਗਾ ਨਹੀਂ ਖੁੱਲ੍ਹੇਗਾ, ਉਹ ਔਨਰ ਹੈ। ਕੋਈ ਤੁਹਾਨੂੰ ਦੱਸ ਦੇ, ਇਹ ਬਹੁਤ ਵੱਡਾ ਔਨਰ ਹੈ ਤੁਹਾਡਾ। ਤਾਂ ਮੈਨੂੰ ਲੱਗਦਾ ਜੇ ਮੈਨੂੰ ਕੋਈ ਦੱਸ ਸਕੇ ਆਪਣੇ ਬਾਰੇ ਕੁਛ, ਮੈਂ ਬਹੁਤ ਔਨਰਡ ਫੀਲ ਕਰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਬਾਰੇ ਕੁਛ ਦੱਸਿਆ। ਬਟ ਆਈ ਵੁਡਨਟ ਵਾਂਟ ਟੂ
ਇੰਟਰਫੇਅਰ ਕਿ ਮੈਨੂੰ ਦੱਸੋ, ਬਟ ਆਈ ਥਿੰਕ ਜੇ ਕੋਈ ਖੁੱਲ੍ਹਦਾ ਹੈ ਤੁਹਾਡੇ ਮੂਹਰੇ, ਬਹੁਤ ਵੱਡਾ ਔਨਰ ਹੈ। ਐਂਡ ਆਈ ਵੁੱਡ ਲਾਈਕ ਦੈਟ ਜਦ ਮੈਂ ਟਰੈਵਲ ਕਰਦੀ ਹਾਂ ਲੋਕਾਂ ਬਾਰੇ ਜਾਣਨ ਦਾ। ਅਤੇ ਮੇਰੀ ਇੱਕ ਇਹ ਵੀ ਰਹਿੰਦੀ ਹੈ ਕਿ ਮੈਂ ਜੇ ਕੁਛ ਦੱਸਾਂਗੀ, ਜੇ ਮੈਂ ਕੁਛ ਲਿਖਾਂਗੀ ਤਾਂ ਮੈਂ ਕੀ ਲਿਖਾਂਗੀ, ਮੈਂ ਇਹਨਾਂ ਦੇ ਘਰੇ ਰੁਕੀ ਹਾਂ, ਮੈਂ ਇਹਨਾਂ ਦੇ ਬਾਰੇ ਕੁਛ ਵੀ ਨਹੀਂ ਜਾਣਦੀ। ਐਂਡ ਆਈ ਡੋਂਟ ਥਿੰਕ ਮੈਂ ਕੁਝ ਜਾਣ ਵੀ ਪਾਈ ਹਾਂ। ਆਈ ਡੋਂਟ ਨੋ ਕੀ ਆਇਆ ਹੈ, ਬਟ ਯਾ ਇਟਸ ਲਾਈਕ ਦੈਟ। ਬਹੁਤ ਵਧੀਆ ਜੀ। ਜਿਵੇਂ ਤੁਸੀਂ ਕਹਿੰਦੇ ਹੋ ਵੀ ਜੋ ਤੁਹਾਡੇ ਤੇ ਕੋਈ ਭਰੋਸਾ ਕਰਦਾ ਹੈ, ਆਪਣਾ ਸਾਰਾ ਕੁਝ ਤੁਹਾਡੇ ਕੋਲ ਖੋਲ੍ਹ ਕੇ ਰੱਖ ਦਿੰਦਾ, ਤਾਂ ਉਹ ਵਾਕਈ ਹੈ ਕਿ ਤੁਹਾਨੂੰ ਖੁਦ ਨੂੰ ਬਹੁਤ ਮਾਣ ਹੁੰਦਾ ਹੈ ਕਿ ਵੀ ਕਿਸੇ ਨੇ ਤੁਹਾਡੇ ਤੇ ਭਰੋਸਾ ਕੀਤਾ ਹੈ ਨਾ। ਅਤੇ ਦੂਸਰਾ ਮੇਰਾ ਜਿਵੇਂ ਵੈਸੇ ਇਹ ਕਮੈਂਟ ਹੀ ਹੋਊਗਾ, ਮੈਨੂੰ ਲੱਗਦਾ ਇਹ ਕੰਪਲੀਮੈਂਟ ਹੋਊਗਾ, ਜਾਂ ਇਹ ਸਵਾਲ ਤਾਂ ਸ਼ਾਇਦ ਨਾ ਹੋਵੇ। ਤੁਸੀਂ ਕਹਿੰਦੇ ਹੋ ਸੁਣਨਾ ਇੱਕ ਯਾਤਰਾ ਹੈ, ਤਾਂ ਤੁਸੀਂ ਆਪਣੇ ਹਿੱਸੇ ਦੀ ਯਾਤਰਾ 'ਚੋਂ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਮਤਲਬ ਕਿਹੜੀ ਯਾਤਰਾ ਦੀ ਗੱਲ ਕਰਦੇ ਹੋ ਤੁਸੀਂ? ਇੱਕ ਤਾਂ ਯਾਤਰਾ ਜਿਹੜੀ ਤੁਸੀਂ ਕਰ ਰਹੇ ਹੋ, ਇੱਕ ਤੁਹਾਡੇ ਅੰਦਰ ਦੀ ਯਾਤਰਾ ਹੈ, ਤਾਂ ਤੁਸੀਂ ਕਿੱਥੋਂ ਕੁ ਤੱਕ ਪਹੁੰਚੇ ਹੋ? ਵੈਸੇ ਇਹ ਪੁੱਛਣਾ ਨਹੀਂ ਚਾਹੀਦਾ, ਪਰ ਜੇ ਤੁਹਾਨੂੰ ਨਾ ਲੱਗੇ ਤਾਂ ਤੁਸੀਂ ਨਾ ਜਵਾਬ ਦਿਓ। ਨਹੀਂ, ਮੈਂ ਟਰਾਈ ਕਰੂੰਗੀ। ਜਿੰਨੇ ਵੀ ਲੋਕਾਂ ਨੂੰ ਮੈਂ ਮਿਲਦੀ ਹਾਂ ਟਰੈਵਲ ਕਰਦੇ ਵਕਤ ਵੀ, ਹੁਣ ਵੀ ਇੱਧਰ ਵੀ, ਦਿਸ ਇਜ਼ ਆਲ, ਮੈਂ ਇਹ ਵੀ ਟਰੈਵਲ ਹੀ ਕਰ ਰਹੀ ਹਾਂ ਸਫ਼ਰ 'ਚ। ਤੋ ਲੋਕਾਂ ਦੀ ਸਭ ਦੀ ਆਪਣੀ ਆਪਣੀ ਕਹਾਣੀ ਹੁੰਦੀ ਹੈ। ਮੈਨੂੰ ਕੋਈ ਵੀ ਇਸ ਤਰ੍ਹਾਂ ਦਾ ਇੰਡੀਵਿਜੂਅਲ ਨਹੀਂ ਮਿਲਿਆ ਜਿਹਦੇ ਅੰਦਰੋਂ ਕਿਤਾਬ ਨਾ ਰੱਖੀ ਹੋਵੇ, ਜਿਹਦੇ ਅੰਦਰੋਂ ਕੁਛ ਬਹੁਤ ਕੁਛ ਨਾ ਹੋਵੇ। ਬਹੁਤ ਕੁਛ ਹੁੰਦਾ ਹੈ ਸਭ ਦੇ ਅੰਦਰ। ਅਤੇ ਆਪਾਂ ਸੁਣਦੇ ਬਹੁਤ ਹਾਂ ਬਟ ਨਹੀਂ ਸੁਣਦੇ ਹਾਂ, ਆਪਾਂ ਦੇਖਦੇ ਬਹੁਤ ਹਾਂ ਬਟ ਐਕਚੁਅਲੀ ਨਹੀਂ ਦੇਖਦੇ ਹਾਂ। ਕਈ ਵਾਰੀ ਲੱਗਦਾ ਕਿ ਆਪਾਂ ਭੀੜ 'ਚ ਰਹਿੰਦੇ ਹਾਂ, ਹੋਸਟਲਾਂ 'ਚ ਰਹਿੰਦੇ ਹਾਂ, ਬਾਹਰ ਆਫਿਸ ਜਾਂਦੇ ਹਾਂ, ਕੰਮ ਕਰਦੇ ਹਾਂ, ਸਕੂਲ ਜਾਂਦੇ ਹਾਂ, ਬਟ ਕੋਈ ਸਾਨੂੰ ਸੁਣ ਨਹੀਂ ਰਿਹਾ ਹੈ ਨਾ। ਮਤਲਬ ਤੁਸੀਂ ਦੱਸਣਾ ਚਾਹੁੰਦੇ ਹੋ ਬਟ ਯੂ ਸੇ ਥਿੰਗਸ ਲਾਈਕ ਹਾਂ ਹੈਲੋ ਹਾਊ ਆਰ ਯੂ, ਹਾਂ ਆਮ ਫਾਈਨ। ਇਹ ਸੱਚੋ ਨਾ ਦੱਸਣਾ ਹੈ ਨਾ ਸੁਣਨਾ ਹੈ। ਬਟ ਭੀੜ 'ਚ ਵੀ ਤੁਹਾਨੂੰ ਕੋਈ ਸੁਣਨ ਵਾਲਾ ਐਕਚੁਅਲੀ ਆਡੀਅנס ਜੋ ਹੈ ਉਸ ਤਰ੍ਹਾਂ ਦਾ ਨਹੀਂ ਮਿਲਦਾ। ਤੁਸੀਂ ਕਈ ਵਾਰੀ ਤੜਪ ਜਾਂਦੇ ਹੋ ਕਿ ਕੋਈ ਸੁਣ ਲੈ, ਹੈ ਨਾ ਮੈਨੂੰ। ਸੋ ਆਈ ਥਿੰਕ ਇਟਸ ਡੀਪਰ ਦੈਨ ਦੈਟ, ਡੀਪਰ ਦੈਨ ਜਸਟ ਹਾਂਜੀ ਕਿਵੇਂ ਹੋ ਜੀ, ਤੁਹਾਡਾ ਨਾਂ ਕੀ ਜੀ, ਹਾਂਜੀ ਕਿਵੇਂ ਲਾਈਫ ਚੱਲ ਰਹੀ ਹੈ, ਹਾਂਜੀ ਵਧੀਆ ਵਧੀਆ ਵਧੀਆ। ਬਟ ਕਿਸੇ ਨੂੰ ਸੱਚਿਓ ਖੜ ਕੇ ਸੁਣਨ ਲਈ ਯੂ ਰੀਅਲੀ ਨੀਡ ਟੂ, ਉਹਦੇ ਬਹੁਤ ਜਾਨ ਲੱਗਦੀ ਹੈ ਉਹਦੇ ਲਈ। ਅਤੇ ਬਹੁਤ ਸਾਰਿਆਂ ਨੂੰ ਤੁਸੀਂ ਸੁਣ ਵੀ ਨਹੀਂ ਸਕਦੇ, ਬਹੁਤ ਘੱਟ ਲੋਕਾਂ ਨੂੰ ਤੁਸੀਂ ਜਾਣ ਸਕਦੇ ਹੋ ਜਾਂ ਸਮਝ ਸਕਦੇ ਹੋ, ਤੁਹਾਡੇ ਅੰਦਰ ਵੀ ਇੰਨੀ ਐਨਰਜੀ ਨਹੀਂ ਹੁੰਦੀ। ਬਟ ਆਈ ਥਿੰਕ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨੀ ਹੈ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਹਨੂੰ ਮਿਲਾਂ ਤਾਂ ਮੈਂ ਬਹੁਤ ਸੱਚਿਓਂ ਉਹਨੂੰ ਜਾਣਾ, ਉਹਨੂੰ ਸੁਣਾ। ਮੈਨੂੰ ਪਸੰਦ ਹੈ, ਮੈਨੂੰ ਬਹੁਤ ਔਨਰਡ ਫੀਲ ਹੁੰਦਾ ਜੇ ਮੈਨੂੰ ਕੋਈ ਸੱਚਿਓਂ, ਮੈਂ ਕਿਸੇ ਨੂੰ ਸੁਣ ਪਾਵਾਂ, ਕਿਸੇ ਨੂੰ ਦੇਖ ਪਾਵਾਂ, ਕਿਸੇ ਨੂੰ ਸਮਝ ਪਾਵਾਂ। ਐਂਡ ਇਟਸ ਨੋਟ ਇਹ ਬਹੁਤ ਇਹ ਫਰੂਗਲ ਜਾਂ ਐਵੇਂ ਬਹੁਤ ਪ੍ਰੋਸੈਸ ਨਹੀਂ ਹੈ, ਬਹੁਤ ਗਹਿਰੇ ਜਾਣਾ ਪੈਂਦਾ ਉਹਦੇ ਲਈ। ਐਂਡ ਮੈਨੂੰ ਬਹੁਤ ਮਜ਼ਾ ਆਉਂਦਾ। ਸੋ ਇੱਕ ਇਹ ਯਾਤਰਾ ਹੈ ਜੋ ਮੈਨੂੰ ਲੋਕਾਂ ਦੇ ਥਰੂ ਟਰੈਵਲ ਕਰਨ ਦਾ ਮੌਕਾ ਦਿੰਦੀ ਹੈ। ਐਂਡ ਮੈਨੂੰ ਬਹੁਤ ਮਜ਼ਾ ਆਉਂਦਾ ਲੋਕਾਂ ਨੂੰ ਸੁਣ ਕੇ, ਸਮਝ ਕੇ, ਦੇਖ ਕੇ। ਬਟ ਉਹਦੇ ਲਈ ਸਮਾਂ ਲੱਗਦਾ, ਇਟ ਟੇਕਸ ਟਾਈਮ। ਆਜ਼ਾਦੀ ਮੇਰਾ ਬ੍ਰਾਂਡ ਜੋ ਤੁਸੀਂ ਸ਼ੁਰੂ ਹੁੰਦੀ ਹੈ ਕਿਤਾਬ, ਜਿੱਥੋਂ ਤੁਸੀਂ ਪਹਿਲੀ ਜਗ੍ਹਾ ਜਾਂਦੇ ਹੋ, ਤਾਂ ਤੁਹਾਡੇ ਇੱਕ ਦੋਸਤ ਕੋਲੇ ਰੁਕਦੇ ਹੋ ਤੁਸੀਂ, ਤਾਂ ਤੁਸੀਂ ਦੱਸਦੇ ਹੋ ਕਿ ਉਹ ਸੋਸ਼ਲ ਮੀਡੀਆ 'ਤੇ ਫੋਟੋਆਂ ਪਾਉਂਦੇ ਨੇ ਬਹੁਤ ਹੱਸਦੀਆਂ, ਅਤੇ ਬਾਅਦ 'ਚ ਘਰੇ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਲਾਈਫ 'ਚ ਉਵੇਂ ਨਹੀਂ ਹੈਗੇ। ਤਾਂ ਸਾਡੀ ਇੱਕ ਸੋਸ਼ਲ ਮੀਡੀਆ ਲਾਈਫ ਹੈ, ਇੱਕ ਸੋਸ਼ਲ ਲਾਈਫ ਹੈ। ਅਸੀਂ ਲੋਕਾਂ ਕਿਤਾਬਾਂ ਰਾਹੀਂ ਲੋਕ ਸਾਨੂੰ ਜਾਣਦੇ ਨੇ, ਸਾਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਨੇ, ਸਾਨੂੰ ਫੋਟੋਆਂ 'ਚ ਦੇਖਦੇ ਨੇ। ਅਨੁਰਾਧਾ ਜਾ ਰਹੀ ਹੈ, ਘੁੰਮ ਰਹੀ ਹੈ, ਰੀਗਾ ਦੀਆਂ ਫੋਟੋਆਂ ਨੇ, ਫਰਾਂਸ ਦੀਆਂ ਫੋਟੋਜ਼ ਨੇ। ਪਰ ਇੱਕ ਅਨੁਰਾਧਾ ਉਹ ਹੈ ਜਿਹੜੀ ਨਾ ਕਿਤਾਬ 'ਚ ਹੈ ਨਾ ਸੋਸ਼ਲ ਮੀਡੀਆ 'ਤੇ ਹੈ, ਜੋ ਤੁਸੀਂ ਹੋ। ਜੇ ਤੁਸੀਂ ਦੱਸ ਸਕੋ ਤਾਂ ਤੁਸੀਂ ਮਤਲਬ ਉਹਦੇ ਤੋਂ ਬਾਹਰ ਕੀ ਹੋ ਤੁਸੀਂ, ਉਹਦੇ ਤੋਂ ਬਿਨਾਂ ਜੋ ਅਸਲ ਹੈ। ਆਈ ਥਿੰਕ ਜੋ ਮੈਂ ਦੱਸ ਸਕਦੀ ਹਾਂ ਪਬਲਿਕਲੀ ਉਹ ਮੈਂ ਦੱਸ ਚੁੱਕੀ ਹਾਂ। ਬਟ ਜੋ ਮੈਂ ਇਹ ਨਹੀਂ ਹੈ ਕਿ ਮੈਂ ਬਿਲਕੁਲ ਅੱਡ ਹਾਂ, ਮਤਲਬ ਮੈਂ ਸੋਸ਼ਲ ਮੀਡੀਆ 'ਤੇ ਜਾਂ ਕਿਤਾਬ 'ਤੇ ਜਾਂ ਪਰਸਨਲੀ, ਮਤਲਬ 3 ਡਿਫਰੈਂਟ ਕੁੜੀਆਂ ਪ੍ਰੋਬੇਬਲੀ ਇੱਕ ਹੀ ਹੈ ਉਹ, ਬਟ ਉਹ ਅੱਡ ਡਿਮੈਂਸ਼ਨਸ ਨੇ। ਆਈ ਥਿੰਕ ਆਪਾਂ ਸਾਰੇ ਇਸ ਤਰ੍ਹਾਂ ਦੇ ਹਾਂ ਕਿ ਆਪਣੇ ਬਹੁਤ ਸਾਰੇ ਫੇਸਿਸ ਹੁੰਦੇ, ਬਹੁਤ ਸਾਰੇ ਚਿਹਰੇ ਹੁੰਦੇ ਨੇ। ਜਦ ਆਪਾਂ ਕਲਾਸਰੂਮ 'ਚ ਹੁੰਦੇ ਹਾਂ, ਟੀਚਰ ਨਾਲ ਗੱਲ ਕਰ ਰਹੇ ਹਾਂ, ਉਹ ਇੱਕ ਆਪਾਂ ਨੂੰ ਅੱਡ ਤਰ੍ਹਾਂ ਤੋਂ ਜਾਣਦਾ ਹੈ। ਉਹ ਆਪਾਂ ਨੂੰ ਕਿਤੇ ਪਰਸਨਲ ਗੈਦਰਿੰਗ ਵਿੱਚ ਦਿਖੇਗਾ, ਉਹ ਅੱਡ ਹੋਊਗਾ। ਅਤੇ ਆਪਾਂ ਕਿਤੇ ਇਕੱਲੇ ਤੁਰ ਰਹੇ ਹੋਵਾਂਗੇ ਤਾਂ ਆਪਾਂ ਅੱਡ ਹੋਵਾਂਗੇ। ਬਟ ਮੇਰੀ ਜਰਨੀ ਇਹ ਵੀ ਰਹੀ ਹੈ ਕਿ ਕਈ ਵਾਰੀ ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਕੀ ਹਾਂ। ਆਪਾਂ ਬਹੁਤ ਸਾਰੇ ਫੇਸਿਸ, ਚਿਹਰੇ ਓੜ੍ਹਦੇ ਹਾਂ, ਪਹਿਨਦੇ ਹਾਂ, ਤੋ ਆਪਾਂ ਭੁੱਲ ਜਾਂਦੇ ਹਾਂ ਕਿ ਵਾਟ ਵੀ ਰੀਅਲੀ ਐਕਚੁਅਲੀ ਆਰ। ਅਤੇ ਮੈਨੂੰ ਕਈ ਵਾਰੀ ਇਹ ਲੱਗਿਆ ਕਿ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਜਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕੌਣ ਹਾਂ। ਭੁਲੇਖਾ ਹੋ ਜਾਂਦਾ ਤੁਹਾਨੂੰ ਕਿ ਮੈਂ ਕਈ ਵਾਰੀ ਸੋਸ਼ਲ ਮੀਡੀਆ ਐਵੇਂ ਲੱਗਦਾ ਕਿ ਮੈਂ ਉਹ ਹਾਂ। ਸੋ ਆਈ ਥਿੰਕ ਇਹ ਜੋ ਜਰਨੀ ਹੈ ਖੁਦ ਨੂੰ ਜਾਣਨ ਦੀ, ਇਹ ਬਹੁਤ
3-4 साल पहले ही शुरू हुई, जब 5 साल पहला कह सकती हाँ, जब मैं लगे कि ना मैं ये नहीं हाँ, ये मैं किसी होर चीज़ ਲਈ कर रही हाँ, मैं कुछ और हाँ. सो जस्ट टू नो माई सैल्फ कि ये चेहरे तार के मैं की हाँ, इट इज़ आल्सो वेरी डिफिकल्ट प्रोसेस टू नो योर सैल्फ. तो ਉਹ ਅੱਡ ਹੈ. आई डोंट नो हाउ मैनी पीपल, कितने लोग मेरे ਮੈਨੂੰ ਸਮਝ ਸਕਦੇ हैं इस चीज़ ਨੂੰ, बट ਉਹ ਬਹੁਤ ਜ਼ਰੂਰੀ ਹੈ ਖੁਦ ਨੂੰ ਬਿਨਾਂ ਕਿਸੇ ਚਿਹਰੇ ਦੇ ਦੇਖ ਪਾਣਾ, ਸਮਝ ਪਾਣਾ ਤੇ ਉਹਦੇ ਨਾਲ ਰਹਿ ਪਾਣਾ. ਸੋ ਆਈ ਐਮ ਇਨ ਦੈਟ ਜਰਨੀ ਨਾਓ. ਪਤਾ ਨਹੀਂ ਮੈਂ ਕਿੱਧਰ ਪਹੁੰਚੀ ਹਾਂ, ਬਟ ਮੈਂ ਕੋਸ਼ਿਸ਼ ਕਰ ਰਹੀ ਹਾਂ. ਤੁਸੀਂ ਇਸ ਕਿਤਾਬ ਦੀ ਭੂਮਿਕਾ ਦੇ ਵਿੱਚ ਗੱਲ ਕਰਦੇ ਹੋ, ਸਟਾਰਟ ਹੁੰਦੀ ਹੈ ਜਿੱਥੋਂ ਕਿਤਾਬ ਘਰ ਬਾਰੇ. ਸਾਰੀ ਦੁਨੀਆ ਘੁੰਮ ਕੇ ਵੀ ਘਰ ਨਹੀਂ ਛੁੱਟਦਾ, ਘਰ ਉਹ ਧੁਰੀ ਹੈ ਜਿਹਦੇ ਦੁਆਲੇ ਦੁਨੀਆ ਘੁੰਮਦੀ ਹੈ. ਘਰ ਕੀ ਦੇਖਦੇ ਹੋ ਤੁਸੀਂ ਘਰ ਨੂੰ? ਮਤਲਬ ਮੈਂ ਤੁਹਾਡੀ ਇੱਕ ਇੰਟਰਵਿਊ ਸੁਣੀ, ਤੁਸੀਂ ਉਹਦੇ ਵਿੱਚ ਘਰ ਬਾਰੇ ਬਹੁਤ ਸੋਹਣੀ ਗੱਲ ਕਹੀ ਸੀਗੀ. ਘਰ ਕਿੰਨਾ ਜ਼ਰੂਰੀ ਹੈ ਕਿਸੇ, ਮਤਲਬ ਇੱਕ ਜਿਵੇਂ ਕਹਿੰਦੇ ਵੀ ਔਰਤ ਦੀ ਆਜ਼ਾਦੀ ਨੂੰ ਲੈ ਕੇ ਇੱਕ ਪੋਲੀਟੀਕਲ ਡਿਬੇਟ ਹੈ ਇਹਦੇ 'ਤੇ, ਇੱਕ ਸੋਸ਼ਲ ਡਿਬੇਟ ਵੀ ਹੈਗੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਮਸਲੇ ਨੇ ਔਰਤ ਦੇ, ਹੈ ਨਾ. ਅਤੇ ਉਹਦੇ ਵਿੱਚ ਘਰ ਦੀ ਕੀ ਇੰਪੋਰਟੈਂਸ ਹੈ? ਤੁਸੀਂ ਕੀ ਸੋਚਦੇ ਹੋ ਘਰ ਬਾਰੇ, ਵੀ ਘਰ ਕਿੰਨਾ ਜ਼ਰੂਰੀ ਹੈ? ਅਤੇ ਵੈਸੇ ਲਾਈਫ ਦੇ ਵਿੱਚ ਤੁਹਾਡੇ ਲਈ ਘਰ ਦੀ ਕੀ ਇੰਪੋਰਟੈਂਸ ਹੈ, ਤੁਹਾਡੇ ਲਈ ਕੀ ਹੈ, ਅਤੇ ਤੁਸੀਂ ਕੀ ਸੋਚਦੇ ਹੋ ਵੀ ਇੱਕ ਕੁੜੀ ਦਾ ਆਪਣਾ ਘਰ ਹੋਣਾ? ਦੋਨੋਂ ਚੀਜ਼ਾਂ ਐਡਰੈਸ ਕਰਾਂਗੀ ਮੈਂ. ਹੁਣ ਜਿਵੇਂ ਮੇਰਾ ਘਰ ਹੈ ਤਾਂ ਮੈਂ ਇਹ ਕਹਿ ਸਕਦੀ ਹਾਂ, ਹੈ ਨਾ, ਹੁਣ ਕਿਉਂਕਿ ਆਈ ਓਨ ਅ ਪਲੇਸ ਜੋ ਮੇਰੀ ਹੈ. ਇੱਕ ਕੁੜੀ ਦੇ ਲਈ ਆਈ ਥਿੰਕ ਇੱਕ ਸਪੇਸ, ਸੇਫ ਸਪੇਸ ਹੋਣਾ ਜੋ ਕਿਸੇ ਦੀ ਨਹੀਂ ਹੈ, ਜਿੱਧਰ ਤੋਂ ਉਹ ਕੱਢੀ ਨਹੀਂ ਜਾ ਸਕਦੀ, ਜਿੱਧਰ ਤੋਂ ਉਹਨੂੰ ਨਹੀਂ, ਜਿੱਧਰ ਉਹਨੂੰ ਕੁਝ ਕਿਸੇ ਨੂੰ ਪਲੀਜ਼ ਕਰਨ ਦੀ, ਕਿਸੇ ਨੂੰ ਖੁਸ਼ ਕਰਨ ਦੀ, ਕਿਸੇ ਦੇ ਤਰ੍ਹਾਂ ਅਕੋਰਡਿੰਗ ਰਹਿਣ ਦੀ ਜ਼ਰੂਰਤ ਨਹੀਂ ਹੈ. ਉਹਦੀ ਖੁਦ ਦੀ ਸਪੇਸ ਹੈ, ਸੇਫ ਔਰ ਸਿਕਿਉਰ ਸਪੇਸ, ਉਹ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ. ਆਈ ਥਿੰਕ ਮੁੰਡਿਆਂ ਲਈ ਵੀ, ਪਰ ਕੁੜੀ ਦੇ ਲਈ ਕਿਉਂਕਿ ਉਹਨਾਂ ਦਾ ਕੋਈ ਰਾਈਟ ਕਿਸੇ ਪ੍ਰੋਪਰਟੀ 'ਚ ਨਹੀਂ ਹੁੰਦਾ, ਸੋ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ. ਬਟ ਕਿਸੇ ਦੇ ਲਈ ਵੀ ਇੱਕ ਸਪੇਸ ਹੋਣਾ ਜਿੱਧਰ ਉਹ ਖੁਦ ਹੋ ਸਕਣ, ਸੇਫ ਹੋ ਸਕਣ, ਸਿਕਿਉਰ ਹੋ ਸਕਣ, ਆਈ ਥਿੰਕ ਇਟਸ ਵੈਰੀ ਵੈਰੀ ਇੰਪੋਰਟੈਂਟ, ਤਾਂ ਕਿ ਆਪਾਂ ਉਸ ਸਪੇਸ ਲਈ ਕੁਝ ਚੀਜ਼ਾਂ ਨਾ ਕਰੀਏ. ਕਈ ਵਾਰੀ ਆਪਾਂ ਵਿਆਹ ਕਰਾਉਂਦੇ ਹਾਂ, ਕਿਸੇ ਦੇ ਨਾਲ ਰਹਿੰਦੇ ਹਾਂ ਸੋ ਦੈਟ ਵੀ ਕੈਨ ਹੈਵ ਅ ਸਪੇਸ, ਜਾਂ ਆਪਾਂ ਉਸ ਤਰ੍ਹਾਂ ਦੀ ਨੌਕਰੀ ਕਰਦੇ ਹਾਂ ਤਾਂ ਕਿ ਵੀ ਕੈਨ ਹੈਵ ਅ ਸਪੇਸ. ਬਟ ਜੇ ਆਪਾਂ ਉਹ ਸਪੇਸ ਓਨ ਕਰ ਸਕੀਏ ਐਂਡ ਉਹਦੇ ਲਈ ਆਪਾਂ ਨੂੰ ਉਹ ਸਟਰਗਲ, ਆਪਾਂ ਨੂੰ ਕੁਝ ਹੋਰ ਨਾ ਬਣਨਾ ਪਵੇ, ਆਪਾਂ ਨੂੰ ਕਿਸੇ ਨੂੰ ਪਲੀਜ਼ ਨਾ ਕਰਨਾ ਪਵੇ. ਆਈ ਥਿੰਕ ਫॉर ਅ ਵੂਮਨ ਇਜ਼ ਵੈਰੀ ਵੈਰੀ ਇੰਪੋਰਟੈਂਟ. ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਰੂਰੀ ਹੈ. ਮੇਰੇ ਲਈ ਹੁਣ ਮੇਰੇ ਲਈ ਘਰ ਮੈਨੂੰ ਨਹੀਂ ਪਤਾ ਹੁਣ ਕੀ ਹੈ ਘਰ. ਹੁਣ ਮੇਰੇ ਤੋਂ ਬਹੁਤ ਸਾਰੇ ਲੋਕ ਪੁੱਛਦੇ ਨੇ ਤੁਸੀਂ ਕਿੱਧਰ ਰਹਿੰਦੇ ਹੋ? ਆਈ ਡੋਂਟ ਨੋ. ਮੈਂ ਆਪਣੀ ਗੱਡੀ 'ਚ ਰਹਿੰਦੀ ਹਾਂ, ਮੈਂ ਆਪਣੇ ਸੂਟਕੇਸ 'ਚ ਰਹਿੰਦੀ ਹਾਂ. ਕਈ ਵਾਰੀ ਘਰ ਕਿਸੇ ਨੂੰ ਮਿਲ ਕੇ ਲੱਗਦਾ ਕਿ ਇਹ ਘਰ ਹੋ ਗਿਆ, ਕਈ ਵਾਰੀ ਘਰ 'ਚ ਵੀ ਘਰ ਨਹੀਂ ਲੱਗਦਾ. ਸੋ ਮੈਂ ਹਲੇ ਘਰ ਲੱਭ ਰਹੀ ਹਾਂ, ਮੈਂ ਹਲੇ ਘਰ ਬਣਾਇਆ ਨਹੀਂ ਹੈ. ਮੇਰਾ ਇੱਕ ਘਰ ਹੈ ਪੂਨਾ, ਸੋ ਉੱਧਰ ਮੈਂ ਜਦ ਜਾਂਦੀ ਹਾਂ ਮੈਨੂੰ ਘਰ ਫੀਲ ਹੁੰਦਾ ਹੈ. ਬਟ ਮੈਨੂੰ ਸ਼ਹਿਰਾਂ 'ਚ ਰਹਿ ਕੇ ਅੱਜ ਕੱਲ੍ਹ ਥੋੜ੍ਹੀ ਘੁਟਨ ਹੁੰਦੀ ਹੈ. ਸੋ ਮੈਨੂੰ ਨਹੀਂ ਪਤਾ ਅੱਜ ਕੱਲ੍ਹ ਮੈਂ ਆਪਣਾ ਘਰ ਲੱਭ ਰਹੀ ਹਾਂ, ਤਾਂ ਆਮ ਇਨ ਦੈਟ ਪ੍ਰੋਸੈਸ. ਫਿਲਹਾਲ ਮੈਂ ਉਸ ਸਟੇਜ 'ਤੇ ਹਾਂ ਜਿੱਧਰ ਮੈਨੂੰ ਨਹੀਂ ਪਤਾ ਮੇਰਾ ਘਰ ਕਿੱਧਰ ਹੈ. ਬਟ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਕਿਤੇ ਘਰ ਬਣਾ ਸਕੀਏ. ਅੱਜ ਕੱਲ੍ਹ ਮੇਰੇ ਘਰ ਲੋਕ ਹੋ ਗਏ ਨੇ, ਕੁਝ ਸਪੇਸਿਸ ਹੋ ਗਏ ਨੇ, ਕੋਈ ਦਿਨ ਇਸ ਤਰ੍ਹਾਂ ਦਾ ਹੁੰਦਾ ਕਿ ਮੈਨੂੰ ਲੱਗਦਾ ਅੱਜ ਘਰ ਵਰਗਾ ਲੱਗ ਰਿਹਾ. ਜੇ ਘਰ ਦੀ ਗੱਲ ਚੱਲੀ ਹੈ ਤਾਂ ਘਰ ਨਾਲ ਹੀ ਸੰਬੰਧਿਤ ਕੁਝ ਹੋਰ ਸਵਾਲ ਨੇ. ਤੁਸੀਂ ਇਸ ਕਿਤਾਬ ਦੇ ਵਿੱਚ ਵੀ ਮੈਂਸ਼ਨ ਕਰਦੇ ਹੋ, ਅਤੇ ਮੈਂ ਜਿੰਨਾ ਕੁ ਜਾਣਦਾ ਗਾ ਤੁਹਾਡੇ ਫਾਦਰ ਨਾਲ ਬਹੁਤ ਜ਼ਿਆਦਾ ਉਹ ਹੈ, ਅਤੇ ਤੁਸੀਂ ਕਿਸੇ ਇੰਟਰਵਿਊ 'ਚ ਵੀ ਉਹਨਾਂ ਬਾਰੇ ਕਿਹਾ ਸੀ ਵੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਅਸੀਂ ਤੁਹਾਨੂੰ ਦਾਜ ਨਹੀਂ ਦੇਵਾਂਗੇ, ਤੇਰੇ ਵਿਆਹ 'ਤੇ ਖਰਚਾ ਨਹੀਂ ਕਰਾਂਗੇ, ਤੈਨੂੰ ਘਰ ਲੈ ਕੇ ਦੇਵਾਂਗੇ. ਤਾਂ ਤੁਸੀਂ ਇਸ ਕਿਤਾਬ 'ਚ ਵੀ ਕਿਹਾ ਵੀ ਤੁਹਾਡੇ ਫਾਦਰ ਨੇ ਤੁਹਾਡੀ ਪਰਵਰਿਸ਼ ਦੇ ਵਿੱਚ ਬਹੁਤ ਮਤਲਬ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਿਹਦੇ ਕਰਕੇ ਤੁਸੀਂ ਅੱਜ ਅਨੁਰਾਧਾ ਬੈਨੀਵਾਲ ਹੋ, ਜਿਹਦੇ ਕਰਕੇ ਤੁਸੀਂ ਅੱਜ ਬਹੁਤ ਵੱਖਰੇ ਹੋ ਸਮਾਜ ਨਾਲੋਂ, ਅਤੇ ਤੁਸੀਂ ਬਹੁਤ ਯਾਨੀ ਕਿ ਕੁਛ ਕਰ ਸਕੇ ਜ਼ਿੰਦਗੀ ਦੇ ਵਿੱਚ. ਤਾਂ ਤੁਸੀਂ ਆਪਣੀ ਪਰਵਰਿਸ਼ ਬਾਰੇ ਅਤੇ ਤੁਸੀਂ ਕਿਵੇਂ ਸੋਚਦੇ ਹੋ ਕਿ ਕੁੜੀਆਂ ਦੀ ਪਰਵਰਿਸ਼ 'ਚ ਸਾਨੂੰ ਕੀ ਕਰਨ ਦੀ ਲੋੜ ਆ, ਜਿਵੇਂ ਕਾਰਲੀ ਕਰਦਾ ਹੈ ਆਪਦੀ ਕੁੜੀ ਦੇ ਲਈ, ਜਾਂ ਜਿਵੇਂ ਤੁਸੀਂ ਦੇਖਦੇ ਹੋ ਕਿ ਰਸ਼ੀਆ ਦੇ ਵਿੱਚ ਜਾਂ ਰੀਗਾ ਦੇ ਵਿੱਚ ਕੁੜੀਆਂ ਨੇ ਜਿਹੜੀਆਂ ਬਹੁਤ ਬੇਫਿਕਰ ਨੇ ਆਪਦੇ ਸਰੀਰ ਨੂੰ ਲੈ ਕੇ, ਆਪਦੀ ਦੇਹ ਨੂੰ ਲੈ ਕੇ, ਆਪਦੇ ਕੱਪੜਿਆਂ ਨੂੰ ਲੈ ਕੇ, ਆਪਦੇ ਸਮਾਜ ਨੂੰ ਲੈ ਕੇ, ਕਿ ਕੋਈ ਉਹਨਾਂ ਬਾਰੇ ਕੁਛ ਨਹੀਂ ਸੋਚ ਰਿਹਾ, ਤਾਂ ਉਹ ਕਿਵੇਂ ਨੇ? ਤੁਸੀਂ ਕੀ ਸੋਚਦੇ ਹੋ ਕਿ ਕੁੜੀਆਂ ਦੀ ਪਰਵਰਿਸ਼ 'ਤੇ ਸਾਨੂੰ ਕੀ ਕਰਨ ਦੀ ਲੋੜ ਹੈ?
ਅੱਜ ਕੱਲ੍ਹ ਮੈਂ ਘਰੇ ਰਹਿ ਰਹੀ ਹਾਂ ਕਾਫੀ ਟਾਈਮ ਤੋਂ। ਪਾਪਾ ਦੀ ਤਬੀਅਤ ਥੋੜ੍ਹੀ ਠੀਕ ਨਹੀਂ ਹੈ ਤਾਂ ਮੈਂ ਉਹਨਾਂ ਦੇ ਨਾਲ ਹੀ ਹਾਂ। ਹਾਲਾਂਕਿ ਸਾਡੀ ਬਹੁਤ ਜ਼ਿਆਦਾ ਹੁਣ ਲੜਾਈ ਹੁੰਦੀ ਹੈ, ਬਹੁਤ ਜ਼ਿਆਦਾ ਲੜਾਈ ਹੁੰਦੀ ਹੈ। ਬਟ ਇੱਕ ਚੀਜ਼ ਦਾ ਉਹਨਾਂ ਨੂੰ ਕ੍ਰੈਡਿਟ ਮੈਂ ਹੁਣ ਦੇਵਾਂਗੀ ਅਤੇ ਮੈਂ ਉਸ ਤੋਂ ਮੁੱਕਰ ਨਹੀਂ ਸਕਦੀ। ਸਾਡੀ ਕਿੰਨੀ ਵੀ ਲੜਾਈ ਹੋਏ, ਕਿੰਨੇ ਵੀ ਡਿਫਰੈਂਸਿਸ ਹੈ, ਹੁਣ ਇੱਕ ਚੀਜ਼ ਜਿਸ ਤੋਂ ਮੈਂ ਨਹੀਂ ਮੁੱਕਰ ਸਕਦੀ ਕਿ ਜਿਸ ਤਰ੍ਹਾਂ ਉਹਨਾਂ ਨੇ ਪਰਵਰਿਸ਼ ਕੀਤੀ ਹੈ। ਹਰਿਆਣੇ ਮੈਂ ਪੈਦਾ ਹੋਈ ਪਿੰਡ 'ਚ ਰੋਹਤਕ ਕੋਲ ਇੱਕ ਛੋਟਾ ਜਿਹਾ ਪਿੰਡ ਹੈ, 500 ਇੱਕ ਘਰ ਨੇ, ਸਕੂਲ ਵੀ ਨਹੀਂ ਹੈ ਜਿੱਧਰ ਕਾਲਜ ਨਹੀਂ ਹੈ। ਉੱਧਰ ਪੈਦਾ ਹੋ ਕੇ ਉਹਨਾਂ ਨੇ ਜਿਸ ਤਰ੍ਹਾਂ ਮੈਨੂੰ ਬਰੌਟ ਅਪ ਕੀਤਾ, ਏ ਲੋਟ ਆਫ ਕ੍ਰੈਡਿਟ ਗੋਜ਼ ਟੂ ਹਿਮ। ਮਤਲਬ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਕ੍ਰੈਡਿਟ ਦੇਵਾਂਗੀ। ਉਹਨਾਂ ਨੂੰ ਸਮਾਜ ਦੀ ਸਮਝ ਸੀ। ਉਹਨਾਂ ਨੂੰ ਪਤਾ ਸੀ ਕਿ ਇੱਧਰ ਜੇ ਪੈਦਾ ਹੋਈ ਹੈ ਕੁੜੀ ਅਤੇ ਉਹਨਾਂ ਦੀ ਪੰਜ ਭੈਣਾਂ ਸੀ ਅਤੇ ਉਹਨਾਂ ਨੇ ਦੇਖਿਆ ਉਹਨਾਂ ਦੇ ਸਟਰਗਲਸ ਕਿ ਇੱਧਰ ਜੇ ਇਹਨੂੰ ਫੁੱਲ ਬਲੂਮ ਕਰਨ ਦਾ ਮੌਕਾ ਮਿਲਣਾ ਹੈ, ਜੇ ਇਹਨੂੰ ਪੂਰਨ ਇਨਸਾਨ ਜੇ ਇਹਨੂੰ ਬਣਾਉਣਾ ਹੈ ਤੋ ਇਹਦੀ ਅਪਬ੍ਰਿੰਗਿੰਗ ਅੱਡ ਤਰ੍ਹਾਂ ਕਰਨੀ ਪਊਗੀ। ਮਤਲਬ ਉਹਨਾਂ ਨੇ ਸਕੂਲ ਕਾਲਜ 'ਤੇ ਇੰਨਾ ਜ਼ਿਆਦਾ ਜ਼ੋਰ ਨਹੀਂ ਲਾਇਆ। ਉਹਨਾਂ ਨੇ ਪਹਿਲਾਂ ਅੰਗਰੇਜ਼ੀ ਸਿਖਾਉਣ 'ਤੇ ਕਿ ਮੇਰੀ ਕੁੜੀ ਬਾਹਰ ਜਾ ਸਕੇ, ਕਿਉਂਕਿ ਇਹ ਇਸ ਤਰ੍ਹਾਂ ਦੀ ਭਾਸ਼ਾ ਹੈ। ਬਾਹਰ ਇਨ ਦਾ ਸੈਂਸ ਇੰਡੀਆ ਬਹੁਤ ਵੱਡਾ ਹੈ ਅਤੇ ਅੰਗਰੇਜ਼ੀ ਇਹਨੂੰ ਜੋੜਦੀ ਹੈ। ਫੋਰਚੂਨੇਟਲੀ ਅਨਫੋਰਚੂਨੇਟਲੀ ਕੁਛ ਵੀ ਕਰ ਲਓ ਤੁਸੀਂ ਜਦ ਬਾਹਰ ਤੁਰਦੇ ਹੋ ਤਾਂ ਇੱਕ ਭਾਸ਼ਾ ਹੈ ਜੋ ਤੁਹਾਨੂੰ ਜੋੜਦੀ ਹੈ, ਪੂਰੀ ਦੁਨੀਆ ਨੂੰ ਜੋੜਦੀ ਹੈ, ਇੰਡੀਆ ਨੂੰ ਜੋੜਦੀ ਹੈ। ਅਤੇ ਉਹ ਮੈਨੂੰ ਯਾਦ ਹੈ, ਮੈਂ 5 ਸਾਲਾਂ ਦੀ ਸੀ, 5-6 ਸਾਲਾਂ ਦੀ। ਸਾਡੇ ਘਰ ਪਾਪਾ ਅਖਬਾਰ ਲੈ ਕੇ ਆਉਂਦੇ ਸੀ ਮੈਮ ਤੋਂ। ਸਾਡੇ ਘਰ ਤੋਂ ਕੁਛ ਕਿਲੋਮੀਟਰ ਦੂਰ ਕਸਬਾ ਹੈ, ਉੱਧਰ ਅੰਗਰੇਜ਼ੀ ਦਾ ਅਖਬਾਰ ਆਉਂਦਾ ਸੀ। ਉਹ ਅਖਬਾਰ ਲੈ ਕੇ ਆਉਂਦੇ ਸੀ ਅਤੇ ਮੈਨੂੰ ਬੈਠ ਕੇ ਚੌਪਾਲ 'ਚ ਜਿੱਧਰ ਤਾਊ ਚਾਚਾ ਸਭ ਬੈਠ ਕੇ ਹੁੱਕਾ ਪੀਂਦੇ ਸੀ, ਮੈਂ ਅਤੇ ਪਾਪਾ, ਮੈਨੂੰ ਉਹ ਸੀਨ ਬਿਲਕੁਲ ਵਿਵਿਡਲੀ ਯਾਦ ਹੈ। ਉਹ ਮੈਨੂੰ ਅਖਬਾਰ ਪੜ੍ਹਾਉਂਦੇ ਸੀ ਅਤੇ ਉਹਨੂੰ ਮੇਰੇ ਤਾਊ ਚਾਚਾ ਨੂੰ ਕਹਿੰਦੇ ਸੀ ਕਿ ਇਹ ਪੜ੍ਹ ਕੇ ਸੁਣਾਊਗੀ ਅਤੇ ਮੈਂ ਸਭ ਨੂੰ ਐਵੇਂ ਰੀਡਿੰਗ ਕਰਦੀ ਸੀ ਅਖਬਾਰ ਦੀ, ਐਵੇਂ ਜੋ ਵੀ ਜੋੜ ਕੇ ਮੈਨੂੰ ਪੜ੍ਹਨਾ ਹੁੰਦਾ ਸੀ। ਅਤੇ ਅਸੀਂ ਰੋਜ਼ 10 ਨਵੇਂ ਅੱਖਰ ਸਿੱਖਦੇ ਸੀ, ਨਵੇਂ ਵਰਡਸ। ਅਤੇ ਮੇਰੀ ਹੁਣ ਤੱਕ ਵੀ ਮੈਨੂੰ ਆਦਤ ਹੈ ਕਿ ਮੈਨੂੰ ਕੋਈ ਨਵਾਂ ਸ਼ਬਦ ਮਿਲਦਾ ਤਾਂ ਮੈਨੂੰ ਲਿਖ ਕੇ ਉਹਦਾ ਵਰਡ ਮੀਨਿੰਗ ਦੀ ਕਾਪੀਆਂ ਮੈਂ ਬਹੁਤ ਬਣਾਈਆਂ ਨੇ। ਅਤੇ ਉਹਨਾਂ ਦਾ ਬਹੁਤ ਜ਼ਿਆਦਾ ਇਸ 'ਤੇ ਜ਼ੋਰ ਸੀ, ਇੰਫੈਸਿਸ ਦੀ, ਕਿ ਮੇਰੀ ਕੁੜੀ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ, ਮੇਰੀ ਕੁੜੀ ਨੂੰ ਸਵਿਮਿੰਗ ਆਉਣੀ ਚਾਹੀਦੀ ਹੈ। ਉਹ ਸਕੂਲ ਉਹਨਾਂ ਨੇ ਨਹੀਂ ਭੇਜਿਆ, ਉਹਨਾਂ ਨੇ ਮੈਨੂੰ ਸਵਿਮਿੰਗ ਸਿਖਾਈ ਕਿ ਇਸ ਧਰਤੀ ਦੇ 70% ਪਾਣੀ ਹੈ। ਬਾੜ ਆਈ ਹੋਈ ਸੀ, ਮੈਨੂੰ ਯਾਦ ਹੈ, ਅਸੀਂ ਭਿਆਣੀ ਰਹਿੰਦੇ ਸੀ, ਮੈਂ 8-9 ਸਾਲਾਂ ਦੀ ਹੋਊਂਗੀ। ਬਾੜ ਆਈ ਹੋਈ ਸੀ ਅਤੇ ਇਹਨਾਂ ਨੇ ਕਿਹਾ ਕਿ ਇਹ ਤਾਂ ਕਦੇ ਵੀ ਅਸੀਂ ਡੁੱਬ ਸਕਦੇ ਹਾਂ, ਬਹੁਤ ਜ਼ਿਆਦਾ ਪਾਣੀ ਹੈ ਇਸ ਧਰਤੀ 'ਚ। ਅਤੇ ਉਹਨਾਂ ਨੇ ਮੈਨੂੰ ਸਵਿਮਿੰਗ ਸਿਖਾਈ ਅਤੇ ਡਰਾਈਵਿੰਗ। ਅਤੇ ਉਹਨਾਂ ਨੇ ਡਰਾਈਵਿੰਗ, ਮੈਂ ਆਈ ਥਿੰਕ 7ਵੀਂ 'ਚ ਸੀ ਜਦ ਉਹਨਾਂ ਨੇ ਡਰਾਈਵਿੰਗ ਮੈਨੂੰ ਸਿਖਾ ਦੀ ਸੀ ਕਿ ਸੋ ਦੈਟ ਆਈ ਕੈਨ ਟਰੈਵਲ, ਮੈਂ ਕਿਸੇ 'ਤੇ ਡਿਪੈਂਡੈਂਟ ਨਾ ਰਹਾਂ ਜੇ ਮੈਨੂੰ ਕਿਤੇ ਜਾਣਾ ਹੋਏ। ਅਤੇ ਮੈਨੂੰ ਇਹ ਤਿੰਨੋਂ ਚੀਜ਼ਾਂ ਬਹੁਤ ਜ਼ਿਆਦਾ ਕੰਮ ਆਉਂਦੀਆਂ ਨੇ ਅਤੇ ਆਮ ਵੈਰੀ ਗ੍ਰੇਟਫੁਲ ਟੂ ਹਿਮ। ਇੱਕ ਉਹਨਾਂ ਨੇ ਬਹੁਤ ਜੋ ਖੂਬਸੂਰਤ ਚੀਜ਼ ਕੀਤੀ, ਉਹ ਉਹਨਾਂ ਨੇ ਆਪਣੀ ਇੱਜ਼ਤ ਮੇਰੇ ਨਾਲ ਨਹੀਂ ਜੋੜੀ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਤੇਰੀ ਇੱਜ਼ਤ ਮੇਰੇ ਹੱਥ 'ਚ ਹੈ। ਉਹਨਾਂ ਨੇ ਕਿਹਾ ਵੀ ਤੇਰੇ ਕਰਮ ਤੇਰੀ ਇੱਜ਼ਤ ਨੇ ਅਤੇ ਮੇਰੇ ਕਰਮ ਮੇਰੀ ਇੱਜ਼ਤ ਨੇ, ਅਤੇ ਸਾਡਾ ਕੋਈ ਉਹ ਨਹੀਂ ਹੈ, ਇਹਦਾ ਕੋਈ ਕਨੈਕਸ਼ਨ ਨਹੀਂ ਹੈ। ਕੁੜੀ ਦੇ ਜੋ ਵੀ ਉਹ ਮੇਰੀ ਕੁੜੀ ਕਰੂਗੀ ਉਸ ਤੋਂ ਮੇਰੀ ਇੱਜ਼ਤ ਨੂੰ ਕੋਈ ਖਤਰਾ ਨਹੀਂ। ਅਤੇ ਆਈ ਥਿੰਕ ਉਸ ਤੋਂ ਬਹੁਤ ਜ਼ਿਆਦਾ ਪਿੰਡਾਂ 'ਚ ਕੀ ਹੁੰਦਾ, ਨਾਟ ਓਨਲੀ ਪਾਪਾ, ਤਾਊ ਦੀ ਵੀ, ਭਾਈ ਦੀ ਵੀ, ਪੜੋਸੀਆਂ ਦੀ ਵੀ, ਕਸਬੇ ਦੀ ਵੀ, ਸਾਡੀ ਕੁੜੀ, ਮਤਲਬ ਮੈਨੂੰ ਯਾਦ ਹੈ ਮੈਮ, ਅਸੀਂ ਪਾਪਾ ਲੈਕਚਰਰ ਸੀ ਕਾਲਜ 'ਚ, ਅਤੇ ਲੜਾਈ ਹੋ ਗਈ ਸੀ ਇੱਕ ਵਾਰ ਕਾਲਜ ਬਹੁਤ ਸਾਰੀ ਕਿ ਇੱਕ ਕੁੜੀ ਦੀ ਕੁੜੀ ਨੂੰ, ਮਤਲਬ ਇੱਕ ਕੁੜੀ ਦੇ ਪਿੰਡ ਵਾਲੇ ਦੂਜੇ ਮੁੰਡੇ ਦੇ ਪਿੰਡ ਵਾਲੇ ਤੋਂ ਭਿੜ ਗਏ ਸੀ। ਬਹੁਤ ਜ਼ਿਆਦਾ ਲੜਾਈ ਹੋ ਗਈ ਸੀ ਕਿ ਉਹ ਸਾਡੀ ਕੁੜੀ ਨੂੰ ਜੋ ਵੀ ਹੈ ਉਹਦੇ ਨਾਲ ਹੈ ਨਹੀਂ ਹੈ। ਉਹ ਕੁੜੀ ਨੂੰ ਪਤਾ ਵੀ ਨਹੀਂ ਕੌਣ ਕਿਹਦੇ ਨਾਲ ਹੈ, ਉਹਨੂੰ ਨਹੀਂ ਪਤਾ, ਪਰ ਉਹ ਪਿੰਡ ਵਾਲੇ ਆਪਸ ਲੜ ਰਹੇ ਨੇ ਕਿਉਂਕਿ ਉਹਨਾਂ ਨੂੰ ਠੇਕਾ ਲੈ ਲਿਆ ਕਿ ਇਹ ਸਾਡੀ ਕੁੜੀ, ਸਾਡੇ ਪਿੰਡ ਦੀ ਇੱਜ਼ਤ ਹੈ। ਤਾਂ ਆਈ ਥਿੰਕ ਉਹਨਾਂ ਨੇ ਬਹੁਤ ਸੋਹਣੀ ਇਹ ਚੀਜ਼ ਕੀਤੀ ਕਿ ਉਹਨਾਂ ਨੂੰ ਮੇਰੇ ਨਾਲ ਉਹ ਕਨੈਕਟ ਨਹੀਂ ਕੀਤਾ। ਆਪਾਂ ਇਤਨਾ ਸਾਰਾ, ਮਤਲਬ ਕੁੜੀਆਂ ਇੰਨਾ ਬੋਝ 'ਤੇ ਉਹ ਟੋਕਰਾ ਇੱਜ਼ਤ ਦਾ ਹੀ ਲੈ ਕੇ ਫਿਰਦੀਆਂ ਰਹਿੰਦੀਆਂ ਨੇ। ਸੋ ਇਟਸ ਸੋ ਡਿਫਿਕਲਟ ਟੂ ਨੈਵੀਗੇਟ। ਉਹ ਰਸਤਾ ਇੰਨਾ ਬੋਝ ਤਲੇ ਦੱਬ ਕੇ ਉਹ ਰਸਤਾ ਲੱਭਣਾ ਮੁਸ਼ਕਿਲ ਹੋ ਜਾਂਦਾ। ਆਈ ਥਿੰਕ ਉਹ ਬੋਝ ਨੂੰ ਸਾਈਡ 'ਤੇ ਰੱਖ ਕੇ ਇੱਕਦਮ ਤੋਂ ਤੁਸੀਂ 50 ਕਿਲੋ ਦਾ ਬੋਝ ਲੈ ਕੇ ਪੂਰੀ ਉਮਰ ਤੁਰਦੇ ਰਹੋ, ਸਡਨਲੀ ਤੁਸੀਂ ਉਹਨੂੰ ਨੀਚੇ ਰੱਖੋ, ਤੁਹਾਨੂੰ ਲੱਗਦਾ ਕਿ ਹਾਏ ਦੁਨੀਆ ਇੰਨੀ ਔਖੀ ਤਾਂ ਨਹੀਂ, ਇੰਨਾ ਔਖਾ ਤਾਂ ਨਹੀਂ ਹੈ ਤੁਰਨਾ ਇੱਧਰ ਜਿੰਨਾ ਇਹਨੇ ਬਣਾ ਰੱਖਿਆ। ਤੋ
ਆਈ ਥਿੰਕ ਕ੍ਰੈਡਿਟ ਗੋਜ਼ ਟੂ ਹਿਮ। ਮੈਂ ਬਹੁਤ ਥੈਂਕਫੁਲ ਹਾਂ ਉਹਨਾਂ ਦਾ ਇਸ ਚੀਜ਼ ਨੂੰ ਲੈ ਕੇ। ਅਤੇ ਉਹਨਾਂ ਨੂੰ ਇਹ ਵੀ ਮਤਲਬ ਜਿਵੇਂ ਆਪਾਂ ਕਹਿੰਦੇ 4 ਲੋਕ ਕੀ ਕਹਿਣਗੇ ਹੈ ਨਾ, ਘਰ ਵਾਲੇ ਕਹਿੰਦੇ ਨੇ 4 ਲੋਕ ਕੀ ਕਹਿਣਗੇ, ਮੈਨੂੰ ਲੱਗਦਾ ਉਹ 4 ਲੋਕ ਨਹੀਂ ਹੁੰਦੇ, ਉਹ ਮਾਂ ਬਾਪ ਹੀ ਹੁੰਦੇ ਨੇ। ਉਹ 4 ਲੋਕਾਂ ਦਾ ਬਹਾਨਾ ਲੈ ਕੇ ਉਹ ਤੁਹਾਨੂੰ ਕਹਿੰਦੇ ਨੇ ਕਿ ਉਹ ਬੂਆ ਇਹ ਕਹਿ ਰਹੀ ਸੀ, ਮੌਸੀ ਇਹ ਕਹਿ ਰਹੀ ਸੀ, ਬਟ ਇਹ ਨਹੀਂ ਹੁੰਦਾ। ਆਈ ਥਿੰਕ ਜੇ ਮੇਰੀ ਬੂਆ ਮੇਰੀ ਮੰਮੀ ਨੂੰ ਕੁਛ ਕਹਿੰਦੀ ਹੈ ਤਾਂ ਮੇਰੀ ਮੰਮੀ ਉਹ ਮੇਰੀ ਤਰਫ ਆਣ ਹੀ ਨਾ ਦੇ ਹੈ ਨਾ, ਜੇ ਕਿਉਂਕਿ ਉਹ ਉਹਨਾਂ ਦਾ ਉਹ ਵੀ ਇਹੀ ਪੁੱਛਣਾ ਚਾਹੁੰਦੇ ਨੇ ਜੋ ਮੌਸੀ ਪੁੱਛ ਰਹੀ ਹੈ, ਬੂਆ ਪੁੱਛ ਰਹੀ ਹੈ, ਇਸ ਕਰਕੇ ਤੁਹਾਨੂੰ ਕਹਿੰਦੇ ਨੇ। ਬਟ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਕੁੜੀਆਂ ਨੂੰ ਜੇ ਮਾਂ ਬਾਪ ਨਾਲ ਹੋ ਅਤੇ ਆਈ ਥਿੰਕ ਬਹੁਤ ਸਾਰਾ ਬੋਝ ਉਤਰ ਜਾਂਦਾ ਹੈ। ਅਤੇ ਯੂ ਕੈਨ ਸੀ ਕਿ ਤੁਹਾਡੀ ਕੁੜੀਆਂ ਪਤਾ ਨਹੀਂ ਕਿੱਧਰ ਤੋਂ ਕਿੱਧਰ ਪਹੁੰਚ ਜਾਣਗੀ ਜੇ ਆਪਾਂ ਇੱਜ਼ਤ ਦਾ ਭਰੋਟਾ ਨੀਚੇ ਰੱਖਦਿਆਂ ਤੋਂ। ਤੁਹਾਡੇ ਘਰ ਦੇ ਵਿੱਚ ਮਤਲਬ ਤੁਹਾਡੇ ਨਾਲ ਬਹੁਤ ਸਾਰੀਆਂ ਔਰਤਾਂ ਜੁੜੀਆਂ ਹੋਈਆਂ ਨੇ ਘਰ ਦੇ, ਖਾਸ ਕਰਕੇ ਘਰ ਦੇ ਵਿੱਚ ਪਰਿਵਾਰ ਦੀਆਂ, ਜਿਨ੍ਹਾਂ ਦੇ ਤੁਸੀਂ ਨਾਮ ਵੀ ਲਿਖੇ ਨੇ ਸਮਰਪਣ ਦੇ ਵਿੱਚ, ਮੰਮੀ ਦਾ, ਭੈਣਾਂ ਦਾ, ਭੂਆ ਦਾ, ਮਾਸੀਆਂ ਦਾ, ਚਾਚੀਆਂ ਦਾ। ਤੁਸੀਂ ਆਪਣੇ ਘਰ ਚੋਂ ਨਿਕਲ ਕੇ ਪੂਰਾ ਯੂਰਪ ਘੁੰਮੇ ਹੋ, ਫਿਰ ਦੁਨੀਆ ਦੇ ਹੋਰ ਕਈ ਥਾਵਾਂ 'ਤੇ ਘੁੰਮੇ ਹੋ, ਇੰਡੀਆ ਘੁੰਮੇ ਹੋ, ਕਈ ਕਲਚਰਸ ਦੇਖੇ ਨੇ, ਅਤੇ ਕਿਤਾਬਾਂ ਲਿਖਦੇ ਹੋ, ਸੋਸ਼ਲ ਮੀਡੀਆ 'ਤੇ ਐਕਟਿਵ ਹੁੰਦੇ ਹੋ, ਫਿਰ ਕਿਸਾਨ ਅੰਦੋਲਨ 'ਚ ਐਕਟਿਵ ਰਹਿੰਦੇ ਹੋ। ਤਾਂ ਤੁਹਾਡੇ ਪਰਿਵਾਰ ਦੀਆਂ ਔਰਤਾਂ ਇਹਨੂੰ ਕਿਵੇਂ ਦੇਖਦੀਆਂ ਨੇ, ਤੁਹਾਡੀਆਂ ਕਿਤਾਬਾਂ ਨੂੰ, ਤੁਹਾਡੀ ਪਰਸਨੈਲਿਟੀ ਨੂੰ, ਤੁਹਾਡੇ ਮਤਲਬ ਜੋ ਤੁਸੀਂ ਕਰਦੇ ਹੋ ਉਹਨਾਂ ਨੂੰ ਉਹ ਕੀ ਪ੍ਰਭਾਵ ਲੈਂਦੀਆਂ ਨੇ, ਜਾਂ ਉਹ ਇਹਨੂੰ ਕਿਵੇਂ ਦੇਖਦੀਆਂ ਨੇ? ਅਰਸ਼, ਮੈਂ ਹੁਣ ਇਹਦਾ ਕੋਈ ਸਟ੍ਰੇਟ ਜਵਾਬ ਨਹੀਂ ਹੈ ਮੇਰੇ ਕੋਲ ਹੈ ਨਾ। ਅੱਡ ਕੁੜੀਆਂ ਅੱਡ ਤਰ੍ਹਾਂ ਦੇਖਦੀ ਹੋਣਗੀ ਹੈ ਨਾ। ਜਿਵੇਂ ਮੈਂ ਸਭ ਤੋਂ ਵੱਡੀ ਹਾਂ ਹੈ ਨਾ, ਮੇਰੇ ਪਾਪਾ ਸਭ ਤੋਂ ਵੱਡੇ ਸੀ ਅਤੇ ਮੇਰੀ ਮੰਮੀ ਵੀ ਇੱਧਰ ਮਤਲਬ ਨਾਨਕੇ ਵੀ ਅਤੇ ਦਾਦਕੇ ਵੀ, ਮੈਂ ਸਭ ਤੋਂ ਵੱਡੀ ਹਾਂ। ਇੱਕ ਆਈ ਥਿੰਕ ਮੈਂ ਕਲੀਅਰ ਇਹਦਾ ਕੋਈ ਜਵਾਬ ਨਹੀਂ ਹੈ। ਕਈ ਵਾਰੀ ਲੱਗਦਾ ਹੈ ਕਿ ਉਹਨਾਂ ਨੂੰ ਲੱਗਦਾ ਇਹ ਬਿਲਕੁਲ ਏਲੀਅਨ ਹੈ ਨਾ, ਮਤਲਬ ਇਹ ਇੰਨਾ ਕੁਛ ਕਰ ਪਾਏ ਕਿਉਂਕਿ ਇਹ ਅਨੂ ਹੈ ਨਾ। ਇਹ ਮੈਂ ਬਹੁਤ ਛੇਤੀ ਚੈਸ ਖੇਡਣ ਲੱਗੀ ਸੀ ਅਤੇ ਇੰਡੀਆ ਚੈਂਪੀਅਨ ਬਣ ਗਈ ਸੀ। ਤਾਂ ਕਈ ਵਾਰੀ ਮੈਨੂੰ ਲੱਗਦਾ ਕੋਈ ਪ੍ਰਭਾਵ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਇਹ ਅਨੂ ਕਰ ਸਕਦੀ ਹੈ। ਬਟ ਕਈ ਵਾਰੀ ਮੈਨੂੰ ਲੱਗਦਾ ਜੋ ਉਹਨਾਂ ਦੇ ਬੱਚੇ ਨੇ, ਜਿਵੇਂ ਹੁਣ ਜੋ 10-10 11-11 ਸਾਲ ਦੇ ਨੇ, ਉਹਨਾਂ ਦੇ ਕੋਲ ਇੱਕ ਐਗਜ਼ਾਮਪਲ ਹੈ। ਜਿਵੇਂ ਕੰਨੂ ਨੂੰ ਪੁੱਛੋ, ਮੇਰੀ ਬੂਆ ਦੀ ਕੁੜੀ ਹੈ, ਉਹ ਮੇਰੀ ਭਤੀਜੀ ਹੈ, ਭਤੀਜੀ ਹੋਊਗੀ, ਭਾਣਜੀ, ਹਾਂ ਮੇਰੀ ਭਾਣਜੀ ਹੈ। ਉਹਨੂੰ ਪੁੱਛੋ ਤੂੰ ਕੀ ਬਣਨਾ ਬੜੇ ਹੋ ਕੇ, ਉਹ ਕਹਿੰਦੀ ਮੈਂ ਐਡੀਟਰ ਬਣਨਾ। ਉਹ 11 ਸਾਲ ਦੀ ਹੈ। ਤਾਂ ਉਹ ਮੇਰੀ ਕਿਤਾਬਾਂ ਮੇਰੇ ਨਾਲ ਬਹਿ ਕੇ ਐਡੀਟਿੰਗ ਕਰਾਉਂਦੀ ਹੈ। ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਉਹ ਬਹੁਤ ਸੌਖਾ ਕਰ ਦਿੰਦੀ ਹੈ ਲੈਂਗੁਏਜ ਨੂੰ। ਕਈ ਵਾਰੀ ਮੈਨੂੰ ਕੁਝ ਪੜ੍ਹ ਕੇ ਸੁਣਾਉਂਦੀ ਹੈ, ਮਾਸ਼ਾ ਅੱਲਾ ਸਪੈਸ਼ਲੀ ਉਹਦੀ ਫਸਟ ਲਾਈਨ ਉਹਦੀ ਹੈ, ਕਹਿੰਦੀ ਮਾਸੀ ਇਸ ਤਰ੍ਹਾਂ ਲਿਖ ਦਿਓ, ਇਹ ਮੈਨੂੰ ਸਮਝ ਆ ਰਿਹਾ ਹੈ। ਤਾਂ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਜਬ ਮੈਂ ਗਰੋ ਅਪ ਕਰ ਰਹੀ ਸੀ तो मेरे को एग्जाम्पल्स नहीं सी। मेरे को मेरी मौसी मेरे कोई भी काम भी नहीं करता सी, कोई कॉलेज भी नहीं गया सी। मैं पहली कुड़ियाँ जो एक्चुअली कॉलेज भी गई तो स्टेट ते बाहर भी निकली। ਤੇ ਸਾਡੇ ਕੋਲ ਐਗਜ਼ਾਮਪਲਸ ਬਹੁਤ ਘੱਟ ਹੁੰਦੇ ਸੀ। ਸਾਡੇ ਕੋਲ ਜੋ ਐਗਜ਼ਾਮਪਲਸ ਹੁੰਦੇ ਸੀ ਉਹ ਜਾਂ ਤਾਂ ਇਹ ਮੌਸੀ ਇਹ ਬਹੁਤ ਸੋਹਣਾ ਝਾੜੂ ਪੋਚਾ ਕਰਦੀ ਹੈ, ਬਹੁਤ ਵਧੀਆ ਹੈ, ਕਿਸੇ ਨੂੰ ਬੋਲਦੀ ਨਹੀਂ, ਸਾਡੀ ਕੁੜੀ ਬਹੁਤ ਵਧੀਆ ਹੈ, ਇਹ ਤਾਂ ਬਿਲਕੁਲ ਹੀ ਨਹੀਂ ਪੁੱਠਾ ਨਹੀਂ ਬੋਲਦੀ ਨਹੀਂ। ਅਤੇ ਸਾਡੇ ਕੋਲ ਇਸ ਤਰ੍ਹਾਂ ਦੇ ਐਗਜ਼ਾਮਪਲ ਸੀ। ਜੋ ਬੋਲਣ ਵਾਲੀ ਕੁੜੀਆਂ ਸੀ ਉਹ ਬੁਰੇ ਐਗਜ਼ਾਮਪਲ ਸੀ, ਜਾਂ ਅਸੀਂ ਇਹ ਭੱਜ ਗਈ ਹੈ ਨਾ। ਵੀ ਡਿਡਨਟ ਹੈਵ ਐਗਜ਼ਾਮਪਲਸ ਕਿ ਇਹ ਲਿਖਦੀ ਹੈ, ਇਹ ਤੁਰਦੀ ਹੈ, ਜਾਂ ਇਹ ਡਰਾਈਵ ਕਰਦੀ ਹੈ ਨਾ। ਤਾਂ ਆਈ ਥਿੰਕ ਇਹ ਬਹੁਤ ਇੰਪੋਰਟੈਂਟ ਹੈ ਕਿ ਖੁਦ ਦੇ ਲਈ ਤਾਂ ਇੰਪੋਰਟੈਂਟ ਹੈ ਹੀ, ਪਰ ਜੇ ਛੋਟਾ ਬੱਚਾ ਹੈ, ਛੋਟੀ ਕੁੜੀ ਹੈ, ਉਹ ਕੀ ਦੇਖ ਕੇ ਉਹ ਆਈ ਥਿੰਕ ਆਈਡੋਲਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਇੰਪੋਰਟੈਂਸ ਹੈ ਕਿ ਜਦ ਤੁਸੀਂ ਗਰੋ ਅਪ ਕਰ ਰਹੇ ਹੁੰਦੇ ਤੁਸੀਂ ਕੀ ਦੇਖ ਕੇ ਗਰੋ ਅਪ ਕਰ ਰਹੇ ਹੋ ਹੈ ਨਾ। ਕਈ ਵਾਰੀ ਮੈਨੂੰ ਲੱਗਦਾ ਮੈਂ ਕੁਝ ਚੀਜ਼ਾਂ ਕਰਨੀਆਂ ਨੇ ਸੋ ਦੈਟ ਇੱਕ ਰਿਸਪॉन्सिबिलिटी है कि जब कन्नू देखेगी, जब पिंकी देखेगी, ਉਹਦੀ ਕੁੜੀਆਂ ਪਲਕ ਦੇਖੇਗੀ, ਉਹ ਉਹ ਸਪੋਰਟਸ ਕਰਦੀ ਸੀ ਅਤੇ ਯੂ ਹੈਵ ਐਨ ਐਗਜ਼ਾਮਪਲ। ਨਹੀਂ ਤਾਂ ਤੁਹਾਨੂੰ ਕੋਈ ਐਗਜ਼ਾਮਪਲ ਹੀ ਨਹੀਂ ਹੋਊਗਾ। ਤੁਹਾਡੇ ਲਈ ਸਾਰੇ ਐਗਜ਼ਾਮਪਲਸ ਹੀ ਉਸ ਤਰ੍ਹਾਂ ਦੇ ਨੇ ਕਿ ਉਹ ਬੋਲਦੀ ਨਹੀਂ, ਉਹ ਵਧੀਆ ਝਾੜੂ ਪੋਚਾ ਕਰਦੀ ਹੈ, ਉਹ ਵਧੀਆ ਖਾਣਾ ਬਣਾਉਂਦੀ ਹੈ, ਹੋਰ ਉਸ ਤੋਂ ਵਧੀਆ ਕੋਈ ਉਸ ਤੋਂ ਅੱਡ ਕੋਈ ਐਗਜ਼ਾਮਪਲਸ ਹੀ ਨਹੀਂ। ਜਾਂ ਫਿਰ ਬਿਲਕੁਲ ਹੀ ਉਸ ਤਰ੍ਹਾਂ ਦੇ ਐਗਜ਼ਾਮਪਲਸ ਤੁਸੀਂ ਹੈ ਕਿ ਉਹ ਭੱਜ ਗਈ ਘਰੋਂ। तो दैट मीनस बिकॉज वो भजी करो बिकॉज वो कुछ करना चाहती सी या अपनी पसंद नाल कुछ करना चाहती सी, वो बुरा एग्जाम्पल पेश किया जाता है उन्होंने कि उन्होंने बहुत आई थिंक कोई बहुत प्राउडली कोई भी नहीं कहता कि साडी कुड़ी बाहर चली गई। सारे बहुत उन्होंने शेम दे नाल अटैच करते हैं, बहुत शेमफुल उन्होंने मनते हैं, जबकि मैंने ये भी नहीं लगता इहदे अंदर शेमफुल की चीज़ है। मैं वधिया उन्हें अपना डिसीजन ले लिया। सो आई थिंक मैं कोशिश कर रही, आई डोंट नो ਉਹਦਾ ਇਫੈਕਟ ਮੈਂ ਹੁਣ ਕੀ, ਬਟ ਮੈਂ ਛੋਟੇ ਬੱਚਿਆਂ 'ਚ ਦੇਖ ਰਹੀ ਹਾਂ ਕਿ ਉਹਨਾਂ ਦੇ ਜੋ ਐਸਪੀਰੇਸ਼ਨਸ ਨੇ ਉਹ ਅੱਡ ਨੇ, ਜੋ ਸਾਡੇ ਨਹੀਂ ਸੀ। ਸਾਨੂੰ ਨਹੀਂ ਪਤਾ ਸੀ ਐਡੀਟਰ ਕੀ ਹੁੰਦਾ, ਰਾਈਟਰ ਕੀ ਹੁੰਦਾ।
तो शायद मैं कुछ कर पा रही ਹਾਂ ਉਹਨਾਂ ਦੇ ਲਈ। ਇਸੇ ਵਿੱਚੋਂ ਹੀ ਇਹ ਸਵਾਲ ਹੈ ਜੀ ਵੀ ਤੁਸੀਂ ਕਿਹਾ ਵੀ ਜਿਵੇਂ ਵੀ ਕੋਈ ਪ੍ਰਾਊਡਲੀ ਨਹੀਂ ਦੇਖਦਾ ਵੀ ਸਾਡੀ ਕੁੜੀ ਭੱਜ ਗਈ ਸੀ ਇਸ ਗੱਲ ਨੂੰ, ਤਾਂ ਤੁਹਾਡੇ ਤੇ ਇੱਕ ਇਹ ਇਲਜ਼ਾਮ ਵੀ ਲਾਇਆ ਜਾਂਦਾ ਤੁਸੀਂ ਕੁੜੀਆਂ ਨੂੰ ਭੜਕਾਉਂਦੇ ਹੋ, ਤੁਸੀਂ ਐਂ ਕਰਦੇ ਹੋ, ਟ੍ਰੋਲ ਕਰਦੇ ਨੇ ਲੋਕ ਤੁਹਾਨੂੰ ਸੋਸ਼ਲ ਮੀਡੀਆ ਤੇ। ਕਈ ਵਾਰੀ ਜਿਵੇਂ ਹੋ ਸਕਦਾ ਇੱਥੇ ਵੀ ਕੋਈ ਹੋਵੇ ਵਿੱਚੋਂ ਸਵਾਲ ਕਰਦੇ ਵੀ ਗਲਤ ਹੋ ਤੁਸੀਂ, ਤੁਹਾਡੀ ਕਿਤਾਬ 'ਚ ਇਹ ਗੱਲ ਗਲਤ ਲਿਖੀ ਹੋਈ ਹੈ ਜੀ, ਤੁਸੀਂ ਦੇਹ ਬਾਰੇ ਗੱਲ ਕਰਦੇ ਹੋ, ਤੁਸੀਂ ਸੈਕਸ ਦੀ ਗੱਲ ਕਰਦੇ ਹੋ, ਤੁਸੀਂ ਵਿਆਹ ਨੂੰ ਨਹੀਂ ਮੰਨਦੇ ਜੀ, ਜਾਂ ਇਸ ਤਰ੍ਹਾਂ ਦੀਆਂ ਗੱਲਾਂ। ਤਾਂ ਜਿਹੜੇ ਟ੍ਰੋਲਸ ਹੁੰਦੇ ਨੇ ਤੁਸੀਂ ਇਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ? ਇਹ ਬਹੁਤ ਵਧੀਆ ਸਵਾਲ ਪੁੱਛਿਆ ਤੂੰ ਅਰਸ਼। ਮੈਂ ਹਾਲਾਂਕਿ ਹੁਣ ਇਸ 'ਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ, ਮੈਂ ਇਸ 'ਤੇ ਹੁਣ ਅੱਗੇ ਲਿਖ ਰਹੀ ਹਾਂ ਕਿ ਬਹੁਤ ਸਾਰੀ ਚੀਜ਼ਾਂ ਕਹੀ ਨਹੀਂ ਜਾਂਦੀ ਹੈ ਨਾ, ਬਹੁਤ ਸਾਰੀ ਚੀਜ਼ਾਂ ਬੋਲੀ ਨਹੀਂ ਜਾਂਦੀ, ਬਹੁਤ ਸਾਰੇ ਬਾਡੀ ਪਾਰਟਸ ਨੇ ਕਿ ਜਿਨ੍ਹਾਂ ਦੀ ਗਾਲਾਂ ਹੀ ਹੈ ਨਾ ਅਸੀਂ ਸਿੱਖੇ ਹੀ ਨਹੀਂ, ਜਾਂ ਤਾਂ ਬਾਇਓਲੋਜੀ ਦੀ ਕਲਾਸ 'ਚ ਕਦੇ ਸਿੱਖੇ ਹੋਣੇ, ਕਦੇ ਯੂਜ਼ ਹੀ ਨਹੀਂ ਕੀਤਾ ਆਮ ਭਾਸ਼ਾ 'ਚ। ਬਹੁਤ ਸਾਰੀ ਚੀਜ਼ਾਂ ਸੀਕ੍ਰੇਟਸ ਨੇ ਤੇ ਬਹੁਤ ਡਾਰਕ ਸਪੇਸਿਸ। ਇਨਫੈਕਟ ਮੈਂ ਇਸ ਬਾਤ 'ਤੇ ਹੁਣ ਇਸ ਸਟੇਜ 'ਤੇ ਆਈ ਥਿੰਕ ਪਹਿਲੀ ਵਾਰੀ ਮੈਂ ਇਹਨੂੰ ਓਪਨਲੀ ਕਹਿਣਾ ਵੀ ਚਾਹੁੰਦੀ ਹਾਂ, ਆਪਣੀ ਕੁੜੀਆਂ ਜੇ ਮੈਂ ਬਾਰ-ਬਾਰ ਕੰਨੂ ਦਾ ਐਗਜ਼ਾਮਪਲ ਲੈਂਦੀ ਹਾਂ, ਮੇਰੇ ਕੋਲ ਉਹੀ ਮੇਰੇ ਘਰ 'ਚ ਛੋਟੀ ਕੁੜੀ ਹੈ ਜਿਹਨੂੰ ਮੈਂ ਦੇਖਦੀ ਹਾਂ ਕਿ ਇਹਦਾ ਲਾਈਫ ਮੈਂ ਕਿਵੇਂ ਸੌਖੀ ਕਰਾਂ। ਅਤੇ ਜੇ ਆਪਣੀ ਕੁੜੀਆਂ ਇਨ ਚੀਜ਼ਾਂ ਨੂੰ, ਸੈਕਸ ਨੂੰ, ਬੋਡੀ ਨੂੰ, ਜੋ ਬਹੁਤ ਨੈਚੁਰਲ ਨੇ, ਜੋ ਬਹੁਤ ਜ਼ਿਆਦਾ ਅਟਰੈਕਸ਼ਨ ਨੂੰ, ਅਫੈਕਸ਼ਨ ਨੂੰ, ਜੇ ਉਹ ਸਾਡੇ ਤੋਂ ਨਹੀਂ ਸੁਣਨਗੀਆਂ, ਜੇ ਉਹ ਆਪਣੀ ਮਾਸੀ ਤੋਂ, ਆਪਣੀ ਮਾਂ ਤੋਂ, ਆਪਣੇ ਟੀਚਰਸ ਤੋਂ, ਆਪਣੀ ਫਰੈਂਡਸ ਤੋਂ ਨਹੀਂ ਸੁਣਨਗੀਆਂ, ਤਾਂ ਉਹ ਕਿਤੇ ਡਾਰਕ ਸਪੇਸ ਵਿੱਚ ਕਿਤੇ 40-50 ਸਾਲ ਦੇ ਮੁੰਡੇ ਤੋਂ, ਆਦਮੀ ਤੋਂ ਸੁਣਨਗੀਆਂ। ਉਹ ਡਾਰਕ ਹੈ, ਉਹ ਸੀਕ੍ਰੇਟ ਹੈ, ਜੇ ਉਹਨੂੰ ਅਸੀਂ ਨਹੀਂ ਦੱਸਾਂਗੇ ਤਾਂ ਕੋਈ ਤਾਂ ਦੱਸੂਗਾ। ਅਤੇ ਮੈਨੂੰ ਕਿਸੇ ਮਾਂ ਨੇ ਨਹੀਂ ਦੱਸਿਆ ਸੀ, ਬਾਪ ਨੇ ਨਹੀਂ ਦੱਸਿਆ ਸੀ, ਮੈਨੂੰ ਵੀ ਕਿਸੇ ਡਾਰਕ ਸਪੇਸ 'ਚ ਦੱਸਿਆ ਗਿਆ ਸੀ, ਕਿਸੇ ਅਬਿਊਜ਼ ਦੇ ਰੂਪ 'ਚ ਮੈਂ ਉਸ 'ਤੇ ਰੂਬਰੂ ਹੋਈ ਸੀ, ਕਦੇ ਉਹਨੂੰ ਬਹੁਤ ਹੈਲਦੀ ਤਰੀਕੇ ਨਾਲ ਨਹੀਂ ਦੱਸਿਆ ਗਿਆ। ਅਤੇ ਆਪਾਂ ਸੈਕਸ ਤੋਂ ਪਹਿਲਾਂ ਰੇਪ ਨੂੰ ਜਾਣਦੇ ਹਾਂ, ਆਪਾਂ ਬੋਡੀ ਤੋਂ ਪਹਿਲਾਂ ਸਲੈਂਗਸ ਨੂੰ ਜਾਣਦੇ ਹਾਂ, ਅਬਿਊਜ਼ ਨੂੰ ਜਾਣਦੇ ਹਾਂ, ਅਤੇ ਆਪਾਂ ਲਾਈਟ ਸਟੇਜ 'ਤੇ ਜੇ ਇਹ ਗੱਲ ਨਹੀਂ ਕਰਾਂਗੇ ਤਾਂ ਇਹ ਗੱਲ ਤਾਂ ਹੋਊਗੀ। ਅਤੇ ਉਹ ਸ਼ਾਇਦ ਉਹ ਗੱਲ ਆਈ ਡੋਂਟ ਵਾਂਟ ਕਿ ਕੰਨੂ ਨੂੰ ਕਿਤੇ ਹੋਰ ਤਰਫ ਤੋਂ ਪਤਾ ਲੱਗੇ, ਮੈਂ ਚਾਹੁੰਦੀ ਹਾਂ ਮੈਂ ਉਹਨੂੰ ਦੱਸਾਂ, ਹੈ ਨਾ। ਅਤੇ ਇਹ ਚੀਜ਼ਾਂ ਦੀ ਇਹਨੂੰ ਸ਼ੇਮ ਦੇ ਨਾਲ ਨਾ ਅਟੈਚ ਕੀਤਾ ਜਾਵੇ। ਸੈਕਸ ਨੂੰ ਸ਼ੇਮ ਨਹੀਂ, ਡਾਰਕ ਸਪੇਸਿਸ, ਕਿਉਂਕਿ ਉਹ ਸੀਕ੍ਰੇਟ ਹੈ ਤਾਂ ਉਹ ਸ਼ੇਮ ਹੈ। ਜਦ ਸ਼ੇਮ ਹੁੰਦੀ ਹੈ ਤਾਂ ਡਰ ਹੁੰਦਾ ਹੈ ਅਤੇ ਗਿਲਟ ਹੁੰਦੀ ਹੈ, ਅਤੇ ਉਹ ਸਾਰੇ ਇਮੋਸ਼ਨਸ ਤੋਂ ਨਹੀਂ, ਉਹਨੂੰ ਬਹੁਤ ਹੈਲਦੀ ਤਰੀਕੇ ਨਾਲ, ਉਹਨੂੰ ਬਹੁਤ ਸਾਫ਼ ਤਰੀਕੇ ਨਾਲ, ਕਿਉਂਕਿ ਉਹ ਹੈ, ਉਹਨੂੰ ਤਾਂ ਆਪਾਂ ਇੰਨੇ ਸਾਰੇ ਐਗਜ਼ਿਸਟ ਕਰਦੇ ਹਾਂ, ਉਹਦੇ ਪਿੱਛੇ ਇਹੀ ਰੀਜ਼ਨ ਹੈ, ਰਾਈਟ। ਵੀ ਆਰ ਹੀਅਰ ਐਂਡ ਇੰਡੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ, ਸੋ ਵੀ ਹੀਅਰ ਬਿਕੋਜ਼ ਇਟ ਹੈਪਨਸ, ਨੋਬਡੀ ਕੈਨ ਡਿਨਾਈ ਇਟ। ਤਾਂ ਆਪਾਂ ਜੇ ਉਹਨੂੰ ਐਡਰੈਸ ਕਰ ਸਕੀਏ ਓਪਨ ਸਪੇਸਿਸ, ਹੈਲਦੀ ਸਪੇਸਿਸ 'ਚ, ਤਾਂ ਮੈਨੂੰ ਲੱਗਦਾ ਬਹੁਤ ਸਾਰੇ ਅਬਿਊਜ਼ ਤੋਂ ਅਸੀਂ ਆਪਣੀ ਕੁੜੀਆਂ ਨੂੰ ਬਚਾ ਸਕਦੇ ਹਾਂ, ਬਹੁਤ ਸਾਰੇ ਪਵਰਟਸ ਤੋਂ ਅਸੀਂ ਕੁੜੀਆਂ ਨੂੰ ਬਚਾ ਸਕਦੇ ਹਾਂ। ਮੇਰਾ ਸੈਲਫਿਸ਼ ਰੀਜ਼ਨ, ਮੋਟਿਵ ਇਹੀ ਹੈ ਕਿ ਮੇਰੀ ਜੇ ਭਾਣਜੀਆਂ ਭਤੀਜੀਆਂ ਨੇ ਉਹ ਮੇਰੇ ਤੋਂ ਸੁਣਨ, ਉਹ ਸਟੇਜ ਤੋਂ ਸੁਣਨ, ਉਹ ਇਨ ਸ਼ਬਦਾਂ ਨੂੰ ਸੀਕ੍ਰੇਟ ਜਾਂ ਸ਼ੇਮਫੁਲ ਜਾਂ ਡਰਨ ਨਾ ਇਸ ਤੋਂ, ਹੈ ਨਾ। ਬਿਕੋਜ਼ ਉਹ ਜਬ ਹੋਊਗੀ 12 ਸਾਲ ਦੀ, 13 ਸਾਲ ਦੀ, ਆਈ ਵਾਂਟ ਹਰ ਟੂ ਨੋ, ਉਹ ਮੇਰੇ ਤੋਂ ਪੁੱਛ ਸਕੇ, ਮੈਂ ਉਹਨੂੰ ਦੱਸ ਸਕਾਂ। ਮੇਰਾ ਅੱਧਾ ਸਵਾਲ ਰਹਿ ਗਿਆ ਜੀ, ਤੁਸੀਂ ਟ੍ਰੋਲਸ ਨੂੰ ਕਿਵੇਂ ਹੈਂਡਲ ਕਰਦੇ ਹੋ? ਅੱਜ ਕੱਲ੍ਹ ਮੈਂ ਟ੍ਰੋਲਸ ਦਾ ਕੁਛ ਉਹ ਨਹੀਂ ਕਰਦੀ, ਮੈਂ ਸੋਸ਼ਲ ਮੀਡੀਆ ਨੂੰ ਹੁਣ ਬਹੁਤ ਜ਼ਿਆਦਾ ਰੀਡ ਨਹੀਂ ਕਰਦੀ, ਮੈਂ ਪੋਸਟ ਪਾਦੀ, ਉਹਦੇ ਅੰਦਰ ਬਹੁਤ ਸਾਰੇ ਵਧੀਆ ਕਮੈਂਟਸ ਵੀ ਰਹਿ ਜਾਂਦੇ ਨੇ ਅਤੇ ਬਹੁਤ ਸਾਰੇ ਟ੍ਰੋਲਸ ਵੀ ਰਹਿ ਜਾਂਦੇ ਨੇ, ਅਤੇ ਮੈਂ ਕਮੈਂਟਸ ਨੂੰ ਨਹੀਂ ਰੀਡ ਕਰਦੀ, ਨਾ ਮੈਂ ਅਦਰ ਇਨਬਾਕਸ ਖੋਲ੍ਹ ਕੇ ਦੇਖਦੀ ਹਾਂ, ਨਾ ਮੈਂ ਜਵਾਬ ਦਿੰਦੀ ਹਾਂ। ਮੈਨੂੰ ਉਹਦੀ ਕੀ ਕਹਿੰਦੇ ਨੇ, ਉਹਦੀ ਔਥੈਂਟਿਸਿਟੀ 'ਤੇ ਸ਼ੱਕ ਹੈ, ਕਿਉਂਕਿ ਮੈਂ ਇੰਨਾ ਜ਼ਿਆਦਾ ਇੱਕ ਸਮਾਂ 'ਤੇ, ਇੱਕ ਟਾਈਮ 'ਤੇ ਮੈਂ ਟ੍ਰੋਲ ਹੋਈ ਹਾਂ ਕਿ ਮੈਨੂੰ ਲੱਗਿਆ ਸੀ ਇਨਸਾਨ ਤਾਂ ਨਹੀਂ ਹੋ ਸਕਦੇ, ਇਸ ਤਰ੍ਹਾਂ ਦੇ ਲਿਖਣ ਵਾਲੇ ਜੋ ਇਸ ਤਰ੍ਹਾਂ ਦੀ ਭਾਸ਼ਾ ਯੂਜ਼ ਕਰ ਰਹੇ, ਇਹ ਇੱਕ ਇਨਸਾਨ ਤੋਂ ਨਹੀਂ ਲਿਖ ਸਕਦਾ। ਤਾਂ ਮੈਨੂੰ ਸ਼ੱਕ ਹੋਣ ਲੱਗਿਆ ਕਿ ਸ਼ਾਇਦ ਇਹ ਰੋਬੋਟਸ ਕਿਤੇ ਬੈਠੇ ਨੇ, ਕਿਤੇ ਏਲੀਅਨਸ ਬੈਠੇ ਨੇ ਜੋ ਇਸ ਤਰ੍ਹਾਂ ਦਾ ਟਾਈਪ ਕਰ ਰਹੇ ਨੇ। ਤਾਂ ਮੈਨੂੰ ਮੇਰੀ ਮੈਂਟਲ ਹੈਲਥ ਨੂੰ ਬਚਾਉਣ ਲਈ ਮੈਂ ਉਹਨੂੰ ਬਿਲਕੁਲ ਇਸ ਤਰ੍ਹਾਂ ਹੁਣ ਟਰੀਟ ਕਰਦੀ ਹਾਂ। ਸੋਸ਼ਲ ਮੀਡੀਆ 'ਤੇ ਮੈਂ ਕੁਝ ਕਹਿਣਾ ਚਾਹੁੰਦੀ ਹਾਂ ਕਹਿ ਤਾਂ, ਬਟ ਫਿਰ ਮੈਂ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੀ ਉਸ 'ਤੇ। ਮੈਂ ਇਹ ਬਹੁਤ ਟਾਈਮ ਮੈਨੂੰ ਲੱਗਿਆ ਇਹਨੂੰ ਸਿੱਖਣ ਲਈ, ਪਹਿਲਾਂ ਮੈਂ ਬਹੁਤ ਜ਼ਿਆਦਾ ਇਫੈਕਟ ਹੁੰਦੀ ਸੀ, ਬਟ ਹੁਣ ਮੈਂ ਉਹਨੂੰ ਬਹੁਤ ਵਧੀਆ ਤਰ੍ਹਾਂ ਇਗਨੋਰ ਕਰਦੀ। ਬਿਲਕੁਲ ਸਹੀ ਗੱਲ। ਇੱਕ ਜਿਵੇਂ ਮੇਰਾ ਸਵਾਲ ਹੈ ਮਤਲਬ ਵਿਆਹ ਬਾਰੇ, ਤੁਹਾਡੇ ਜਿਵੇਂ ਇੱਕ ਚੈਪਟਰ ਹੈ ਪਾਦਰੀ
ਦੀ ਪੜ੍ਹਾਈ ਤੇ ਬਰਫ਼ ਵਿੱਚ ਨੰਗੇ ਭੱਜਦੇ ਲੋਕ। ਉਸ ਚੈਪਟਰ ਦੇ ਵਿੱਚ ਇੱਕ ਗੱਲ ਹੈ ਕਿ ਉਹ ਸਾਰੇ ਪਿੰਡ ਦੇ ਵਿੱਚ ਕਿਸੇ ਨੇ ਵਿਆਹ ਨਹੀਂ ਕਰਾਇਆ ਹੋਇਆ, ਪਰ ਸਾਰੇ ਇਕੱਠੇ ਰਹਿੰਦੇ ਨੇ ਤੇ ਕਿਸੇ ਨੂੰ ਲੋੜ ਨਹੀਂ ਮਹਿਸੂਸ ਹੁੰਦੀ ਵਿਆਹ ਦੀ। ਤਾਂ ਆਜ਼ਾਦੀ ਮੇਰਾ ਬ੍ਰਾਂਡ ਦੇ ਵਿੱਚ ਵੀ ਜਿਹੜਾ ਮੇਰਾ ਫੇਵਰੇਟ ਪੋਰਸ਼ਨ ਹੈ, ਮੈਂ ਜਦੋਂ ਸਭ ਤੋਂ ਪਹਿਲਾਂ ਜਦੋਂ ਮੈਂ ਪੜ੍ਹੀ ਸੀ, ਜੋ ਮੈਂ ਲਿਖਿਆ ਸੀ, ਉਹ ਇਹੀ ਸੀਗਾ ਵੀ ਜੇ ਮਤਲਬ ਅਰੇਂਜ ਮੈਰਿਜ ਦੀ ਤੁਸੀਂ ਕਹਿੰਦੇ ਹੋ ਜੇ ਵਿਵਸਥਾ ਇੱਕਦਮ ਖਤਮ ਹੋ ਜੇ ਤਾਂ ਸਾਡੇ ਲਈ ਇੱਕ ਜ਼ਿੰਮੇਵਾਰੀ ਬਣ ਜੂਗੀ, ਅਸੀਂ ਕਿਸੇ ਦੇ ਕਾਬਲ ਬਣਨਾ ਤਾਂ ਕਿ ਸਾਨੂੰ ਕੋਈ ਪਸੰਦ ਕਰ ਲੇ, ਅਸੀਂ ਵਿਆਹ ਕਰਾ ਸਕੀਏ। ਦੂਜਾ ਮਤਲਬ ਅਸੀਂ ਕਿਸੇ ਦੇ ਕਾਬਲ ਹੋਣਾ ਪਊਗਾ ਸਾਨੂੰ, ਤੇ ਹੁਣ ਸਾਡੇ ਉੱਤੇ ਉਹ ਬੋਝ ਨਹੀਂ ਹੈਗਾ, ਸਾਨੂੰ ਉਸ ਚੀਜ਼ ਦੀ ਸਾਡੀ ਕੋਈ ਰਿਸਪੌਂਸਿਬਿਲਿਟੀ ਨਹੀਂ। ਸਾਨੂੰ ਪਤਾ ਹੈ, ਕੁੜੀਆਂ ਨੂੰ ਪਤਾ ਹੈ ਕਿ ਮੈਨੂੰ ਕਮਾਈ ਵਾਲਾ ਮੁੰਡਾ ਮਿਲ ਜਾਣਾ ਹੈ, ਤੇ ਮੁੰਡੇ ਨੂੰ ਪਤਾ ਹੈ ਕਿ ਘਰ ਦੇ ਕੋਈ ਨਾ ਕੋਈ ਲੱਭ ਹੀ ਦੇਣਗੇ, ਤਾਂ ਵੀ ਸਾਡੇ ਤੇ ਆਪਣੇ ਤੇ ਮੁੰਡੇ ਕੁੜੀਆਂ ਸਿੱਖਦੇ ਨਹੀਂ ਹੈਗੇ। ਤਾਂ ਤੁਸੀਂ ਵਿਆਹ ਨੂੰ ਕਿਵੇਂ ਦੇਖਦੇ ਹੋ? ਮਤਲਬ ਇੰਡੀਅਨ ਸੁਸਾਇਟੀ 'ਚ ਜਾਂ ਬਾਹਰ ਵੀ ਤੁਸੀਂ ਜਿੰਨੀ ਜਗ੍ਹਾ ਦੇਖਿਆ, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜ਼ਰੂਰੀ ਹੈ ਜਾਂ ਇਹਦੇ ਕੀ ਫਾਇਦੇ ਨੇ? ਵੈਸੇ ਇਹ ਤਾਂ ਸਵਾਲ ਨਹੀਂ ਬਣਦਾ ਫਾਇਦੇ ਨੁਕਸਾਨ ਵਾਲਾ ਤਾਂ, ਪਰ ਤੁਸੀਂ ਕਿਵੇਂ ਦੇਖਦੇ ਹੋ? ਮਤਲਬ ਤੁਸੀਂ ਵੀ ਮੈਰਿਡ ਹੋ, ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? आई थिंक आश ਇਹਦਾ ਜਵਾਬ ਤੂੰ ਖੁਦ ਹੀ ਦੇਤਾ ਹੈ ਨਾ। ਮੈਂ ਪਹਿਲੇ ਕਿਤਾਬ ਤੇ ਇਹਨੂੰ ਐਡਰੈਸ ਕੀਤਾ ਹੈ ਕਿ ਆਈ ਥਿੰਕ ਅਰੇਂਜ ਮੈਰਿਜ ਤੋਂ ਸਪੈਸ਼ਲੀ ਬਹੁਤ ਹੀ ਆਬਸੋਲੀਟ ਹੋ ਚੁੱਕਿਆ ਹੈ ਤੇ ਇਹਨੂੰ ਤੋਂ ਲੀਗਲੀ ਬੈਨ ਕਰ ਦੇਣਾ ਚਾਹੀਦਾ ਹੈ। ਸਾਡੇ ਪਿੰਡ ਤੋਂ, ਮੈਨੂੰ ਨਹੀਂ ਪਤਾ ਪੰਜਾਬ ਦੇ ਪਿੰਡ ਆਈ ਥਿੰਕ ਬਹੁਤ ਸਿਮਿਲਰ ਹੋਣਗੇ, ਬਟ ਮੈਂ ਨਹੀਂ ਦੇਖਦੀ ਕਿਸੇ ਮੁੰਡਾ ਕੁੜੀ ਨੂੰ ਸਾਥ ਖੜੇ ਨਹੀਂ, ਕੋਈ ਮਤਲਬ ਕੋਈ ਤੁਰਦੇ ਹੋਏ ਹੱਥ ਫੜ ਕੇ ਘੁੰਮਦੇ ਹੋਏ ਜਾਂ ਗੱਲ ਕਰਦੇ ਹੋਏ। ਤੁਸੀਂ ਇੱਕ ਉਮਰ ਦੇ ਬਾਅਦ, ਛੋਟੇ ਬੱਚੇ ਤੁਹਾਨੂੰ ਦਿਖ ਜਾਣਗੇ, ਬਟ ਇੱਕ ਉਮਰ ਦੇ ਬਾਅਦ ਤੁਸੀਂ ਆਪਣੇ ਭਾਈ ਦੇ ਨਾਲ ਵੀ ਨਹੀਂ ਫਿਰ ਸਕਦੇ, ਹੈ ਨਾ। ਤੁਸੀਂ ਉਸ ਜੈਂਡਰ ਤੋਂ ਬਿਲਕੁਲ ਅੱਡ ਕਰ ਦਿਆ ਜਾਂਦਾ ਹੈ ਪਿੰਡਾਂ 'ਚ, ਹੈ ਨਾ। ਮਤਲਬ ਸਾਰਾ ਜੋ ਭਾਰਤ ਹੈ ਉਹ ਸ਼ਹਿਰਾਂ 'ਚ ਨਹੀਂ ਬਸਦਾ, ਹੈ ਨਾ। ਮੈਜੋਰਿਟੀ ਆਪਣੇ ਪਿੰਡ ਨੇ ਤੇ ਉਧਰ ਬਿਲਕੁਲ ਇੰਨਾ ਸੈਗਰੀਗੇਟ ਕਰ ਦਿਆ ਜਾਂਦਾ ਹੈ ਕੁੜੀਆਂ ਨੂੰ ਮੁੰਡਿਆਂ ਨੂੰ ਕੁੜੀਆਂ ਤੋਂ। ਐਂਡ ਸਡਨਲੀ ਤੁਸੀਂ ਇੱਕ ਦਿਨ ਉਹਨੂੰ ਕਹਿੰਦੇ ਹੋ ਕਿ ਇਹ ਲੋ ਜੀ, ਹੈ ਨਾ। ਦੈਨ ਯੂ ਡੋਂਟ ਨੋ ਕਿ ਉਹਦੇ ਨਾਲ ਕੀ ਕਰੀਏ। ਐਨੇ ਮੁੰਡੇ ਨੂੰ ਨਹੀਂ ਪਤਾ ਉਹ ਕੁੜੀ ਨੂੰ ਕਿਵੇਂ ਟਰੀਟ ਕਰੀਏ, ਕੁੜੀ ਨੂੰ ਨਹੀਂ ਪਤਾ ਉਹ ਮੁੰਡੇ ਨੂੰ ਕਿਵੇਂ ਟਰੀਟ ਕਰੀਏ, ਬਿਕਾਜ਼ ਤੁਸੀਂ ਪੂਰੀ ਉਮਰ ਉਹ ਟ੍ਰੇਨਿੰਗ ਤੇ ਹੋਈ ਹੀ ਨਹੀਂ। ਤੇ ਬਟ ਤੁਸੀਂ ਬਿਕਾਜ਼ ਉਹ ਤੁਹਾਡਾ ਇਹ ਅਰੇਂਜ ਮੈਰਿਜ ਦਾ ਸਿਸਟਮ ਸੀ ਤੇ ਕੋਈ ਨਾ ਕੋਈ ਤੁਹਾਨੂੰ ਲੱਭ ਕੇ ਲਿਆ ਹੀ ਦੇਗਾ ਤੇ ਤੁਸੀਂ ਉਹ ਕੋਸ਼ਿਸ਼ ਵੀ ਨਹੀਂ ਕੀਤੀ। ਆਈ ਥਿੰਕ ਇਹ ਜੇ ਬੈਨ ਹੋ ਜਾਏ ਤੇ ਤੁਹਾਨੂੰ ਕੋਸ਼ਿਸ਼ ਕਰਨੀ ਪਊਗੀ, ਜਿਵੇਂ ਤੂੰ ਕਿਹਾ, ਮੈਂ ਪਹਿਲੀ ਕਿਤਾਬ 'ਚ ਲਿਖਿਆ ਵੀ ਹੈ ਕਿ ਤੁਸੀਂ ਕਿਸੇ ਦੇ ਕਾਬਿਲ ਬਣੋਗੇ, ਹੈ ਨਾ। ਤੁਸੀਂ ਕਿਸੇ ਨੂੰ ਅਟਰੈਕਟ ਕਰਨਾ ਚਾਹੋਗੇ, ਕੋਈ ਤੁਹਾਡੇ ਤੋਂ ਗੱਲ ਕਰੇ, ਤੁਹਾਡੇ ਅੰਦਰ ਉਹ ਖੂਬੀ ਹੋਣੀ ਚਾਹੀਦੀ, ਤੁਹਾਡੀ ਬੂਆ ਦਾ ਕੋਈ ਕਨੈਕਸ਼ਨ ਸੀ ਉਹ ਨਹੀਂ ਹੋਊਗਾ। ਸੋ ਉਹਦੇ ਲਈ ਤੁਹਾਡਾ ਸਿਰਫ ਸੋਹਣੇ ਹੋਣਾ ਜਾਂ ਤੁਹਾਡਾ ਸਿਰਫ ਨੌਕਰੀ ਤੇ ਲੱਗਿਆ ਹੋਣਾ ਵੀ ਪ੍ਰੋਬੇਬਲੀ ਇਜ਼ ਨਾਟ ਇਨਫ, ਹੈ ਨਾ। ਤੁਹਾਨੂੰ ਘਰ ਚਲਾਉਣਾ, ਤੁਹਾਨੂੰ ਘਰ ਬਣਾਉਣਾ, ਕਿਸੇ ਦੇ ਲਈ ਕਾਬਿਲ ਬਣਨਾ, ਕਿਸੇ ਨੂੰ ਅਟਰੈਕਟ ਕਰਨਾ, ਕਿਸੇ ਨੂੰ ਆਪਣੇ ਪਾਸ ਇਤਨਾ ਜ਼ਿਆਦਾ ਕਿਸੇ ਨੂੰ ਆਪਣੇ ਨਾਲ ਰੱਖ ਪਾਉਣਾ ਕਿ ਉਹ ਤੁਹਾਡੇ ਨਾਲ ਪੂਰੀ ਉਮਰ ਬਿਤਾਉਣ ਨੂੰ ਰਾਜੀ ਹੋ ਜਾਏ। ਆਈ ਥਿੰਕ ਇਟਸ ਕੁਆਇਟ ਐਨ ਐਫਰਟ। ਤੋ ਬਾਹਰ ਜੋ ਹੈ ਇਹ ਆਈ ਥਿੰਕ ਇਟਸ ਕੋਈ ਜੋ ਤੁਹਾਨੂੰ ਵਿਆਹ ਦੇ ਲਈ ਪੁੱਛ ਰਿਹਾ, ਇਟਸ ਅ ਹਿਊਜ ਆਨਰ ਕਿ ਕਿਸੇ ਨੇ ਤੁਹਾਨੂੰ ਇੰਨਾ ਪਸੰਦ ਕੀਤਾ। ਬਾਕੀ ਫਾਇਦੇ ਨੁਕਸਾਨ ਤੇ ਆਪਾਂ ਨੇ ਸਾਰਿਆਂ ਨੇ ਪਤਾ ਨੇ। 10 ਸਾਲ ਬਾਅਦ ਆਈ ਥਿੰਕ ਕੰਟਰੈਕਟ ਰਿਨਿਊ ਹੋਣਾ ਚਾਹੀਦਾ ਹੈ ਸਭ ਦਾ, ਬਟ ਯਾ ਆਈ ਥਿੰਕ ਅਰੇਂਜ ਮੈਰਿਜ ਸ਼ੁੱਡ ਬੀ ਟੋਟਲੀ ਬੈਨ, ਮੈਨੂੰ ਲੱਗਦਾ। ਤੇ ਜਿਵੇਂ ਅਸੀਂ ਇਸੇ ਸਵਾਲ ਦੇ ਵਿੱਚੋਂ ਹੀ ਇੱਕ ਸਵਾਲ ਹੈ ਜੈਂਡਰ ਨੂੰ ਲੈ ਕੇ ਸਾਡੇ ਵਿੱਚ ਜਿਹੜੀ ਕੌਨਸ਼ੀਅਸਨੈਸ ਹੈ, ਮਤਲਬ ਅਸੀਂ ਬਹੁਤ ਜਿਹੜੀ ਸਾਰੀ ਕਿਤਾਬ ਹੈ ਲੋਕ ਜੋ ਮੇਰੇ ਵਿੱਚ ਰਹਿ ਗਏ, ਸਾਰੀ ਇਸੇ ਗੱਲ ਦੇ ਉੱਤੇ ਖੜੀ ਹੈ। ਤੁਸੀਂ ਕਹਿੰਦੇ ਹੋ ਕਿ ਅਸੀਂ ਬਹੁਤ ਧਾਰਨਾਵਾਂ ਬਣਾ ਲਈਆਂ ਨੇ ਲੋਕਾਂ ਬਾਰੇ, ਬਹੁਤ ਜ਼ਿਆਦਾ, ਮਤਲਬ ਇੱਕ ਪੂਰਾ ਚੈਪਟਰ ਹੈ ਇਸ ਕਿਤਾਬ ਦੇ ਵਿੱਚ ਪੱਛਮ ਦੇ ਧਾਰਨਾਵਾਂ ਹਨ, ਤੇ ਉਹ ਸਾਰਾ ਅਸੀਂ ਮਤਲਬ ਅਸੀਂ ਨਹੀਂ ਜਾਣਦੇ ਕਿਸੇ ਨੂੰ, ਪਰ ਅਸੀਂ ਮੰਨਦੇ ਹਾਂ ਕਿ ਗੋਰੇ ਇੱਦਾਂ ਹੁੰਦੇ ਨੇ, ਕਾਲੇ ਇੱਦਾਂ ਹੋਣਗੇ, ਮੁਸਲਮਾਨ ਇੱਦਾਂ ਹੋਣਗੇ, ਸਿੱਖ ਇੱਦਾਂ ਹੁੰਦੇ ਨੇ, ਪੁਲਿਸ ਵਾਲੇ ਇੱਦਾਂ ਹੁੰਦੇ ਨੇ, ਫੌਜੀ ਇੱਦਾਂ ਹੁੰਦੇ ਨੇ। ਅਸੀਂ ਹਰ ਚੀਜ਼ ਨੂੰ ਅਸੀਂ ਸੈਕਸ਼ਨਸ ਦੇ ਵਿੱਚ ਵੰਡ ਕੇ ਅਸੀਂ ਉਹਨਾਂ ਬਾਰੇ ਧਾਰਨਾਵਾਂ ਬਣਾ ਲਈਆਂ। ਤੁਸੀਂ ਇਹਨੂੰ ਇਸ ਕਿਤਾਬ ਦੇ ਵਿੱਚ ਬਹੁਤ ਵਧੀਆ ਡੀਲ ਵੀ ਕੀਤਾ, ਪਰ ਇੱਕ ਜਿਵੇਂ ਜੈਂਡਰ ਕੌਨਸ਼ੀਅਸਨੈਸ ਹੈ ਸਾਡੇ ਵਿੱਚ ਮਤਲਬ ਬਿਲਕੁਲ ਵੀ ਨਹੀਂ। ਤੁਸੀਂ ਇੱਕ ਲੈਸਬੀਅਨ ਕੁੜੀਆਂ ਨੂੰ ਮਿਲਦੇ ਹੋ, ਇੱਕ ਗੇ ਮੁੰਡੇ ਦੇ ਘਰੇ ਰੁਕਦੇ ਹੋ ਤੇ ਤੁਸੀਂ ਉੱਥੇ ਵੀ ਗੱਲ ਕਰਦੇ ਹੋ ਕਿ ਵੀ ਮੈਂ ਸੋਚ ਰਹੀ ਸੀ ਵੀ ਇਹ ਗੇ ਰਿਲੇਸ਼ਨਸ਼ਿਪ ਵੀ ਲੈਸਬੀਅਨ ਵਰਗਾ ਹੋਊਗਾ, ਪਰ ਫਿਰ ਤੁਹਾਨੂੰ ਲੱਗੇ ਕਿ ਨਹੀਂ, ਕਿਉਂਕਿ ਸਾਰੇ ਹੋਮੋਸੈਕਸ਼ੂਅਲ ਇੱਕ ਤਰ੍ਹਾਂ ਦੇ ਨਹੀਂ ਹੁੰਦੇ, ਤਾਂ ਇਹ ਵੀ ਇੱਕੋ ਜਿਹਾ ਨਹੀਂ ਹੁੰਦੇ। ਤਾਂ ਤੁਸੀਂ ਮਤਲਬ ਇੰਡੀਆ ਦੇ ਵਿੱਚ ਜੈਂਡਰ ਕੌਨਸ਼ੀਅਸਨੈਸ ਨੂੰ ਲੈ ਕੇ ਤੁਸੀਂ ਕੀ ਦੇਖਦੇ ਹੋ? ਮਤਲਬ ਤੁਸੀਂ ਪੁਣੇ ਰਹਿੰਦੇ ਹੋ ਤੇ ਤੁਸੀਂ ਹਰਿਆਣੇ ਵੀ ਰਹਿੰਦੇ ਹੋ, ਫਿਰ ਤੁਸੀਂ ਪੰਜਾਬ 'ਚ ਵੀ ਆਉਂਦੇ ਹੋ, ਤੁਸੀਂ ਤਕਰੀਬਨ ਮਤਲਬ ਚਾਰੋਂ ਔਰ ਦੇਖਦੇ ਹੋ। ਤੁਹਾਨੂੰ ਕੀ ਲੱਗਦਾ ਕਿ ਜੈਂਡਰ ਨੂੰ ਲੈ ਕੇ ਅਸੀਂ ਕਿੰਨੇ ਕੁ ਸੈਂਸਿਟਿਵ ਹੈਗੇ ਹਾਂ ਤੇ ਕਿੱਥੇ ਕਿ ਜੇ ਅਸੀਂ ਖੜੇ ਹਾਂ? I don't know exactly, Ash, what do you want to ask?
ਜੋ ਮੈਂ ਸਮਝਦੀ ਹਾਂ, ਜਿਵੇਂ ਮੈਂ ਪਹਿਲੇ ਜਵਾਬ 'ਚ ਮੈਂ ਜੋ ਗੱਲ ਕਹੀ ਕਿ ਆਪਾਂ ਬਹੁਤ ਜ਼ਿਆਦਾ ਸੈਗਰੀਗੇਟ ਕਰਕੇ ਉਹਨੂੰ ਰੱਖ ਦਿੰਦੇ ਹਾਂ ਅਤੇ ਆਪਣੀ ਜਾਣ ਪਛਾਣ ਹੀ ਨਹੀਂ ਆਪਾਂ ਕਰਦੇ, ਆਪਾਂ ਉਹਨੂੰ ਦੋ ਅੱਡ ਏਲੀਅਨਸ ਵਾਂਗੂ ਟਰੀਟ ਕਰਦੇ ਹਾਂ ਕਿ ਇਹ ਅੱਡ ਜੀਵ ਹੀ ਨੇ, ਜਿਵੇਂ ਅੱਡ ਹੀ ਪ੍ਰਜਾਤੀ ਹੈ। ਤੋ ਆਈ ਥਿੰਕ ਇਹ ਬਹੁਤ ਸ਼ੁਰੂ ਤੋਂ ਸ਼ੁਰੂ ਹੋ ਜਾਂਦਾ ਹੈ। ਹੁਣ ਵੀ ਮੈਂ ਕੱਲ੍ਹ ਪਰਸੋਂ ਵੀ ਆਪਣੀ ਭਾਂਜੀ ਨਾਲ ਜਦ ਗੱਲ ਕਰ ਰਹੀ ਸੀ, ਉਹ ਮੈਂ ਕਿਹਾ ਤੂੰ ਕਿੱਧਰ ਬੈਠਦੀ ਹੈ, ਕਹਿੰਦੀ ਉਹ ਇੱਧਰ ਕੁੜੀਆਂ ਵਾਲੀ ਲਾਈਨ 'ਚ ਬੈਠਦੀਆਂ, ਇੱਧਰ 2 ਲਾਈਨ ਕੁੜੀਆਂ ਦੀ ਨੇ, 2 ਲਾਈਨ ਮੁੰਡਿਆਂ ਦੀ ਨੇ। ਅਤੇ ਇਹ ਸੈਗਰੀਗੇਸ਼ਨ ਮੈਨੂੰ ਸਮਝ ਨਹੀਂ ਆ ਰਿਹਾ ਕਿ ਬਹੁਤ ਛੋਟੇ ਤੋਂ ਇੰਨਾ ਸੈਗਰੀਗੇਸ਼ਨ ਸ਼ੁਰੂ ਹੋ ਜਾਂਦਾ ਹੈ। ਅਤੇ ਤੁਸੀਂ ਸਮਾਜ ਇਕੱਠੇ ਦਾ ਹੈ ਨਾ, ਤੁਸੀਂ ਘਰ ਯੂਨਿਟ ਜੋ ਹੈ ਉਹ 2 ਜੈਂਡਰ ਮਿਲ ਕੇ ਬਣਾਉਂਦੇ ਨੇ, ਅਤੇ ਉਹ ਬਹੁਤ ਬਚਪਨ ਤੋਂ ਤੁਹਾਨੂੰ ਉਹ ਸਿਖਾ ਦਿਆ ਜਾਂਦਾ ਹੈ ਕਿ ਅੱਡ ਨੇ। ਸੋ I don't know what you really want to ask, but I think ਇਹ segregation ਆਪਣੇ ਇੱਧਰ ਜ਼ਿਆਦਾ ਹੈ। ਅਤੇ ਮੈਂ ਜੇ ਬਾਹਰ ਦੇਖਦੀ ਹਾਂ ਮੈਨੂੰ ਲੱਗਦਾ ਹੈ ਕਿ ਕਿਉਂਕਿ ਤੁਸੀਂ ਇੰਨਾ ਸੈਗਰੀਗੇਟ ਕਰਤਾ ਅਤੇ ਤੁਸੀਂ ਬਾਇਸਿਸ ਬਣਾ ਲਏ ਹੈ ਨਾ, ਤੁਸੀਂ ਫਿਰ ਤੁਹਾਨੂੰ ਲੱਗਦਾ ਹਾਂ ਕੁੜੀਆਂ ਇਸ ਤਰ੍ਹਾਂ ਦੀ ਹੁੰਦੇ ਨੇ। ਕੱਲ੍ਹ ਹੀ ਮੈਂ ਉਰਦੂ ਕਲਾਸ ਜਬ ਕਰ ਰਹੀ ਸੀ ਤਾਂ ਬੈਠੇ ਸੀ, ਤਾਂ ਉਹ ਕੁੜੀ ਕਹਿ ਰਹੀ ਕਿ ਹਾਂ ਜਬ ਅਸੀਂ ਫਰੋਕ ਕੱਢਦੇ ਹਾਂ ਤਾਂ ਕੁੜੀਆਂ ਨੂੰ ਜ਼ਿਆਦਾ ਪ੍ਰੋਬਲਮ, ਤੁਹਾਨੂੰ ਇਹ ਬਣਾ ਲਿਆ ਕਿ ਕੁੜੀਆਂ ਜਦ ਦਇਆਲੂ ਹੁੰਦੀਆਂ। ਪ੍ਰੋਬੇਬਲੀ ਨਹੀਂ, ਪ੍ਰੋਬੇਬਲੀ ਕੋਈ ਮੁੰਡਾ ਕੁੜੀ ਤੋਂ ਜ਼ਿਆਦਾ ਦਇਆਲੂ ਹੋ ਸਕਦਾ ਹੈ, ਕੋਈ ਪ੍ਰੋਬੇਬਲੀ ਉਹਦਾ ਹਾਰਟ ਉਸ ਤੋਂ ਜ਼ਿਆਦਾ ਉਹ ਹੋ ਸਕਦਾ ਹੈ, ਬਟ ਬਿਕਾਜ਼ ਅਸੀਂ ਫੈਮਿਲੀਅਰ ਹੀ ਨਹੀਂ ਕਰਦੇ ਹੈ ਨਾ, ਅਸੀਂ ਇੰਨਾ ਜ਼ਿਆਦਾ ਸੈਗਰੀਗੇਟ ਕਰ ਲਿਆ ਕਿ ਫਿਰ ਆਪਾਂ ਬਾਇਸਿਸ ਬਣਾਉਂਦੇ ਹਾਂ। ਫਿਰ ਆਪਾਂ ਇਹ ਬਣਾਉਂਦੇ ਕਿ ਹਾਂ ਕੁੜੀਆਂ ਇਸ ਤਰ੍ਹਾਂ ਦੀ ਹੋਣਗੀ, ਜ਼ਿਆਦਾ ਸ਼ਰਮੀਲੀ ਹੁੰਦੀ ਹੋਣਗੀ, ਜ਼ਿਆਦਾ ਨਰਮ ਹੁੰਦੀ ਹੋਣਗੀ। ਨਹੀਂ, ਜ਼ਰੂਰੀ ਨਹੀਂ ਹੈ। ਇੱਕ ਮੁੰਡਾ ਜ਼ਿਆਦਾ ਮੇਰੇ ਤੋਂ ਜ਼ਿਆਦਾ ਸ਼ਰਮੀਲਾ ਹੈ ਪ੍ਰੋਬੇਬਲੀ, ਤਾਂ ਉਹ ਜ਼ਿਆਦਾ ਸ਼ਰਮੀਲੇ ਹੋ ਸਕਦੇ ਨੇ, ਉਹ ਜ਼ਿਆਦਾ ਬਾਇਸਿਸ ਇਸ ਬਣਨਗੇ ਬਿਕਾਜ਼ ਤੁਸੀਂ ਫੈਮਿਲੀਅਰ ਨਹੀਂ ਕੀਤਾ। ਅਤੇ ਤੁਸੀਂ ਬਾਇਸਿਸ 'ਤੇ ਜਬ ਡੀਲ ਕਰੋਗੇ, ਉਹ ਇਵੇਂ ਫਿਕਸ਼ਨ 'ਚ ਰਹਿਣਾ ਹੈ ਜਿਵੇਂ ਤੁਹਾਨੂੰ ਪਤਾ ਤਾਂ ਹੈ ਨਹੀਂ, ਬਟ ਤੁਸੀਂ ਇਜ਼ ਲਾਈਕ ਹਾਂ ਕੁੜੀ ਹੈ ਤਾਂ ਉਹ ਇਕੱਲੀ ਕਿਵੇਂ, ਉਹ ਤਾਂ ਜਾ ਹੀ ਨਹੀਂ ਪਾਊਗੀ। ਤੁਸੀਂ ਪਹਿਲਾਂ ਹੀ ਅਜ਼ਿਊਮ ਕਰ ਲਿਆ ਕਿ ਉਹ ਕੁੜੀ ਹੈ ਤਾਂ ਉਹ ਇਕੱਲੀ ਫਿਰ ਉਹ ਆਊਗੀ ਤਾਂ ਉਹਨੂੰ ਜ਼ਿਆਦਾ ਦਿੱਕਤ ਹੋਊਗੀ, ਅਤੇ ਮੁੰਡੇ ਤੋਂ ਤੁਸੀਂ ਆਲਰੇਡੀ ਅਜ਼ਿਊਮ ਕਰ ਲਿਆ ਕਿ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਊਗੀ, ਹੋ ਸਕਦਾ ਉਹਨੂੰ ਹੋ ਜਾਏ। ਸੋ ਇੰਸਟੈਡ ਆਫ ਬੇਸਡ ਔਨ ਜੈਂਡਰ, ਤਾਂ ਤੁਸੀਂ ਪਰਸਨ ਟੂ ਪਰਸਨ ਹੈ ਨਾ, ਹਰ ਇਨਸਾਨ ਅੱਡ ਹੁੰਦਾ ਹੈ, ਹਰ ਇੱਕ ਇਨਸਾਨ ਦੀ ਅੱਡ ਕੁਆਲਿਟੀਜ਼ ਹੁੰਦੀਆਂ, ਅੱਡ ਉਹਦੇ ਡਰ ਹੁੰਦੇ ਨੇ, ਅੱਡ ਉਹਦੇ ਸੁਭਾਅ ਹੁੰਦਾ ਹੈ। ਬਟ ਮੈਂ ਇਹ ਲੱਗਿਆ ਕਿ ਆਪਣੇ ਇੱਧਰ ਇਹ ਜ਼ਿਆਦਾ ਸੈਗਰੀਗੇਸ਼ਨ ਹੈ ਅਤੇ ਜ਼ਿਆਦਾ ਅਨਫੈਮਿਲੀਅਰ ਟੈਰੀਟਰੀ, ਅਨਚਾਰਟਡ ਟੈਰੀਟਰੀ ਹੈ ਉਹ। ਬਟ ਮੈਂ ਥੋੜ੍ਹਾ ਦੇਖਦੀ ਹਾਂ ਕਿ ਬਾਹਰ ਜਿਵੇਂ ਮੈਂ ਤੁਰਦੀ ਹਾਂ, ਮੈਨੂੰ ਏਲੀਅਨ ਵਰਗਾ ਨਹੀਂ ਫੀਲ ਹੁੰਦਾ। ਮੈਨੂੰ ਲੱਗਦਾ ਹੈ ਕਿ ਮੁੰਡਾ ਕੁੜੀ ਆਪਸ 'ਚ ਉਹ ਜ਼ਿਆਦਾ ਪਹਿਚਾਣ ਹੈ ਉਹਨਾਂ ਦੀ, ਹੈ ਨਾ, ਉਹ ਇੱਕ ਦੂਜੇ ਨੂੰ ਜ਼ਿਆਦਾ ਪਹਿਚਾਣਦੇ ਨੇ। ਇੱਧਰ I don't know, I'm jumping topic, sorry, but ਕਈ ਵਾਰੀ ਜਬ ਕੁੜੀ ਬਾਹਰ ਨਿਕਲਦੀ ਹੈ, ਜੇ ਦਿੱਲੀ 'ਚ ਜੋ ਕੇਸ ਹੋਇਆ ਜਾਂ ਬਾਹਰ ਹੁਣ ਸ਼ਹਿਰਾਂ 'ਚ ਕੋਈ ਬਹੁਤ ਗਰੂਸਮ ਹੈਰੈਸਮੈਂਟ ਕੇਸ ਹੁੰਦੇ ਨੇ, ਅਤੇ ਕਈ ਵਾਰੀ ਤਾਂ ਉਹਨੂੰ ਪਨਿਸ਼ ਕਰਨ ਲਈ ਕਿਹਾ ਜਾਂਦਾ ਕਿ ਉਹ ਕੁੜੀ ਸੀ ਬਾਹਰ ਸੀ, ਸੋ ਲੈਟਸ ਪਨਿਸ਼ ਹਰ, ਹੈ ਨਾ, ਕਿ ਬਿਕੋਜ਼ ਤੁਸੀਂ ਅਜ਼ਿਊਮ ਕਰ ਲਿਆ ਕਿ ਕੁੜੀ ਦੀ ਜੋ ਸਪੇਸ ਹੈ, ਜੋ ਥਾਂ ਹੈ, ਉਹ ਘਰ ਦੇ ਬਾਹਰ ਹੈ ਹੀ ਨਹੀਂ। ਸੇ ਬਿਕਾਜ਼ ਯੂ ਵਰ ਨੈਵਰ ਟੋਲਡ, ਤੁਸੀਂ ਬਚਪਨ 'ਚ ਤੁਸੀਂ ਕਿਸੇ ਨੇ ਦੱਸਿਆ ਹੀ ਨਹੀਂ, ਤੁਸੀਂ ਕਿਸੇ ਨੇ ਉਹਦੇ ਨਾਲ ਫੈਮਿਲੀਅਰ ਹੀ ਨਹੀਂ ਕਰਾਇਆ, ਤਾਂ ਤੁਸੀਂ ਕਿਸੇ ਕੁੜੀ ਨੂੰ ਇਕੱਲੀ ਨੂੰ ਬਾਹਰ ਦੇਖਦੇ ਹੋ, ਤੁਸੀਂ ਇੱਕਦਮ ਤੋਂ ਇਹ ਹੁੰਦਾ ਕਿ ਇਹਦੇ ਨਾਲ ਹੁਣ ਕੀ ਕਰੀਏ, ਇਹਨੂੰ ਪਨਿਸ਼ ਕਰੀਏ ਜਾਂ ਇਹਨੂੰ ਘਰ ਛੱਡ ਕੇ ਆਈਏ। ਮੈਂ ਕੁਛ ਨਹੀਂ ਚਾਹੁੰਦੀ, ਨਾ ਮੈਂ ਪਨਿਸ਼ਮੈਂਟ ਚਾਹੁੰਦੀ, ਨਾ ਮੈਂ ਇਹ ਚਾਹੁੰਦੀ ਮੈਨੂੰ ਘਰੇ ਛੱਡ ਕੇ ਆਓ, ਮੈਨੂੰ ਬਸ ਰਹਿਣ ਦਿਓ ਉੱਧਰ, ਹੈ ਨਾ। ਜਿਵੇਂ ਕਿਤੇ ਬਾਹਰ ਬੱਸ 'ਚ ਤੁਰ ਰਹੀ ਹਾਂ, ਜਾਂ ਮੈਂ ਕਿਤੇ ਯੂਨੀਵਰਸਿਟੀ 'ਚ ਤੁਰ ਰਹੀ ਹਾਂ, ਜਾਂ ਸ਼ਹਿਰ 'ਚ ਤੁਰ ਰਹੀ ਹਾਂ, ਸੋ ਸਡਨਲੀ ਕੁੜੀ ਨੂੰ ਇਕੱਲੀ ਨੂੰ ਦੇਖ ਕੇ ਗੋ ਲਾਈਕ ਅੱਛਾ ਮੈਂ ਤੁਹਾਨੂੰ ਛੱਡ ਆਉਂਦਾ। ਨਹੀਂ, ਉਹ ਵੀ ਉਹੀ ਸੇਮ ਹੈ, ਤੁਸੀਂ ਜੈਂਡਰ ਬਾਇਸ ਬਣਾ ਲਿਆ ਕਿ ਕੁੜੀਆਂ ਨੂੰ ਅਸੀਂ ਵਧੀਆ ਮੁੰਡੇ ਹਾਂ ਕਿਉਂਕਿ ਮੈਂ ਤੁਹਾਨੂੰ ਪ੍ਰੋਟੈਕਟ ਕਰਦਾ, ਮੈਨੂੰ ਉਹ ਵੀ ਨਹੀਂ ਚਾਹੀਦਾ, ਮੈਨੂੰ ਉਹ ਵੀ ਨਹੀਂ, ਉਹ ਪ੍ਰੋਟੈਕਸ਼ਨ ਵੀ ਨਹੀਂ ਚਾਹੀਦੀ, ਅਤੇ ਮੈਨੂੰ ਉਹ ਵੀ ਨਹੀਂ ਚਾਹੀਦਾ ਕਿ ਤੁਸੀਂ ਮੈਨੂੰ ਅਬਿਊਜ਼ ਕਰੋ ਜਾਂ ਕੁਛ ਕਰੋ, ਛੱਡ ਦਿਓ, ਜਸਟ ਲੀਵ ਮੀ ਬੀ। ਅਤੇ ਮੈਨੂੰ ਕੁਛ ਲੋੜ ਹੋਊਗੀ ਤਾਂ ਮੈਂ ਪੁੱਛ ਲਾਂਗੀ। ਸੋ ਆਈ ਥਿੰਕ ਦੈਟ ਹੈਪਨਸ ਅ ਲੋਟ, ਕਿਉਂਕਿ ਤੁਸੀਂ ਅਜ਼ਿਊਮ ਕਰ ਲਿਆ ਕਿ ਕੁੜੀ ਦੀ ਸਪੇਸ ਇਹ ਹੈ, ਤੁਸੀਂ ਅਜ਼ਿਊਮ ਕਰ ਲਿਆ ਕਿ ਕੁੜੀ ਡਰ ਜੂਗੀ, ਤੁਸੀਂ ਅਜ਼ਿਊਮ ਕਰ ਲਿਆ ਕਿ ਕੁੜੀ ਘਰੋਂ ਬਾਹਰ ਹੈ ਤਾਂ ਗਲਤ ਹੈ, ਤੁਸੀਂ ਅਜ਼ਿਊਮ ਕਰ ਲਿਆ, ਤੁਸੀਂ ਬਹੁਤ ਸਾਰੀ ਚੀਜ਼ਾਂ ਅਜ਼ਿਊਮ ਕਰ ਲਈ, ਤੁਸੀਂ ਕਦੇ ਉਸ ਤੋਂ ਪੁੱਛਿਆ ਨਹੀਂ, ਕਦੇ ਗੱਲ ਨਹੀਂ ਕੀਤੀ, ਤੁਸੀਂ ਬਸ ਅਜ਼ਿਊਮ ਕਰ ਲਿਆ। ਕਿਵੇਂ ਅਜ਼ਿਊਮ ਕਰ ਲਿਆ? ਕੋਈ ਫਿਲਮਾਂ ਦੇਖ ਕੇ, ਕਿ ਕੋਈ ਗੱਲ ਸੁਣ ਕੇ, ਹੈ ਨਾ, ਬਟ ਤੁਸੀਂ ਕਦੇ ਉਹਦੇ ਨਾਲ ਬੈਠ ਕੇ ਨਹੀਂ ਗੱਲ ਕੀਤੀ ਕਿ ਤੂੰ ਕਿਉਂ ਬਾਹਰ ਹੈ। ਪ੍ਰੋਬਲਮ ਕਹੋਗੀ ਮੈਨੂੰ ਵੀ ਨਹੀਂ ਪਤਾ, ਮੈਂ ਬਾਹਰ ਚਾਹ ਪੀਣਾ ਹੀ ਸੀ। ਸੋ ਯਾ ਜਿਵੇਂ ਜਿਹੜੀ ਤੁਸੀਂ ਗੱਲ ਕਹੀ ਉਹਦੇ ਨਾਲ ਮੈਨੂੰ ਲੱਗਦਾ ਤੁਹਾਡੇ ਹਰਿਆਣੇ 'ਚ ਵੀ ਹੋਊਗਾ ਇਸ ਤਰ੍ਹਾਂ ਦੀ ਕੋਈ ਗੱਲ, ਜਿਵੇਂ ਛੋਟੇ ਹੁੰਦੇ ਮੁੰਡਿਆਂ ਨੂੰ ਕਹਿ ਦਿੱਤਾ ਜਾਂਦਾ ਕਿ ਕੁੜੀਆਂ ਨਾਲ ਨਹੀਂ ਬੈਠਣਾ, ਕੰਨ ਪੱਕ ਜਾਂਦੇ ਆ। ਮੈਂ ਅਕਸਰ ਜਦੋਂ ਵੀ ਇਹਨਾਂ ਦੀ ਕਿਤਾਬ ਪੜ੍ਹਦਾ, ਮੇਰੇ ਇਹ ਗੱਲ ਹਮੇਸ਼ਾ ਦਿਮਾਗ 'ਚ ਆਉਂਦੀ ਹੈ ਕਿ ਅਸੀਂ ਮਤਲਬ ਕਿੰਨੀ ਛੋਟੀ ਉਮਰ ਤੋਂ ਅਸੀਂ ਇਹ ਚੀਜ਼ਾਂ ਸਿਖਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਉਧਰ ਵੀ ਸਿਰਫ ਪਿੰਡਾਂ 'ਚ ਨਹੀਂ, ਸ਼ਹਿਰਾਂ 'ਚ ਵੀ ਹੁੰਦਾ ਹੈ ਕਿ ਮੈਨੂੰ ਪਤਾ ਹੈ ਮੇਰੀ ਜਿਨ੍ਹਾਂ ਦੇ ਜਿਨ ਫਰੈਂਡਸ ਦੇ ਮੁੰਡੇ ਨੇ,
ਤੋ ਉਹ ਕਹਿੰਦੇ ਨੇ ਇਹਨੂੰ ਕੁੜੀਆਂ ਨਾਲ ਗੱਲ ਕਰਨਾ ਬਿਲਕੁਲ ਨਹੀਂ ਪਸੰਦ। ਉਹ ਬਹੁਤ ਪ੍ਰਾਊਡਲੀ ਕਹਿੰਦੇ ਨੇ ਕਿ ਇਹ ਨਹੀਂ ਗੱਲ ਕਰਦਾ, ਇਹਨੂੰ ਨਹੀਂ ਪਸੰਦ। ਉਹਨੂੰ ਵੀ ਬਹੁਤ ਜਿਵੇਂ ਮੈਂ ਆਪਣੇ ਪੰਜ ਨੂੰ ਬਾਰ-ਬਾਰ ਪੁੱਛਦੀ ਹਾਂ ਕਿ ਤੇਰੇ ਦੋਸਤ ਨੇ, ਤੇ ਉਹ ਬਹੁਤ ਘੱਟ ਮੁੰਡਿਆਂ ਦੇ ਨਾਂ ਆਉਂਦੇ ਨੇ, ਹੈ ਨਾ। ਤੇ ਮੁੰਡਿਆਂ ਨੂੰ ਵੀ ਬਹੁਤ ਪ੍ਰਾਊਡਲੀ, ਮਾਵਾਂ ਉਹਨਾਂ ਦੀ ਪਰਿਵਾਰ ਵਾਲੇ ਬਹੁਤ ਪ੍ਰਾਊਡਲੀ ਕਹਿੰਦੇ ਨੇ ਕਿ ਇਹਨੂੰ ਨਹੀਂ ਪਸੰਦ ਕੁੜੀਆਂ ਨਾਲ ਗੱਲ ਕਰਨਾ। ਕਿਉਂ ਭਾਈ, ਮਤਲਬ ਵਾਈ। ਤੋ ਹੁਣ ਕਿਤਾਬਾਂ ਬਾਰੇ ਕੁਝ ਸਵਾਲ ਨੇ। ਤੁਹਾਡੀ ਕਿਤਾਬ ਨੂੰ ਜਾਂ ਤੁਹਾਡੇ ਬਾਰੇ ਬਹੁਤ ਸਾਰੇ ਮਤਲਬ ਸਮਾਜ ਦੇ ਵਿੱਚ ਬਹੁਤ ਸਾਰੇ ਜਿਵੇਂ ਸਾਡੇ ਪੋਲੀਟੀਕਲ ਧੜੇ ਨੇ, ਸਾਡੇ ਬਹੁਤ ਸਮਾਜਿਕ ਆਰਗੇਨਾਈਜੇਸ਼ਨਾਂ ਨੇ, ਬਹੁਤ ਕੁਛ ਹੈ ਨਾ। ਉਹ ਸਾਰੇ ਮਤਲਬ ਕੁਛ ਲੋਕ ਕਹਿੰਦੇ ਨੇ ਵੀ ਤੁਹਾਡੀਆਂ ਕਿਤਾਬਾਂ ਜਿਹੜੀਆਂ ਨੇ ਕਿਸੇ ਵਿਚਾਰਧਾਰਕ ਖਾਂਚੇ ਦੇ ਵਿੱਚ ਫਿੱਟ ਨਹੀਂ ਹੁੰਦੀਆਂ। ਕੁਛ ਕਹਿੰਦੇ ਨੇ ਇਹ ਲਿਬਰਲ ਨੇ, ਕੁਛ ਕਹਿੰਦੇ ਨੇ ਜੀ ਨਹੀਂ ਜੀ ਇਹ ਤਾਂ ਬਹੁਤ, ਇਸ ਕਿਤਾਬ ਨੂੰ ਪੜ੍ਹ ਕੇ ਕਹਿੰਦੇ ਬਹੁਤ ਅਧਿਆਤਮਿਕ ਗੱਲ ਕਰਦੇ ਨੇ, ਵਿੱਚੋਂ ਕਈ ਵਾਰੀ ਲੱਗਦਾ ਕਿ ਬਸ ਮਤਲਬ ਨਹੀਂ ਬਿਲਕੁਲ ਦੇਹਵਾਦੀ ਗੱਲ ਕਰਦੇ ਨੇ ਮਤਲਬ। ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮਤਲਬ ਕਹਿੰਦੇ ਨੇ ਵੀ ਕਿਸੇ ਸੰਚ 'ਚ ਨਹੀਂ ਫਿੱਟ ਹੁੰਦੀਆਂ। ਤੇ ਜਿਵੇਂ ਤੁਸੀਂ ਗੱਲ ਕਰਦੇ ਹੋ ਵੈਰਾਈਟੀ ਦੀ, ਬਹੁਤ ਜ਼ਿਆਦਾ ਵੈਰਾਈਟੀ ਹੈ, ਬਹੁਤ ਜ਼ਿਆਦਾ ਡਾਇਵਰਸਿਟੀ ਹੈ, ਤੇ ਤੁਸੀਂ ਆਪਣੀ ਕਿਤਾਬ ਨੂੰ ਇਸ 'ਚ ਕਿਵੇਂ ਦੇਖਦੇ ਹੋ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਰਸ਼ ਕਿ ਮੈਂ ਫਿੱਟ ਨਹੀਂ ਹੁੰਦੀ, ਕਿਉਂਕਿ ਦ ਹੋਲ ਆਈਡੀਆ ਇਸ ਕਿ ਕੋਈ ਵੀ ਕਿੱਧਰ ਵੀ ਫਿੱਟ ਨਹੀਂ ਹੁੰਦਾ, ਤੇ ਕਿਸੇ ਨੂੰ ਵੀ ਕਿੱਧਰ ਵੀ ਫਿੱਟ ਹੋਣ ਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। तो आई एम ग्लैड कि मेरी किताब किते भी फिट नहीं होंगी। मैंने भी पता नहीं कि किस चीज़ की किताब है, मैं भी किते भी फिट नहीं होंगी। सो आई एम ग्लैड ना मेरा कोई में साइज़ है, ना कोई में फिटिंग है कि भाई इधर तू फिट हो जाएगी। एंड आई थिंक कोई भी नहीं होता। आई थिंक nobody fits anywhere and nobody should fit anywhere and nobody should try to fit anyone anywhere। and so we are everything and we sometimes ਆਪਾਂ ਸਾਰੇ ਕਿਤੇ ਫਿੱਟ ਹੋ ਜਾਂਦੇ ਹਾਂ, ਕਈ ਵਾਰੀ ਆਪਾਂ ਕਿਤੇ ਵੀ ਨਹੀਂ ਫਿੱਟ ਹੋ ਸਕਦੇ। ਦਿਨ ਅੱਡ ਹੁੰਦਾ ਹੈ, ਸਮਾਂ ਅੱਡ ਹੁੰਦਾ ਹੈ, ਲੋਕ ਅੱਡ ਹੁੰਦੇ ਨੇ। ਤੇ ਕੋਈ ਵੀ ਮੈਂ ਇੰਟਰੋਵਰਟ ਹਾਂ, ਮੈਂ ਐਕਸਟਰੋਵਰਟ ਹਾਂ, ਇਹ ਵੀ ਮੈਨੂੰ ਬਕਵਾਸ ਲੱਗਦਾ ਹੈ। ਕਈ ਵਾਰੀ ਮੈਂ ਬਹੁਤ ਜ਼ਿਆਦਾ ਇੰਟਰੋਵਰਟ ਹੁੰਦੀ ਹਾਂ, ਕਈ ਵਾਰ ਮੈਂ ਬਹੁਤ ਜ਼ਿਆਦਾ ਐਕਸਟਰੋਵਰਟ ਹੁੰਦੀ ਹਾਂ। ਉਹ ਵੀ ਦਿਨ ਸਮਾਂ ਹੁੰਦਾ ਹੈ, ਅਤੇ ਉਹ ਵੀ ਤੁਹਾਡੀ ਅਪੋਰਚੁਨਿਟੀ ਹੁੰਦੀ ਹੈ। ਤੁਹਾਨੂੰ ਕਿਸ ਤਰ੍ਹਾਂ ਦੀ ਅਪੋਰਚੁਨਿਟੀ ਮਿਲੀ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਕੰਪਨੀ ਮਿਲੀ ਹੈ, ਤੁਸੀਂ ਕਿਸ ਤਰ੍ਹਾਂ ਦੀ ਗੱਲ ਕਰ ਸਕਦੇ ਹੋ। ਤੂੰ ਸਭ ਤਰ੍ਹਾਂ ਦੀ ਗੱਲ ਕਰ ਸਕਦਾ ਹੈ, ਡਿਪੈਂਡ ਕਰਦਾ ਤੇਰੇ ਸਾਹਮਣੇ ਕੌਣ ਬੈਠਾ ਹੈ, ਤੂੰ ਕਿੱਧਰ ਬੈਠਾ ਹੈ, ਕਿਹਦੇ ਨਾਲ ਤੂੰ ਗੱਲ ਕਰ ਰਿਹਾ, ਤੂੰ ਕਿਸ ਸਮਾਜ 'ਚ ਹੈ, ਤੂੰ ਕਿਸ ਮੂਡ 'ਚ ਹੈ। ਸੋ ਆਈ ਥਿੰਕ ਵੀ ਆਪਾਂ ਸਾਰਾ ਸਭ ਕੁਛ ਹਾਂ। ਇਹ ਅਧਿਆਤਮਿਕ ਗੱਲ ਹੋ ਗਈ। ਹੁਣ ਕਹਿੰਗੇ ਹੁਣ ਇਹਨੂੰ ਇੱਧਰ ਫਿੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਈ ਥਿੰਕ ਫਿਟਿੰਗ 'ਤੇ ਮੈਂ ਤੇ ਫਿਟਿੰਗ ਵਾਲੇ ਤੇ ਮੈਂ ਕੱਪੜੇ ਵੀ ਨਹੀਂ ਪਾਏ ਕਿਤੇ। ਇੱਕ ਸਵਾਲ ਮੇਰਾ ਤੁਹਾਡੀ ਭਾਸ਼ਾ ਨੂੰ ਲੈ ਕੇ ਹੈ, ਇਹ ਮੇਰਾ ਆਖਰੀ ਸਵਾਲ ਹੋਊਗਾ ਪ੍ਰੋਬੇਬਲੀ, ਜੇ ਇਹਦੇ ਵਿੱਚੋਂ ਕੋਈ ਸਵਾਲ ਨਾ ਨਿਕਲੇ। ਭਾਸ਼ਾ ਨੂੰ ਲੈ ਕੇ ਤੁਹਾਡੀ ਭਾਸ਼ਾ ਬਿਲਕੁਲ ਵੱਖਰੀ ਹੈ, ਜਿਹਨੂੰ ਅੱਜ ਕੱਲ੍ਹ ਅਸੀਂ ਨਵੀਂ ਹਿੰਦੀ ਕਹਿੰਦੇ ਹਾਂ। ਵਿੱਚ ਅੰਗਰੇਜ਼ੀ ਮਿਕਸ ਹੈ, ਵਿੱਚ ਮਤਲਬ ਹਰਿਆਣਵੀ ਦੇ ਸ਼ਬਦ ਨੇ ਵਿੱਚ। ਵੈਸੇ ਤਾਂ ਸਾਰੇ ਕਿਤਾਬਾਂ ਦੇ ਵਿੱਚ ਇਸ ਤਰ੍ਹਾਂ ਦਾ, ਪਰ ਜਿੰਨਾ ਤੁਹਾਡਾ ਬਿਲਕੁਲ ਉਹ ਵੱਖਰਾ ਹੈ, ਤੁਹਾਡਾ ਸਟਾਈਲ ਲਿਖਣ ਦਾ, ਤੁਹਾਡੀ ਮਤਲਬ ਮੈਂ ਤੁਹਾਡੀ ਕਿਤਾਬ ਨੂੰ ਇਸੇ ਦੇ ਆਧਾਰ 'ਤੇ ਵੱਖ ਕਰਦਾ ਹੁੰਦਾ ਕਿ ਇਹਦੇ ਵਿੱਚ ਮਤਲਬ ਤੇ ਇਹ ਕਿਸੇ ਚੀਜ਼ ਦੇ ਜਵਾਬ ਨਹੀਂ ਦਿੰਦੀ, ਇਹ ਸਵਾਲ ਕਰਦੀ ਹੈ। ਅਤੇ ਦੂਸਰੀ ਗੱਲ ਵੀ ਤੁਹਾਡਾ ਸਟਾਈਲ ਅਤੇ ਤੁਹਾਡੀ ਭਾਸ਼ਾ, ਅਤੇ ਤੁਹਾਨੂੰ ਭਾਸ਼ਾਵਾਂ ਸਿੱਖਣ ਦਾ ਮੈਨੂੰ ਜਿੰਨਾ ਪਤਾ ਵੀ ਤੁਹਾਨੂੰ ਬਹੁਤ ਸ਼ੌਂਕ ਹੈ ਨਾ। ਤੁਸੀਂ ਹੁਣ ਉਰਦੂ ਸਿੱਖ ਰਹੇ ਹੋ, ਤੁਸੀਂ ਫਿਰ ਪੰਜਾਬੀ ਸਿੱਖੀ ਪਹਿਲਾਂ ਕਿਸਾਨ ਅੰਦੋਲਨ ਦੇ ਦੌਰਾਨ, ਅਤੇ ਫਿਰ ਤੁਸੀਂ ਹਰਿਆਣਵੀ ਤਾਂ ਬੋਲਦੇ ਹੋ, ਤਾਂ ਤੁਸੀਂ ਮਤਲਬ ਹਿੰਦੀ 'ਚ ਲਿਖਦੇ ਹੋ। ਹਾਲਾਂਕਿ ਤੁਸੀਂ ਅੰਗਰੇਜ਼ੀ ਬਹੁਤ ਵਧੀਆ ਤੁਹਾਡੀ, ਹੈ ਨਾ। ਤੁਸੀਂ ਅੰਗਰੇਜ਼ੀ MA ਕੀਤੀ ਹੈ, ਫਿਰ ਲੰਡਨ ਰਹਿ ਰਹੇ ਹੋ, ਤੁਹਾਡੀ ਅੰਗਰੇਜ਼ੀ ਬਹੁਤ ਸ਼ਾਨਦਾਰ, ਪਰ ਤੁਸੀਂ ਹਿੰਦੀ ਨੂੰ ਚੁਣਿਆ। ਹਿੰਦੀ ਦੇ ਵਿੱਚ ਵੀ ਤੁਸੀਂ ਮਤਲਬ ਉਸ ਭਾਸ਼ਾ ਨੂੰ ਚੁਣਿਆ ਜਿਹੜੀ ਸਮਝ ਆਉਂਦੀ ਹੈ, ਜਿਹੜੀ ਅਸੀਂ ਬਹੁਤ ਬੋਲਦੇ ਹਾਂ। ਅਤੇ ਤੁਹਾਡਾ ਇਸ ਨੂੰ ਲੈ ਕੇ ਕੀ ਸਟੈਂਡ ਹੈ, ਮਤਲਬ ਭਾਸ਼ਾ ਨੂੰ ਲੈ ਕੇ ਤੁਸੀਂ ਇਸੇ ਨੂੰ ਹੀ ਕਿਉਂ ਚੁਣਿਆ? ਅੱਛਾ, ਇੱਕ ਤਾਂ ਇਹ ਚੋਇਸ ਦੋ ਚੀਜ਼ਾਂ ਨੇ। ਇੱਕ ਤਾਂ ਮੈਂ ਜਿਸ ਭਾਸ਼ਾ 'ਚ ਬਹੁਤ ਕੰਫਰਟੇਬਲ ਹਾਂ, ਮੈਂ ਕੋਈ ਰਾਈਟਰ ਨਹੀਂ ਹਾਂ, ਐਜ਼ ਐਨ ਠੀਕ ਹੈ ਮੈਂ 2 ਕਿਤਾਬਾਂ ਲਿਖਦੀਆਂ ਨੇ ਪ੍ਰੋਬਲੀ ਔਰ ਲਿਖ ਦਿਆਂਗੀ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਰਾਈਟਰ ਜਿਵੇਂ ਮਹਿਸੂਸ ਨਹੀਂ ਕਰਦੀ। ਮੈਂ ਬਹੁਤ ਹਿੰਦੀ ਤੇ ਸਪੈਸ਼ਲੀ ਪੜ੍ਹੀ ਨਹੀਂ ਹੈ ਮੈਂ, ਬਟ ਹਿੰਦੀ ਮੇਰੀ ਭਾਸ਼ਾ ਹੈ, ਹਿੰਦੀ ਅਤੇ ਹਰਿਆਣਵੀ ਮੇਰੀ ਮਦਰ ਟੰਗਸ ਨੇ। ਤੋ ਮੈਂ ਘਰੇ ਇਹ ਬੋਲ ਸੁਣ ਕੇ ਪਲੀ ਬੜੀ ਹਾਂ, ਅਤੇ ਮੈਂ ਬਹੁਤ ਕੰਫਰਟੇਬਲ ਹਾਂ ਉਹਦੇ ਅੰਦਰ। ਅਤੇ ਆਲਸੋ ਜਦ ਮੈਂ ਗੱਲ ਕਰਦੀ ਹਾਂ ਆਪਣੇ ਪਰਿਵਾਰ ਨਾਲ, ਜਦ ਮੈਂ ਆਪਣੀ ਬੂਆ ਨਾਲ ਗੱਲ ਕਰਦੀ ਹਾਂ, ਆਪਣੀ ਕਾਕੀ ਨਾਲ ਗੱਲ ਕਰਦੀ ਹਾਂ, ਆਪਣੀ ਭੈਣ ਨਾਲ ਗੱਲ ਕਰਦੀ ਹਾਂ, ਤਾਂ ਮੈਂ ਇਹੀ ਭਾਸ਼ਾ 'ਚ ਗੱਲ ਕਰਦੀ ਹਾਂ, ਮੈਂ ਇਹੀ ਭਾਸ਼ਾ 'ਚ ਲਿਖਦੀ ਹਾਂ। ਜਦ ਮੈਂ ਪੜ੍ਹ ਰਹੀ ਸੀ तो मैं कोई जब ट्रैवलॉग पढ़ती सी या मैं ब्लॉग दा टाइम सी उस टाइम मैं कोई ब्लॉग पढ़ती सी, मैनू हिंदी ट्रैवलिंग कुड़ियां दे ब्लॉग नहीं दिसे सी। तो मैनू एक हमेशा एक बड़ा गैप लगता सी कि जो कुड़ियां घूमदियां अंग्रेजी बोलने वाली कुड़ियां ने,
ਇਹ ਜੋ ਕੁੜੀਆਂ ਬਾਹਰ ਫਿਰਦੀਆਂ ਨੇ ਜਾਂ ਇਹ ਜੋ ਅਕੇਲੇ ਟਰੈਵਲ ਜੋ ਕਰ ਸਕਦੀ ਹੈ, ਉਹ ਅੰਗਰੇਜ਼ੀ ਤੁਹਾਨੂੰ ਬਹੁਤ ਮਿਲ ਜੂਗਾ। ਬਟ ਸਡਨਲੀ ਜਦ ਮੈਂ ਉਹਦੇ ਨਾਲ ਰਿਲੇਟ ਨਹੀਂ ਕਰ ਪਾਉਂਦੀ ਸੀ। ਤਾਂ ਮੈਨੂੰ ਇਹ ਸੀ ਕਿ ਜੇ ਮੈਨੂੰ ਕੁੜੀਆਂ ਪੜ੍ਹਨ, ਮੈਨੂੰ ਮੇਰੇ ਪਿੰਡ ਵਾਲੀ ਪੜ੍ਹਨ, ਉਹਨਾਂ ਨੂੰ ਲੱਗੇ ਇਹ ਤਾਂ ਸਾਡੇ ਵਰਗੀ ਭਾਸ਼ਾ ਹੈ, ਇਹਨੂੰ ਤਾਂ ਕੁਛ ਨਹੀਂ ਆਉਂਦਾ, ਬਹੁਤ ਜ਼ਿਆਦਾ ਲਿਟਰੇਰੀ ਜਾ। ਤਾਂ ਉਹ ਜਦ ਉਹਨੂੰ ਪੜ੍ਹਨ ਤਾਂ ਉਹਨਾਂ ਨੂੰ, ਹਾਲਾਂਕਿ ਮੈਨੂੰ ਆਉਂਦਾ ਵੀ ਨਹੀਂ, ਇਹ ਨਹੀਂ ਹੈ ਕਿ ਮੈਂ ਉਹਨੂੰ ਲਿਖਣਾ ਨਹੀਂ ਚਾਹੁੰਦੀ, ਮੈਨੂੰ ਬਹੁਤ ਲਿਟਰੇਰੀ ਆਉਂਦਾ ਵੀ ਨਹੀਂ। ਮੈਂ ਹਿੰਦੀ 12ਵੀਂ 'ਚ ਬੜੀ ਮੁਸ਼ਕਿਲਾਂ 'ਚ ਪੜ੍ਹੀ ਹੈ, ਅਤੇ ਮੈਂ ਕਦੇ ਸਕੂਲ ਨਹੀਂ ਗਈ, ਤਾਂ ਇਹ ਮੇਰੀ ਹਿੰਦੀ ਦੀ ਕੁਆਲੀਫਿਕੇਸ਼ਨ ਹੈ। ਤਾਂ ਮੈਨੂੰ ਬੋਲਣਾ ਆਉਂਦਾ, ਮੈਨੂੰ ਹਿੰਦੀ ਬੋਲਣੀ ਆਉਂਦੀ ਹੈ, ਮੈਨੂੰ ਹਰਿਆਣਵੀ ਬੋਲਣੀ ਆਉਂਦੀ ਹੈ, ਸਭ ਨੂੰ ਬੋਲਣਾ ਆਉਂਦਾ ਹੈ, ਸਾਰੇ ਆਈ ਥਿੰਕ ਬੋਲਦੇ ਨੇ ਘਰੇ, ਸਭ ਨੂੰ ਸੋਚਣਾ ਆਉਂਦਾ ਹੈ। ਅਤੇ ਮੈਨੂੰ ਬਹੁਤ ਸ਼ੁਰੂ 'ਚ ਲੱਗਿਆ ਸੀ ਕਿ ਕਿਤਾਬ ਤੋਂ ਬਹੁਤ ਅੱਡ ਤਰ੍ਹਾਂ ਦੇ ਲੋਕ ਲਿਖਦੇ ਹੋਣਗੇ, ਬਹੁਤ ਵੱਡੇ ਲੋਕ ਲਿਖਦੇ ਹੋਣਗੇ ਜਿਨ੍ਹਾਂ ਦੀ ਭਾਸ਼ਾ ਬਹੁਤ ਵਧੀਆ ਹੋਊਗੀ, ਜੋ ਸਵੇਰੇ ਬੈਠ ਕੇ ਟੇਬਲ ਦੇ ਮੂਹਰੇ ਐਵੇਂ ਲਿਖ ਕੇ ਬਹੁਤ ਸਾਰੇ ਪੇਜ ਸ਼ੀਟਸ ਭਰਦੇ ਹੋਣਗੇ। ਇਸ ਤਰ੍ਹਾਂ ਨਹੀਂ ਹੁੰਦੀ ਰਾਈਟਿੰਗ, ਮੇਰੇ ਤੋਂ ਤਾਂ ਨਹੀਂ ਹੁੰਦੀ। ਮੈਂ ਬਹੁਤ ਜ਼ਿਆਦਾ ਕਈ ਵਾਰੀ ਜਦ ਮੈਨੂੰ ਕੁਝ ਵੀ ਨਹੀਂ ਆ ਰਿਹਾ ਹੁੰਦਾ ਕਿ ਮੈਂ ਕਿਵੇਂ ਇਹਨੂੰ ਲਿਖਾਂ, ਇਸ ਕਹਾਣੀ ਨੂੰ ਮੈਂ ਕਿਵੇਂ ਲਿਖਾਂ, ਅਤੇ ਮੈਂ ਆਪਣੀ ਬੂਆ ਨੂੰ ਬਿਠਾ ਕੇ मैं ਉਹਨੂੰ कहती हूँ, मैं बुआ एक बात बताऊँ, मैं न्यू होया था, फिर मैं न्यू गई, फिर मैंने न्यू करा, फिर वो सच्ची है, फिर न्यू होया था, तो मैं उसको रिकॉर्ड कर लेती हूँ। ऐसे बहुत सारी कहानियाँ हैं जो मैंने इसमें रिकॉर्ड की है। मैंने कहा मैं बुआ बताऊँ, उड़े ने 2 छोरी मिली, मैं आपस में ब्याह करा रही थी, ये सच्ची है। तो तो वो मेरे तो पूछती हैं, फिर मैं उन्होंने सवाल, तो वो जो सवाल है ना वो बहुत बेसिक ने, और मैं क्या फिर ना बुआ मैं म्यूजियम गई, वो यूँ क्यों होया करे। तो फिर मेरे को एकदम से लगा कि म्यूजियम भी प्रॉब्ली जो पढ़ रहा होगा उसको ये भी नहीं पता होगा कि म्यूजियम क्या होता है। तो मुझे बहुत ब्रेक करना पड़ेगा। मेरा जो ऑडियंस है वो बहुत मेरी बुआ है, तो जो मेरे को वहाँ पहुँचना पड़ेगा। तो मेरे इस किताब में मैंने बहुत सारा मेरी बुआ को, मेरी बहन को, निशा को नरेट किया कि मैं तेने कहानी सुनाऊँ, और मैंने रिकॉर्ड करना शुरू कर दिया। मगर तू पूछ ले, तेने कुछ समझ में नहीं आया तो पूछ लेना मुझसे सवाल। देन शी आस्क मी एंड देन आई टेल हर, देन शी आस्क मी, और वही भाषा है। फिर मैं ਉਹਨੂੰ ट्रांसक्राइब कर लिया। तो बहुत सारा इस तरह में लिखा है। तो मैनू लगता है कि सब नू किताब लिखनी चाहिए। मतलब सब मेरे तो बहुत सारे लोग सवाल पूछते हैं कि मेरे को बहुत कुछ है कहने नू, मैनू यकीन नहीं कि किसी दे कोल नहीं होगा कुछ कहने नू। आई थिंक सब दे अंदर किताब होंदी है। तो आई थिंक बहुत सौखा है लिखना, बहुत ज़्यादा सौखा है। तुसी गल करन लग जाओ तो ਉਹਨੂੰ यूं उतार दो कागज़ ते। तुसी ये सोचने की लोड़ नहीं कि कोई की कहूगा, कोई उन्होंने किवें पढ़ूगा। जे तुसी अपना कलेजा काट के रख दोगे ना, तुसी अपने आप नू जो उधर रख दोगे तो सारे रिलेट करनगे। मैनू लगता है जब मैं तुसी कोई बहुत ऑनेस्ट चीज़ लिखते हो ना, उन्होंने सारे समझ जाते हैं, उन्होंने बिना भाषा के भी लोग समझ जाते हैं। पर तुसी कुछ बना के लिखते हो, कुछ सजान करके लिखते हो, लिखण के लिए लिखते हो, फिर वो नहीं समझ आता। बट आई थिंक एवरीवन शुड राइट, सब लोग लिखना चाहिए। ਹੁਣ ਅਸੀਂ ਦਰਸ਼ਕਾਂ ਵੱਲ ਆਵਾਂਗੇ। ਸਾਡੇ ਕੋਲ ਟਾਈਮ ਹੈ ਨੇ 15 ਤੋਂ 20 ਮਿੰਟ ਹੈਗੇ ਨੇ, ਤਾਂ ਜਿਨ੍ਹਾਂ ਸਾਥੀਆਂ ਦੇ ਸਵਾਲ ਨੇ ਤੇ ਪਲੀਜ਼ ਉਹ ਸਵਾਲ ਹੀ ਹੋਣ, ਕੋਈ ਜ਼ਿਆਦਾ ਲੰਮੀ ਚੌੜੀ ਭੂਮਿਕਾ ਨਾ ਹੋਵੇ ਤੇ ਕੋਈ ਜ਼ਿਆਦਾ ਲੰਮੀ ਚੌੜੀ ਗੱਲਬਾਤ ਨਾ ਹੋਵੇ, ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿਤਾਬ ਇਹਨਾਂ ਦੀ ਆਪਣੇ ਹੱਥ ਦੇ ਵਿੱਚ। ਅਨੂ ਮੈਮ, ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ। ਪਲੀਜ਼ ਸਵਾਲ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆ ਕੇ ਇੰਨੀ ਵਧੀਆ ਪੰਜਾਬੀ ਬੋਲਣ ਲਈ ਤੁਹਾਡਾ ਧੰਨਵਾਦ। ਤੇ ਤੁਹਾਡੀ ਕਿਤਾਬ ਪੜ੍ਹੀ ਸੀਗੀ, ਲਾਈਫ ਨੂੰ ਸੇਧ ਮਿਲੀ ਹੈ। ਅਸੀਂ ਵੀ ਵਿਸ਼ਵਾਸ ਕਰਦੇ ਹਾਂ ਵੀ ਟਰੈਵਲਿੰਗ ਇੱਕ ਰਿਲੀਜਨ ਹੈ। ਟਰੈਵਲਿੰਗ ਬਾਰੇ ਥੋੜ੍ਹਾ ਜਿਹਾ ਤੁਸੀਂ ਵੀ ਵਾਈ ਟਰੈਵਲਿੰਗ ਇਜ਼ ਮੈਡੀਟੇਸ਼ਨਲ, ਵਾਈ ਟਰੈਵਲਿੰਗ ਇਜ਼ ਰਿਲੀਜਨ, ਵਾਈ ਟਰੈਵਲਿੰਗ ਇਜ਼ यार रिलीजन तो मैं सारे खत्म करने फिरदी हाँ, तुसीं एक और बना दो। ट्रैवलिंग आई थिंक सब दा अपना अपना है, क्यों किहदे लई जरूरी है, जरूरी नहीं सब दे लई जरूरी होए। किसी नूं एक थां ते खड़ना भी पसंद हो सकता है, तो इट्स ओके। मैं बहुत सारे इस तरह के लोगों तो मिलिया जो नहीं ट्रैवल पसंद करते हैं, दैट्स आल्सो ओके। बट मेरे लिए पर्सनली ट्रैवलिंग बहुत ज़्यादा ज़रूरी है। मैनू पता नहीं क्यों जब मैं ट्रैवल मैनू एक थां ते रह के घुटन भी होने लग जाती है। कुछ बहुत समा जब मैं रह जाऊँ, जब मैनू बहुत ज़्यादा जान पहचान हो जाए तो मैनू वधिया नहीं लगता है ना। तो जब मैं ट्रैवल कर रही होंदी हाँ, ਇਹਦਾ एक्सप्लेनेशन नहीं है कि जब मैं रेगिस्तान च होंदी हाँ या मैं बिल्कुल ही इस तरह की लैंडस्केप्स होंदियां जो तुहानूं बहुत दूरों सनसैट दिखता है, कुछ घटदा है अंदरों, कुछ बहुत वधिया सोहना होंदा है, उन्होंने मैं शब्दां च नहीं कह सकती।
जब ਤੁਸੀਂ ਜੈਸਲਮੇਰ ਦੇ ਸੈਂਡ ਡਿਊਨਸ ਤੇ ਬੈਠ ਕੇ ਜਬ ਤੁਸੀਂ ਸਿਤਾਰੇ ਦੇਖਦੇ ਹੋ ਬਿਲਕੁਲ ਤੁਹਾਡੇ ਉੱਪਰ ਗੈਲੈਕਸੀਜ਼ ਹੁੰਦੀਆਂ ਨੇ ਤੁਹਾਨੂੰ ਨਹੀਂ ਪਤਾ ਤੁਹਾਡੇ ਅੰਦਰ ਕੀ ਘਟਦਾ ਹੈ ਬਟ ਉਹ ਕੁਝ ਬਹੁਤ ਖੂਬਸੂਰਤ ਹੈ ਜੋ ਬਹੁਤ ਐਡਿਕਟਿਵ ਹੈ ਤੇ ਮੈਨੂੰ ਇਸ ਤਰ੍ਹਾਂ ਦੀ ਟਰੈਵਲਿੰਗ ਬਹੁਤ ਪਸੰਦ ਹੈ ਮੈਨੂੰ ਖੁਦ ਨੂੰ ਜਾਣਨ ਲਈ ਵੀ ਮੈਨੂੰ ਟਰੈਵਲਿੰਗ ਲੱਗਦਾ ਹੈ ਜ਼ਰੂਰੀ ਹੈ ਮੈਨੂੰ ਕੋਈ ਜਾਣਦਾ ਨਹੀਂ ਮੈਂ ਇੱਕ ਭਾਸ਼ਾ ਨਹੀਂ ਜਾਣਦੀ ਜਿੱਧਰ ਮੈਂ ਟਰੈਵਲ ਕਰਦੀ ਹਾਂ ਮੈਂ ਫਰਾਂਸ ਬਹੁਤ ਜ਼ਿਆਦਾ ਰਹਿੰਦੀ ਹਾਂ ਜਿੱਧਰ ਮੈਨੂੰ ਨਾ ਫਰੈਂਚ ਆਉਂਦੀ ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਅਤੇ ਮੈਂ ਉਸ ਥਾਂ 'ਤੇ ਬਹੁਤ ਸਮਾਂ ਗੁਜ਼ਾਰਦੀ ਹਾਂ ਬਹੁਤ ਮਹੀਨੇ ਮੈਂ ਉੱਧਰ ਰਹਿੰਦੀ ਹਾਂ ਕਿਉਂਕਿ ਮੇਰੇ ਕੋਲ ਕੋਈ ਵੀ ਅਟੈਚਮੈਂਟ ਨਹੀਂ ਹੁੰਦੀ ਉੱਧਰ ਨਾ ਮੈਨੂੰ ਕੋਈ ਲੇਖਕ ਕਰਕੇ ਜਾਣਦਾ ਹੈ ਨਾ ਮੈਨੂੰ ਕੋਈ ਚੈਸ ਪਲੇਅਰ ਕਰਕੇ ਜਾਣਦਾ ਹੈ ਨਾ ਮੈਨੂੰ ਕੋਈ ਸੋਸ਼ਲ ਮੀਡੀਆ ਕਰਕੇ ਜਾਣਦਾ ਹੈ ਤਾਂ ਜੋ ਕਨੈਕਸ਼ਨ ਜੋ ਹੁੰਦੇ ਨੇ ਉਹ ਬਹੁਤ ਪਿਓਰ ਹੁੰਦੇ ਨੇ ਨਾ ਉਹ ਭਾਸ਼ਾ ਨਾ ਕੋਈ ਇੰਪ੍ਰੈਸ਼ਨ ਹੈ ਇੱਧਰ ਕਈ ਵਾਰ ਤੁਸੀਂ ਥੱਕ ਜਾਂਦੇ ਹੋ ਚਿਹਰੇ ਓੜਦੇ ਹੈ ਨਾ ਮੈਂ ਹੁਣ ਇਹ ਲੇਖਕ ਦਾ ਓੜਿਆ ਹੋਇਆ ਹੈ ਮੈਂ ਹੁਣ ਇਹ ਪਰਿਵਾਰ ਦਾ ਓੜਿਆ ਹੋਇਆ ਅਤੇ ਤੁਸੀਂ ਬਿਲਕੁਲ ਹੀ ਆਪਣਾ ਆਪ ਹੋ ਸਕਦੇ ਹੋ ਜਦ ਤੁਸੀਂ ਅਨਫੈਮੀਲੀਅਰ ਥਾਂ 'ਤੇ ਹੁੰਦੇ ਹੋ ਅਤੇ ਬਹੁਤ ਸਾਰੇ ਰੀਜ਼ਨਸ ਨੇ ਦੇ ਡਿਫਰੈਂਟ ਰੀਜ਼ਨਸ ਪਰ ਮੈਨੂੰ ਠੀਕ ਹੋਣ ਦੇ ਲਈ ਹੀਲ ਹੋਣ ਦੇ ਲਈ ਹੀਲ ਹਿੰਦੀ ਦਾ ਸ਼ਬਦ ਨਹੀਂ ਕੀ ਉਹਦੇ ਲਈ ਬਟ ਖੁਦ ਨੂੰ ਠੀਕ ਕਰਨ ਲਈ ਮੇਰੇ ਲਈ ਸਫ਼ਰ 'ਤੇ ਹੋਣਾ ਟਰੈਵਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਜਿਵੇਂ ਮੈਮ ਜੇ ਤੁਹਾਨੂੰ ਕੋਈ ਕੁਐਸਚਨ ਪੁੱਛਦਾ ਹੈ ਤਾਂ ਤੁਸੀਂ ਕਦੇ ਏਦਾਂ ਹੁੰਦਾ ਕਿ ਮੈਂ ਤਾਂ ਭੁੱਲ ਵੀ ਗਈ ਮੈਂ ਕੀ ਲਿਖਿਆ ਸੀ ਮੈਂ ਦੋਵੇਂ ਕਿਤਾਬਾਂ ਲਿਖੀਆਂ ਨੇ ਪ੍ਰੋਬਬਲੀ ਜ਼ਿਆਦਾ ਹੋ ਜਾਣਗੇ ਤਾਂ ਮੈਂ ਭੁੱਲ ਜਾਵਾਂਗੀ ਬਟ ਬਹੁਤ ਸਾਰੇ ਕੈਰੈਕਟਰਸ ਨੇ ਜਿਨ੍ਹਾਂ ਦੇ ਨਾਂ ਬਦਲ ਕੇ ਲਿਖੇ ਨੇ ਉਹ ਮੈਨੂੰ ਬਹੁਤ ਕਨਫਿਊਜ਼ਨ ਹੁੰਦਾ ਕਿਉਂਕਿ ਕਈ ਵਾਰੀ ਮੈਨੂੰ ਉਹ ਪੈਰਿਸ ਦੀ ਪਹਿਲੀ ਕਿਤਾਬ ਵਾਲੀ ਪੈਰਿਸ ਦੀ ਕੁੜੀ ਦਾ ਨਾਮ ਮੈਂ ਅੱਡ ਲਿਖਿਆ ਹੈ ਕਿਉਂਕਿ ਉਹਨੂੰ ਸ਼ੀ ਡਿਡਨਟ ਵਾਂਟ ਕਿ ਉਹਦਾ ਨਾਂ ਆਏ तो जब मैंने कोई बोलता मैं कि है कौन क्योंकि मैंने वो असली ना पता है तो बहुत सारे नाम ने जो मैं बदल के लिखे ने सेटिंग कई बारी बदलियां ने जो बहुत पर्सनल हो गया सी ते थोड़ा सेटिंग थोड़ा ताकि उन्होंने कोई सीधा कोई पढ़े तो ये ना पहचान पाए कि वो ने तो जब वो हो जाता है बाकी दो ही किताबां ने हुणे लिखियां ने तो मैंने याद रहता है पहली किताब में काफ़ी भुलन लगी हाँ तो आई एम ग्लैड पहली किताब बारे नहीं है हाँ वन मोर क्वेश्चन जैसे आपने बुक में जिक्र किया कैमरा वाली दुकान थी जिसमें मैम जैसे आप मिले उनसे बातें की उनको फिर आप छोड़ दिया कि वो अभी भी आपके साथ हैं टच में मतलब आप फिर से जाओगे तो उनसे मिलोगे या फिर टाटा बाय बाय नहीं एंटोनियो से मेरी अभी भी बात होती है और वो कई बार बुलाते रहते हैं कि आओ तुम इंटर्नशिप करो मेरे साथ बहुत ज़्यादातर लोगों से बात होती रहती है ईमेल्स पे हो जाती है रेगुलरली नहीं होती साल 6 महीने में हो जाती है बट थैंकफुली ये जितने भी लोग ने ये सच्चे रहे ने ना सच्चे दीज आर नॉट जस्ट स्टोरीज तो ये इन्हों दे सब दे नाल गल हुंदी है साल 6 महीने बाद तो जदों भी मैं उस देश हुंदी हाँ या वो किते इधर उधर हुंदे ने जिवें तिया इंडिया आके गई जो पादरी कुड़ी है वो इंडिया आके गई तो बहुत सारे लोग ने इन्हों दे नाल सब दे नाल गल वैसे ये बात नहीं है कि भाई वो सारी बातों में मान गए थे शुरू से ही बहुत सारी ऐसी जैसे अकेले घूमने वाली बात थी तो कई बारी मैंने उनको मतलब जाके बताया कि मैं वहाँ पे हूँ और ये मैं पहली किताब में भी बात करती हूँ बार बार एक मैं लिखती हूँ मैं हरियाणवी में इट टेक्स सम टाइम टू वार्म अप टू हरियाणवी तो मैं कई जगह मैंने लिख भी रखा है कि आज़ादी जो है ना इस तरह की जो फ्रीडम है वो लेन देन की चीज़ नहीं होती ना पूछण की होती है ना कि आपके तो उन्हें तो अलाउ कर दिया हमारे तो ना करते तो मैं तो वहाँ पे जाके मैंने तो बताया है कि मैं थोड़े पहुँच गई कर लो जो करना है तो बहुत सारे डिफरेंसेस होते हैं लड़ाइयाँ होती हैं बट मैं एक बात बताऊँ बहुत सुथरी बात बताऊँ मेरे पापा की जब मैं और मेरी बहन उससे लड़ते हैं ना जब पापा से लड़ते हैं दुखी होते हैं पापा रोने लग जाते हैं फिर कहेंगे मैंने सिखाया इनको लड़ना ये मेरे सामने जो बोल रही है ना मैं चाहता था सो वहाँ पे भी उनकी ईगो काफी सेटिस्फाई हो रही है कि मैंने सिखाया है तो हमारी बहुत डिसएग्रीमेंट्स होती हैं बहुत लड़ाइयाँ होती हैं बट खूबसूरती उनकी ये है कि वो उसमें भी अपनी उसको इज्जत को लेते कि हाँ छोरी होकर मेरे तक होकर बोलेगी है ना छोरी है बोलेगी इस करके उन्होंने हमें इस तरह से ट्रेन किया है तो वो डिफरेंसेस चलते रहते हैं बट हम अपना करते ही रहते हैं मतलब मनमानियाँ हेलो अनुराधा मैम पहली किताब ਤੁਹਾਡੀ आज़ादी मेरा ब्रांड आने तो बाद पॉपुलर होने तो बाद कुछ थॉट्स ਤੁਹਾਡੇ माइंड 'ਚ ਹੋਣਗੇ अगली किताब ਨੂੰ ਲੈ ਕੇ
ਤਾਂ ਉਸ ਦੇ ਬਾਰੇ ਵੈਸੇ ਤੁਸੀਂ ਲਿਖਿਆ ਵੀ ਹੈ ਸੈਕਿੰਡ ਬੁੱਕ ਦੇ ਵਿੱਚ, ਪਰ ਮੈਂ ਚਾਹਣਾ ਕਿ ਥੋੜਾ ਜਿਹਾ ਹੋਰ ਉਸ ਨੂੰ ਐਕਸਪਲੇਨ ਕਰਕੇ ਸਾਨੂੰ ਦੱਸਿਆ ਜਾਵੇ ਕਿ ਇਸ ਦੇ ਨਾਲੋਂ ਕਾਫੀ ਉਹ ਡਿਫਰੈਂਟ ਪੈਟਰਨ ਹੈ ਉਸ ਅਗਲੀ ਬੁੱਕ ਲਿਖਣ ਦਾ। ਤੇ ਹੁਣ ਕਿਉਂਕਿ ਅਗਲੀ ਬੁੱਕ ਵੀ ਆ ਚੁੱਕੀ ਹੈ ਤਾਂ ਹੁਣ ਥਾਟਸ ਵੀ ਨੇ, ਸਾਨੂੰ ਥੋੜਾ ਜਿਹਾ ਉਹਨਾਂ ਬਾਰੇ ਵੀ ਦੱਸੋ ਤੇ ਜੋ ਵੀ ਇਸ ਟਾਈਮ ਚੱਲ ਰਿਹਾ ਅਗਲੀ बुक में थोड़ा ਉਹਦੇ ਬਾਰੇ ਦੱਸੋ। थैंक यू। ओके, तो मेरी पहली किताब ऑफ कोर्स आई डोंट नो सेम कि में हो सकती है, मतलब बिकॉज ये सिर्फ शहर हमारे नहीं है ना, एंड आल्सो चाहे वो पैटर्न थोड़ा जिहा सेम है कि मैं होस्ट लभदी हाँ, फिर मैं उधर जानी हाँ, फिर मैं उन्होंने कोल रुकदी हाँ, बट इहदे अंदर बहुत कुछ और है ਤੇ ਉਹ ਦੁਬਾਰਾ ਤਾਂ ਨਹੀਂ ਬਣ ਸਕਦਾ। ਜੇ ਮੈਂ ਆਪਣੇ ਬਚਪਨ ਬਾਰੇ ਗੱਲ ਕਰਦੀ ਹਾਂ ਜਾਂ ਮੈਂ ਆਪਣੇ ਪਿੰਡ ਬਾਰੇ ਗੱਲ ਕਰਦੀ ਹਾਂ, ਹੁਣ ਮੈਂ ਬਾਰ-ਬਾਰ ਤਾਂ ਉਹੀ ਸੇਮ ਗੱਲ ਨਹੀਂ ਕਰ ਸਕਦੀ। ਤੇ ਆਲਸੋ ਮੈਂ ਕੋਈ ਰਾਈਟਰ बुक पब्लिशिंग बुक राइटिंग मशीन नहीं होना चाहती थी कि मैं हर साल 6 महीने बाद किताब लेके आ रही हूँ ना, वो मेरी जीविका है ना, मैं मेरा प्रोफेशन है ना वो लिखना, मैं घूमदी हाँ। तो मैनू मैं एक्चुअली कॉन्शियस थी कि मैं नहीं चाहती थी कि मैं उस तरह का कुछ लिखा, क्योंकि वो एक बार लिखा गया वो लिखा गया। तो मैनू बहुत स्ट्रगल सी कि मैं दूजी किताब फिर मैं की लिखा, क्योंकि मेरे को की है हूँ मैं उन्होंने लिखा कि मैं उन्होंने कमा। सो मैनू शॉर्ट स्टोरीज बहुत ज़्यादा शुरू तो ही पसंद है, मैनू जॉनर शॉर्ट स्टोरीज का बहुत पसंद है। मैनू लगता है कि तुसी जिवें मैं बहुत सारी लोक कथावां पढ़िया ने बचपन च, रूसी लोक कथाएं, जापनीज़ लोक कथाएं, उन्होंने मैनू बहुत ज़्यादा एक ग्लिम्स दी दूजे देशों दूजे लोगों की कल्चर च। यदि मैं जिक्र पहला भी कर चुकी हाँ, जब मैं रूसी लोक कथा पढ़िया सी कि उहदी वो दादी हलवा बना रही सी, एकदम तो मैनू लग्या कि रूस कितना नेड़े आ गया है ना, कि उन्होंने घरे भी दादी हुई है वो भी हलवा बनाउंदी है। तो सडनली आई फेल्ट एज ए चाइल्ड मैनू लग्या हाय दुनिया कितनी छोटी जी होगी। तो मैनू हमेशा तो सी कि मैं शॉर्ट स्टोरीज लिखा जिधर मैं बाहर के लोगों दे बारे लिख पावां, जिधर पढ़ पाए लोग कि लुथवेनिया दे कपल्स किवें रहिंदे ने, रूस दी कुड़ियां किवें रहिंदियां ने। ते आपां बहुत अड नहीं आ, ते ओनू बहुत दूर सीक्रेट ना रखा जाए सी। तो फिर मेरा ये सी कि मैं लिखना है शॉर्ट स्टोरीज दी फॉर्म च लिखना है, एंड नॉट ईजी, मतलब मैं बहुत मैनू लिखना बहुत आसानी नाल नहीं आता। मैं हुण पता नहीं मैं लिखना चाहनी आगे, बट मैं की फॉर्म होगा उहदा आई डोंट नो, मेरी उहदी कोई तैयारी नहीं है। इट जस्ट कम्स जो आंदा मैं वो लिख। हेलो मैम, मैं पहले आपको जानता नहीं था, मैंने आपको यहीं से जब आपकी बातें सुनी तो मुझे आपकी बातें अच्छी लगी। एक छोटा सा सवाल है कि आपकी जैसी बातें वो हमारा समाज उसको एक्सेप्ट नहीं करता। हमारा समाज, हमारी सभ्यता, जैसे हम कहते हैं हिंदुस्तानी सभ्यता, वो उसके अकॉर्डिंग नहीं है। तो आपने तो हिम्मत करके जैसे ये सब सोचा और लिखा और आप तो इससे लड़ गई, लेकिन समाज का हर एक व्यक्ति जो जिसके लिए माँ बाप भाई बहन और जो उसके रिश्ते हैं वो इम्पोर्टेंट होते हैं, तो वो उनको छोड़ नहीं सकता। तो मतलब कि आप कैसे आप किसी को एक मोटिवेट करेंगे कि वो आपकी सोच के मुताबिक चले, और कैसे आप ये उसको समझा पाएंगे कि जो आप सोच रहे हैं वो ठीक है? नहीं, मैं जो सोच रही हूँ बिल्कुल ठीक नहीं है ना, मैं किसी ने चाहनी कोई मेरे अकॉर्डिंग चले। ते समाज सभ्यता अपनी की है वो भी क्वेश्चनेबल है, किहड़ी सभ्यता जो हुण पिलाई जा रही है वो, या अपना इंडिया बहुत वड्डा है, बहुत वड्डा देश है, बहुत सभ्यतावां ने इहदे अंदर। ते सो इट्स वेरी कॉम्प्लैक्स। तो मैं बिल्कुल नहीं चाहनी कि मेरे अकॉर्डिंग कोई चले, या जो मैं कह रही हूँ ठीक है क्वेश्चन करो। हाँ, जो मैनू क्वेश्चन करे तो वो जो तुहानूं सिखाया जा रहा उन्होंने भी क्वेश्चन करो। तो मैं ये भी नहीं कह रही कि उन्होंने छड्डो, क्योंकि मैं अपने परिवार के बहुत ज़्यादा नेड़े हाँ, है ना, मैं किसी ने नहीं छड्डा होया। सो बट क्वेश्चन करो, किसी ने सिर्फ तुहानूं कुछ कह दिया गया तुसीं मन लिया, बिकॉज ये तो हुंदा ही है। आई थिंक क्वेश्चनिंग कम्स फर्स्ट, उसदे बाद रस्ते खुलते जाते हैं कि हर चीज़ ते सवाल करना आई थिंक इट्स ज़रूरी है। कि स्पैशली जो तुहानूं सिर्फ इस करके दस्सिया जा रहा है कि ये तो हुंदा ही है, ये तो होगा ही क्योंकि हुंदा ही आया है। आई थिंक दैट्स प्रीटी क्वेश्चनेबल। अनुराधा, परवीन शाकर का एक शेर है कि लड़कियों के दुख अजब होते हैं, सुख उससे अजीब, हंसती हैं और काजल भीगता है साथ साथ। ਤੁਸੀਂ ਕਿਉਂਕਿ ਯੂਰਪ ਦੀਆਂ ਕੁੜੀਆਂ ਨਾਲ ਵੀ ਵਿਚਰੇ ਹੋਏ ਹੋ,
ਮੈਂ ਜਾਣਨਾ ਚਾਹੁੰਦਾ ਕਿ ਅਸੀਂ ਏਸ਼ੀਅਨ ਕੁੜੀਆਂ ਦੇ ਦੁੱਖਾਂ ਨੂੰ ਤਾਂ ਜਾਣਦੇ ਹਾਂ, ਸਾਨੂੰ ਲੱਗਦਾ ਕਿ ਯੂਰਪ ਦੇ ਅੰਦਰ ਸ਼ਾਇਦ ਜੈਂਡਰ ਬਾਇਸ ਨੂੰ ਲੈ ਕੇ ਕੁੜੀਆਂ ਦੇ ਦੁੱਖ ਨਹੀਂ ਹੋਣਗੇ। ਉੱਥੇ ਕਿਸ ਤਰ੍ਹਾਂ ਦੇ ਦੁੱਖ ਨੇ ਕੁੜੀਆਂ ਦੇ ਜਿਨ੍ਹਾਂ ਨੂੰ ਤੁਸੀਂ ਮਿਲਦਿਆਂ ਹੋਇਆ ਦੇਖਦੇ ਹੋ? ਹਾਂਜੀ ਬਿਲਕੁਲ, ਇਹ ਨਹੀਂ ਹੈ ਕਿ ਜੈਂਡਰ ਬਾਇਸ ਉਧਰ ਨਹੀਂ ਹੈ, ਉਹਨਾਂ ਦੀ ਲੜਾਈ ਥੋੜੀ ਅੱਗੇ ਆ ਚੁੱਕੀ ਹੈ। ਮਤਲਬ ਇੱਕ ਵਿਕਟੋਰੀਅਨ ਟਾਈਮ 'ਚ ਉਹਨਾਂ ਦੀ ਲੜਾਈ ਵੀ ਪ੍ਰੋਪਰਟੀ ਰਾਈਟਸ ਨੂੰ ਲੈ ਕੇ, ਕੰਮ ਕਰਨ ਦੇ ਅਧਿਕਾਰਾਂ ਨੂੰ ਲੈ ਕੇ ਸੀ। ਹੁਣ ਇਕੁਅਲ ਪੇ ਦੀ ਉਹਨਾਂ ਦੀ ਲੜਾਈ ਹਾਲੇ ਚੱਲ ਰਹੀ ਹੈ। ਪਰ ਜੈਂਡਰ ਬਾਇਸਿਸ, ਜਿਵੇਂ ਮੈਂ ਸਕੂਲਾਂ 'ਚ ਪੜ੍ਹਾਉਂਦੀ ਹਾਂ, ਹੈ ਨਾ, ਮੈਂ ਲੰਡਨ ਸਕੂਲਾਂ 'ਚ ਪੜ੍ਹਾਉਂਦੀ ਹਾਂ, ਹੁਣ ਵੀ ਜੋ ਇੱਕ ਤਰ੍ਹਾਂ ਦਾ, ਜਿਵੇਂ ਮੈਂ ਚੈਸ ਸਿਖਾਉਂਦੀ ਹਾਂ ਅੱਡ ਸਕੂਲਾਂ 'ਚ ਲੰਡਨ 'ਚ, ਹੁਣ ਵੀ ਜੋ ਜ਼ਿਆਦਾਤਰ ਕਲਾਸ 'ਚ ਮੇਰੀ ਮੁੰਡੇ, ਹੁਣ ਵੀ ਇੱਕ ਕੁੜੀਆਂ ਦਾ ਇੱਕ ਸਿਕਿਉਰ, ਹੁਣ ਵੀ ਇੱਕ ਤਰ੍ਹਾਂ ਦੀ ਸਿਕਿਉਰਿਟੀ ਕੁੜੀਆਂ ਨੂੰ ਸ਼ੁਰੂ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਸਿਕਿਉਰ ਹੋ ਕੇ ਚਲੋ, ਬਿਕਾਜ਼ ਸਪੋਰਟਸ ਇਜ਼ ਨਾਟ ਸਿਕਿਉਰ। ਤਾਂ ਮੈਂ ਦੇਖਦੀ ਹਾਂ ਕਿ ਜ਼ਿਆਦਾਤਰ ਜੋ ਮੇਰੀ ਕਲਾਸ 'ਚ ਬੱਚੇ ਹੁੰਦੇ ਨੇ, ਮੈਜੋਰਿਟੀ ਆਰ ਬॉयਜ਼। तो probably still ਇਹ ਦਿਮਾਗ 'ਚ ਹੈ ਕਿ ਆਲਸੋ ਇਨਵੈਸਟਮੈਂਟ ਕੁੜੀਆਂ ਦੇ ਘੱਟ ਹੁੰਦੀ ਹੈ, ਕਿਉਂਕਿ ਚੈਸ ਕੋਚਿੰਗ ਮਹਿੰਗੀ ਹੈ ਜਾਂ ਕੋਈ ਵੀ ਸਪੋਰਟਸ ਦੀ ਕੋਚਿੰਗ, ਉਹ ਸਕੂਲ ਤੋਂ ਅੱਡ ਉਹਦੀ ਫੀਸ ਦੇਣੀ ਪੈਂਦੀ ਹੈ। ਸੋ ਆਈ ਫੀਲ ਸਟਿਲ ਦੇयर इज नॉट अ लॉट ऑफ इन्वेस्टमेंट। ਉਹਦਾ ਗੈਪ ਹੈਗੀ ਇੱਧਰ ਤੋਂ, ਉਹਨਾਂ ਦੀ ਲੜਾਈ ਥੋੜੀ ਅੱਗੇ ਚਲੀ ਗਈ ਹੈ, ਆਪਾਂ ਥੋੜੇ ਪਿੱਛੇ ਹਾਂ, ਆਪਾਂ ਉਹ ਲੜ ਰਹੇ ਹਾਂ ਜਿੱਧਰ ਉਹ 200 ਸਾਲ ਪਹਿਲਾਂ ਲੜ ਰਹੇ ਸੀ ਜਿਸ ਚੀਜ਼ ਲਈ, ਪਰ ਲੜਾਈ ਹੁਣ ਵੀ ਹੈ। ਨਮਸਤੇ ਮੈਮ ਮੇਰਾ ਸਵਾਲ ਇਹ ਹੈ, ਤੁਸੀਂ ਹੁਣੇ ਕਿਹਾ ਸੀ ਕਿ ਹਰ ਇੱਕ ਨੂੰ ਲਿਖਣਾ ਚਾਹੀਦਾ, ਮਤਲਬ ਆਪਦੀ ਫੀਲਿੰਗ ਨੂੰ ਐਕਸਪ੍ਰੈਸ ਕਰਨਾ ਚਾਹੀਦਾ, ਤਾਂ ਮਤਲਬ ਕਿ ਕਿੱਥੋਂ ਸਟਾਰਟ ਕਰਨਾ ਚਾਹੀਦਾ, ਜਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਕਿ ਮੈਂ ਇੱਥੋਂ ਸਟਾਰਟ ਕਰਾਂ, ਇਹਨੂੰ ਲਿਖਣਾ ਸ਼ੁਰੂ ਕਰਾਂ? ਜੇ ਮੰਨ ਕੇ ਚਲੋ ਮੈਂ ਲਿਖਣਾ ਸਟਾਰਟ ਕਰਨਾ ਜਾਂ ਮੈਂ ਕੁਝ ਬੁੱਕ ਲਿਖਣਾ ਚਾਹੁੰਦਾ, ਤਾਂ ਮੈਨੂੰ ਕਿੱਥੋਂ ਸਟਾਰਟ ਕਰਨਾ ਚਾਹੀਦਾ, ਕਿੱਥੋਂ ਪਤਾ ਲੱਗੂਗਾ? जब मैनू ऑफर मिला सी पहली किताब लिखण दा, ते मैनू नहीं पता सी मैं कितने शुरू करना है, तो मैं अपना प्रोसेस बता रही हूँ। मैं बहुत सारी ड्राफ्ट्स, शुरुआत दी इंट्रोडक्शन दे बहुत सारे ड्राफ्ट लिखे सी कि मैं इधर तो शुरू करा या की होगा। जब मैनू ऑफर मिला सी राजकमल तो कि तुसी किताब लिखो, उन्होंने भी नहीं पता सी कि ट्रैवल होगा, है ना, उन्होंने पता सी मैं ट्रैवल कर रही हाँ, तो मैं ब्लॉग्स लिखती हाँ, तो दे सेड व्हाई डोंट यू राइट अ बुक। तो मैनू नहीं पता सी की शेप लेगी, की होगा, बट मैं ਤੁਹਾਨੂੰ ਪ੍ਰੋਸੈਸ ਜੋ ਮੇਰਾ ਸੀ ਉਹ ਮੈਂ ਦੱਸਦੀ ਹਾਂ, ਜੋ ਮੈਨੂੰ ਮੇਰੀ ਰਾਈਟਰ ਦੋਸਤ ਨੇ ਦੱਸਿਆ ਸੀ ਕਿ ਤੁਸੀਂ ਪਹਿਲਾਂ ਗੱਲ ਕੀ ਕਰਨਾ ਚਾਹੁੰਦੇ ਹੋ, ਹੈ ਨਾ, ਕੀ ਗੱਲ ਹੈ, ਗੱਲ ਕੀ ਹੈ, ਤੇ ਉਹ ਕਹਿਣੀ ਜ਼ਰੂਰੀ ਕੀ, ਤੇ ਇਹ ਦਿਮਾਗ 'ਚ ਇਹ ਸੀ ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਤੇ ਮੈਂ ਕਿਉਂ ਕਹਿਣਾ ਚਾਹੁੰਦੀ ਹਾਂ, ਤੇ ਇਹਦਾ ਆਡੀਅנס ਕੌਣ ਹੋਊਗਾ, ਇਹਨੂੰ ਕੌਣ ਇੰਨਾ ਕੁਛ ਲਿਖਿਆ ਜਾ ਚੁੱਕਿਆ, ਇੰਨੀ ਸਾਰੀ ਕਿਤਾਬਾਂ ਨੇ, ਇੰਨਾ ਸਾਰਾ, ਤੁਹਾਨੂੰ ਕੋਈ ਕਿਉਂ ਪੜ੍ਹੂਗਾ। ਸੋ ਆਈ ਥਿੰਕ ਇਸ 'ਤੇ ਜੇ ਤੁਸੀਂ ਕਲੈਰਿਟੀ ਤੁਹਾਨੂੰ ਮਿਲ ਜਾਏ ਕਿ ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਕਿਉਂ ਲਿਖਣਾ ਚਾਹੁੰਦੇ ਹੋ, ਅਤੇ ਕਾਹਦੇ ਲਈ, ਕਿਸ ਦੇ ਲਈ, ਕੌਣ ਇਹਦਾ ਆਡੀਅנס ਹੈ, ਉਹਦੇ ਬਾਅਦ ਇੱਕ ਵਾਰੀ ਉਹ ਕਲੈਰਿਟੀ ਹੈ, ਦੈਨ ਜੋ ਟੈਕਨੀਕਲ ਜੋ ਉਹਦਾ ਪ੍ਰੋਸੈਸ ਹੈ, ਉਹ ਇੱਕ ਸਿਨੋਪਸਿਸ ਲਿਖਣਾ ਕਿ ਬਈ ਇਹ ਮੈਂ ਲਿਖਣਾ ਚਾਹੁੰਦਾ, ਅਤੇ ਉਹਨੂੰ ਰਫਲੀ ਡਿਵਾਈਡ ਕਰਨਾ ਚੈਪਟਰਸ, ਜਿਵੇਂ ਮੈਂ ਆਪਣੀ ਪਹਿਲੀ ਕਿਤਾਬ 'ਚ ਕੀਤਾ ਸੀ ਕਿ ਮੈਂ 10 ਚੈਪਟਰ ਇਸ ਤਰ੍ਹਾਂ, ਕਿਉਂਕਿ ਮੈਂ 10 ਦੇਸ਼ ਗਈ ਹਾਂ ਜਾਂ ਇਸ ਤਰ੍ਹਾਂ ਦੀ ਗੱਲਾਂ ਮੈਂ ਕਰਨੀ ਹੈ, ਅਤੇ ਹਰ ਚੈਪਟਰ 'ਚ ਮੈਂ ਇਹ ਕਹਿਣਾ ਚਾਹੁੰਦੀ ਹਾਂ, ਸਾਰੇ ਹੈ, ਫਿਰ ਉਹਦੇ ਅਰਾਊਂਡ ਤੁਸੀਂ ਬਿਲਡ ਕਰ ਦਿਓ, ਹੈ ਨਾ, ਕਿ ਇਹ ਸਾਰੇ ਮੈਂ ਇਹ ਗੱਲ ਕਹਿਣੀ ਹੈ, ਪਰ ਫਿਰ ਉਹਦੇ ਅਰਾਊਂਡ ਤੁਸੀਂ ਫਿਰ ਬਿਲਡ ਕਰਦੇ ਹੋ ਚੀਜ਼ ਨੂੰ, ਕਿ ਉਹ ਨਾ ਕਿਵੇਂ ਪਰੋਸੋਗੇ, ਕਿਵੇਂ, ਹੈ ਨਾ। ਸੋ ਦੈਟ ਵਾਜ਼ ਮਾਈ ਪ੍ਰੋਸੈਸ, ਬਟ ਅਗੇਨ ਮੈਂ ਕਹਾਂਗੀ ਕਿ ਸਭ ਦਾ ਪ੍ਰੋਸੈਸ ਅੱਡ ਹੁੰਦਾ ਹੈ। ਤੁਸੀਂ, ਤੁਹਾਡੇ ਕੁਝ ਗੱਲ ਹੈ, ਤੁਸੀਂ ਕਹਿ ਕੇ ਦੇਖੋ ਇੱਕ ਵਾਰੀ, ਕਿਸੇ ਨੂੰ, ਆਪਣੇ ਦੋਸਤ ਨੂੰ ਕਹਿ ਕੇ ਸੁਣਾਓ, ਕਿਸੇ ਨੂੰ ਸੁਣਾਓ ਜੇ ਉਹਨੂੰ ਲੱਗਦਾ ਕਿ ਹਾਂ ਇਹ ਦਿਸ ਇਜ਼ ਸਮਥਿੰਗ ਇੰਟਰਸਟਿੰਗ, ਫਿਰ ਉਹਨੂੰ ਅੱਗੇ ਲਿਖਣ ਦਾ ਉਹ ਤਾਂ ਐਂਡ ਜਾਂਦਾ। ਜੇ ਤੁਹਾਨੂੰ ਕਲੈਰਿਟੀ ਹੈ ਕਿ ਮੈਂ ਕਹਿਣਾ ਚਾਹੁੰਦਾ, ਕਿਉਂ ਕਹਿਣਾ ਚਾਹੁੰਦਾ, ਦੈਨ ਯੂ ਪੁੱਟ ਇਟ ਔਨ ਅ ਪੇਪਰ। ਮੈਮ ਜਿਵੇਂ ਇੱਕ ਵਰਡ ਹੈ ਇੱਜ਼ਤ, ਉਹ ਜਦੋਂ ਤਾਂ ਆਪਾਂ ਪਤਾ ਲੱਗਦਾ ਵੀ ਆਪਾਂ ਇਨਸਾਨ ਉਹ ਨਾਲ ਜੁੜ ਜਾਂਦਾ, ਤੇ ਜ਼ਿਆਦਾਤਰ ਕੁੜੀਆਂ ਨਾਲ ਹੈ, ਤਾਂ ਦੋਨੇ ਜੈਂਡਰ ਲਈ, ਪਰ ਕੁੜੀਆਂ ਨਾਲ ਜ਼ਿਆਦਾ ਜੁੜਦਾ। ਤੁਸੀਂ ਇਹਨੂੰ ਕਿਵੇਂ ਡਿਫਾਈਨ ਕਰੋਗੇ? ਇੱਕ ਦੂਜਾ ਵਰਡ ਹੈ ਮੈਮ ਸੋਹਣਾ ਹੋਣਾ, ਸੋਹਣਾ, ਹਾਂਜੀ, ਇਹਨਾਂ ਦੋਨਾਂ ਨੂੰ ਕਿਵੇਂ ਡਿਫਾਈਨ ਕਰੋਗੇ? ਬਹੁਤ ਸੋਹਣਾ ਕੁਐਸਚਨ, ਦੋਨੋਂ ਹੀ ਬਹੁਤ ਸੋਹਣੀ ਚੀਜ਼ਾਂ ਪੁੱਛੀਆਂ ਨੇ। ਇੱਜ਼ਤ ਤੇ ਇੱਜ਼ਤ ਨਾ ਕੀ ਦੱਸਿਆ ਨੇ ਆਪਣਾ ਕੀ ਨਾ, ਮੌਸਮ। ਇੱਜ਼ਤ ਵੀ ਸਿਰਫ ਇੱਜ਼ਤ ਉਹਦੀ ਬਾਡੀ ਨਾਲ ਅਟੈਚਡ ਹੈ, ਇਹਦੀ ਕੁੜੀ ਦੀ ਇੱਜ਼ਤ ਸਿਰਫ आई थिंक जॉब ही नहीं है कि हाय तू डॉक्टर बन गई, हाय तू कुछ और बनना सी। आई थिंक इट्स मोर अबाउट बॉडी, कि वी डोंट लाइक टू सी अ वुमन हैविंग बॉडीली प्लेजर। ਆਪਾਂ ਨੂੰ ਉਹਦੀ ਬੋਡੀ ਦੇ ਸੁੱਖ ਤੋਂ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਹੈ, ਤੇ ਉਹਦਾ nobody wants to see a woman
having pleasure या bodily happy तो ਉਹਦੇ ਨਾਲ ਉਹਦੀ attachment ਜੋ ਹੈ ਨਾ it's very crooked, it's very मतलब very weird कि क्यों दिक्कत है भाई ਨੂੰ ਜੇ ਭੈਣ ਖੁਸ਼ ਹੈ like if she is having her thing ਉਹ ਬਾਪ ਦਾ ਜਾਂ ਭਾਈ ਦਾ ਜਾਂ ਚਾਚੇ ਦਾ ਕਿਉਂ ਮਸਲਾ ਬਣ ਜਾਂਦਾ ਹੈ ਐਂਡ ਦੈਟਸ ਵਾਈ ਵੀ ਨੀਡ ਟੂ ਟਾਕ ਅਬਾਊਟ ਇਟ ਅ ਲੋਟ ਆਪਾਂ ਨੂੰ ਉਹਦੇ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਸਟੇਜਾਂ ਤੇ ਬਾਹਰ ਹਨੇਰੇ 'ਚ ਨਹੀਂ ਹੈ ਨਾ ਡਾਰਕ ਸਪੇਸਿਸ ਨੇ ਪਰ ਕਿਉਂ ਹੈ ਉਹ ਮੈਨੂੰ ਵੀ ਨਹੀਂ ਪਤਾ ਹੈ ਨਾ ਉਹਦੇ ਬਹੁਤ ਸਾਰੇ ਰੀਜ਼ਨਸ ਨੇ ਹੈ ਨਾ ਉਹਨੂੰ ਜੇ ਕਿਸੇ ਘਰ ਦੀ ਇੱਜ਼ਤ ਉਛਾਲਣੀ ਵੀ ਹੋਏ ਤਾਂ ਕੁੜੀ ਨੂੰ ਲੈ ਜਾਓ ਹੈ ਨਾ ਜੇ ਕੁਝ ਅਟੈਕ ਵੀ ਹੁੰਦਾ ਤਾਂ ਸਿੱਧਾ ਪਹਿਲਾਂ ਕੁੜੀਆਂ ਦੇ ਹੈ ਨਾ ਦੇਸ਼ ਦੀ ਇੱਜ਼ਤ ਵੀ ਕੁੜੀ ਘਰ ਦੀ ਇੱਜ਼ਤ ਵੀ ਕੁੜੀ ਸੋ ਪ੍ਰੋਬੇਬਲੀ ਆਈ ਡੋਨਟ ਨੋ ਮੌਸਮ ਕਿ ਇਹਦੀ ਸਟੱਡੀ ਕਿਉਂ ਇਹ ਬਟ ਮੈਂ ਕੀ ਕਰ ਸਕਦੀ ਹਾਂ ਕਿ ਇਹਦੇ ਬਾਰੇ ਗੱਲ ਕਰ ਸਕਦੀ ਹਾਂ ਆਊਟ ਇਨ ਦ ਓਪਨ ਕਿ ਤੁਹਾਨੂੰ ਕਿਉਂ ਪ੍ਰੋਬਲਮ ਹੈ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਉਸ 'ਤੇ ਲਿਖ ਪਾਵਾਂ ਜਿੰਨਾ ਜ਼ਿਆਦਾ ਤੇ ਆਪਾਂ ਗੱਲ ਕਰ ਪਾਈਏ ਆਪਣੇ ਭੈਣਾਂ ਤੋਂ ਭਾਈਆਂ ਤੋਂ ਬੇਟੀਆਂ ਤੋਂ ਤੇ ਆਈ ਥਿੰਕ ਗੱਲ ਕਰਨਾ ਜ਼ਰੂਰੀ ਹੈ ਤੇ ਸੋਨਾ ਇਜ਼ ਆਲਸੋ ਅ ਬਿਗ ਮੈਂ ਖਾਸ ਕਰ ਇਹ ਨਾਰਥ ਇੰਡੀਆ 'ਚ ਦੇਖਿਆ ਹਰਿਆਣੇ 'ਚ ਤੇ ਜਾਂ ਤਾਂ ਮਤਲਬ ਅਸੀਂ ਇਤਨੇ ਜ਼ਿਆਦਾ या तो सोने होने की कोशिश करते रहते हैं पूरी उम्र या उन्हें बचाने की कोशिश करते रहते हैं कि हाय मेरे कुछ होना चाहिए या तो मैं गोरी हो जाऊँ या मैं टैन किवें हटावां या मैं टैन ना हो जाऊँ सी देयर इज अ लॉट दैट गोज क्योंकि आपां एक खांचा है ਜਿਹਦੇ ਅੰਦਰ ਜਿਹੜਾ ਆਪਾਂ ਨੇ ਬਿਊਟੀ ਦਾ ਆਪਾਂ ਨੂੰ ਦੇ ਦਿਆ ਗਿਆ ਕਿ ਇਹ ਸੁੰਦਰ ਹੁੰਦਾ ਕਿਹਨੇ ਦੱਸਿਆ ਆਪਾਂ ਨੂੰ ਕਿ ਸੁੰਦਰ ਕੀ ਹੁੰਦਾ ਆਪਾਂ ਨੇ ਬਿਲਬੋਰਡਾਂ ਤੇ ਫਿਲਮਾਂ 'ਚ ਇਹ ਦੇਖ ਲਿਆ ਉਹ ਇੱਕੋ ਹੀ ਤਰ੍ਹਾਂ ਦੀ ਕੁੜੀਆਂ ਹੁੰਦੀਆਂ ਨੇ ਜਿੱਧਰ ਉਹ ਫਿੱਟ ਹੁੰਦੀਆਂ ਨੇ ਕਿ ਇਹ ਸੋਹਣਾ ਹੁੰਦਾ ਤੇ ਆਈ ਥਿੰਕ ਉਹ ਟੈਂਪਲੇਟ ਜੋ ਹੈ ਉਹ ਸੁੰਦਰਤਾ ਜੋ ਟੈਂਪਲੇਟ ਹੈ ਉਹਦੇ ਅੰਦਰ ਕੋਈ ਵੀ ਕੁੜੀ ਨਹੀਂ ਫਿੱਟ ਹੁੰਦੀ ਆਈ ਥਿੰਕ ਮੈਨੂੰ ਕੋਈ ਵੀ ਕੁੜੀ ਆਪਣੇ ਵੇਟ ਨੂੰ ਲੈ ਕੇ ਆਪਣੇ ਬਾਲਾਂ ਨੂੰ ਲੈ ਕੇ ਆਪਣੇ ਚਿਹਰੇ ਨੂੰ ਲੈ ਕੇ ਮੈਂ ਖੁਸ਼ ਨਹੀਂ ਦੇਖੀ ਸੁੰਦਰ ਤੋਂ ਸੁੰਦਰ ਕੁੜੀ ਉਹਦੇ ਨਾਲ ਕੁਝ ਮੇਰੇ ਨਾਲ ਕੁਝ ਘਾਟ ਹੈ ਜੋ ਸਾਰੀ ਕੁੜੀਆਂ ਮੈਨੂੰ ਇੰਨੀ ਸੋਹਣੀਆਂ ਲੱਗਦੀਆਂ ਨੇ ਨਹੀਂ ਦੀਦੀ ਇਹ ਨਹੀਂ ਇਹ ਕੁਝ ਹੈ ਮੇਰਾ ਰੰਗ ਜੇ ਥੋੜਾ ਜਿਹਾ ਹੁੰਦਾ ਜੇ ਮੇਰੇ ਵਾਲ ਥੋੜੇ ਜਿਸ ਤਰ੍ਹਾਂ ਦੇ ਹੁੰਦੇ ਸੀ ਆਈ ਥਿੰਕ ਇਹ ਬਹੁਤ ਵੱਡਾ ਬਿਊਟੀ ਦਾ ਮਾਰਕੀਟ ਹੈ ਜੋ ਤੁਹਾਨੂੰ ਵੇਚਣਾ ਚਾਹੁੰਦੇ ਨੇ ਚੀਜ਼ਾਂ ਕਿਉਂਕਿ ਤੁਸੀਂ ਉਧਰ ਫਿੱਟ ਹੋ ਜਾਓ ਤੇ ਕੋਈ ਵੀ ਫਿੱਟ ਨਹੀਂ ਹੁੰਦਾ ਸੋਹਣੀ ਤੋਂ ਸੋਹਣੀ ਕੁੜੀ ਨਹੀਂ ਉਹਦੇ ਅੰਦਰ ਫਿੱਟ ਆਈ ਥਿੰਕ ਇਹ ਮਾਰਕੀਟ ਹੁਣ ਮੁੰਡਿਆਂ ਦਾ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਇੱਕ ਤਰ੍ਹਾਂ ਦਾ ਤੁਹਾਨੂੰ ਮਾਰਕੀਟ ਦਾ ਉਹ ਪਰੋਸਿਆ ਜਾਂਦਾ ਹੈ ਕਿ ਇਹ ਸੁੰਦਰ ਹੁੰਦਾ ਹੈ ਤੇ ਇਹਦੇ ਅੰਦਰ ਤੁਸੀਂ ਫਿੱਟ ਨਹੀਂ ਹੁੰਦੇ ਤੇ ਨਾਟ ਓਨਲੀ ਬਿਊਟੀ ਆ ਫਿਰ ਇਹਦੇ ਅੰਦਰ ਤੁਸੀਂ ਸਾਰਾ ਫਿੱਟ ਕਰ ਲਓ ਵਧੀਆ ਮਾਂ ਕੀ ਹੁੰਦੀ ਹੈ ਵਧੀਆ ਬਾਪ ਕੀ ਹੁੰਦਾ ਹੈ ਉਹਦੇ ਸਭ ਦੇ ਖਾਂਚੇ ਬਣਾਏ ਹੋਏ ਨੇ ਵਧੀਆ ਭਾਈ ਕਿਸ ਤਰ੍ਹਾਂ ਦਾ ਹੁੰਦਾ ਹੈ ਵਧੀਆ ਬੀਵੀ ਕਿਸ ਤਰ੍ਹਾਂ ਦੀ ਹੁੰਦੀ ਹੈ ਉਹ ਸਭ ਖਾਂਚਾਂ 'ਚ ਅਸੀਂ ਫਿੱਟ ਕਰਦੇ ਹਾਂ ਬਿਊਟੀ ਵੀ ਉਹਦਾ ਇੱਕ ਹਿੱਸਾ ਹੈ ਕਿ ਐਂਡ ਨੋਬਡੀ ਫਿਟਸ ਇਨ ਦੇਅਰ I don't know what to do about it. I never felt कि मैं हमेशा ऐसा वजन घटिया ਹੁੰਦਾ ਹੈ ਜਾਂ ਵਧਿਆ ਹੁੰਦਾ ਹੈ ਜਾਂ ਕੁਝ ਪ੍ਰੋਬਲਮ ਹੁੰਦੀ ਹੈ ਜਾਂ ਹੁਣ ਵਾਲ ਝੜ ਰਹੇ ਨੇ ਜਾਂ ਹੁਣ ਵਾਲ ਕੁਝ ਨਾ ਕੁਝ ਹਮੇਸ਼ਾ we are thinking about ਕਿ ਕੁਝ ਨਾ ਕੁਝ ਹੈ ਤੇ ਇਹ ਮੈਨੂੰ ਇਹ ਇੱਧਰ ਜ਼ਿਆਦਾ ਲੱਗਿਆ ਜਦ ਮੈਂ ਗੁਜਰਾਤ ਜਾ ਕੇ ਕੰਮ ਕੀਤਾ ਮੈਂ ਮਹਾਰਾਸ਼ਟਰ ਜਾ ਕੇ ਕੰਮ ਕੀਤਾ ਇਟਸ ਸੋ ਲਿਬਰੇਟਿੰਗ ਕਿ ਤੁਸੀਂ ਜਿਸ ਤਰ੍ਹਾਂ ਦੇ ਹੋ ਤੁਸੀਂ ਉਸ ਤਰ੍ਹਾਂ ਦੇ ਰਹਿ ਸਕਦੇ ਹੋ ਬਾਕੀ ਸਾਡੇ ਪਿੰਡਾਂ 'ਚ ਤਾਂ ਇੰਨਾ ਜ਼ਿਆਦਾ ਹੈ ਮੈਂ ਪਰਸੋਂ ਦਾ ਇੱਕ ਕਿੱਸਾ ਦੱਸਾਂਗੀ ਕੰਨੂ ਨਾਲ ਮੈਂ ਬੈਠੀ ਸੀ ਮੈਂ ਕੰਨੂ ਦੀ ਨਾ ਬਹੁਤ ਜੁੜੀਆਂ ਹੋਈਆਂ ਨੇ ਹੈ ਨਾ ਇਹ ਸਹੇਲੀਆਂ ਜੁੜੀਆਂ ਹੋਈਆਂ ਨੇ ਕਹਿੰਦੀ ਉਹ ਸਾਡੇ ਹਰਿਆਣੇ 'ਚ ਐਵੇਂ ਆਟਾ ਚੂਨ ਰਗੜਦੇ ਨੇ ਤਾਂ ਕਿ ਉਹ ਵਾਲ ਨਾ ਹੋਣ ਕੁੜੀਆਂ ਦੇ ਨਾ ਤੇ ਉਹ ਕਹਿੰਦੀ ਉਹ ਇੱਧਰ ਨਹੀਂ ਹੋਇਆ ਸ਼ਾਇਦ ਤੇ ਉਹ 11 ਸਾਲ ਦੀ ਉਹ ਕੌਨਸ਼ੀਅਸ ਹੈ ਕਿ ਉਹਦੀ ਬਾਹਾਂ ਜੁੜੀਆਂ ਹੋਈਆਂ ਨੇ ਤੇ ਉਹ ਸੋਹਣੀ ਨਹੀਂ ਹੈ ਤੇ ਮੈਂ ਉਹਨੂੰ ਫਰੀਦਾ ਕਾਲੋ ਦੀ ਫੋਟੋ ਦਿਖਾਈ ਮੈਂ ਕਹਿੰਦੀ ਕਿੰਨੀ ਸੋਹਣੀ ਇਹ ਇੰਨੀ ਵੱਡੀ ਆਰਟਿਸਟ ਸੀ ਇਹ ਦੇਖ ਇਹਦੀ ਬਾਹਾਂ ਜੁੜੀਆਂ ਹੋਈਆਂ ਨੇ ਇਹਦੀ ਸਹੇਲੀਆਂ ਜੁੜੀਆਂ ਹੋਈਆਂ ਨੇ ਤੇ ਮੈਂ ਨਹੀਂ ਡਰ ਗਈ ਕਿ ਉਹ 11 ਸਾਲ ਦੀ ਉਹਨੂੰ ਹੁਣ ਪਤਾ ਲੱਗਿਆ ਕਿ ਉਹ ਸੋਹਣੀ ਹੈ ਨਾ ਤੇ ਇਹ ਆਈ ਥਿੰਕ ਮਾਰਕੀਟ ਨੂੰ ਸਰਵ ਕਰ ਰਿਹਾ ਹੈ ਨਾ ਇਹ ਬਾਜ਼ਾਰ ਹੈ ਬਹੁਤ ਵੱਡਾ ਜਿੱਧਰ ਆਪਾਂ ਜੋ आई थिंक multi-billion dollars ਦਾ ਇਹ ਬਾਜ਼ਾਰ ਹੈ ਜਿੱਧਰ ਆਪਾਂ ਨੂੰ ਪ੍ਰੋਡਕਟ ਦਿਏ ਜਾਂਦੇ ਨੇ ਆਪਾਂ ਪਰ ਮੈਂ ਕਹਿ ਰਹੀ ਹਾਂ ਬਟ ਮੈਂ ਉਧਰ ਹਾਂ ਨਹੀਂ ਹੈ ਸੋ ਸਮਟਾਈਮਸ ਸੋ ਮੈਨੀ ਟਾਈਮਸ ਆਈ ਫੀਲ ਕਿ ਹਾਂ ਮੈਨੂੰ ਇਸ ਚੀਜ਼ ਦੀ ਲੋੜ ਹੈ ਹਾਂ ਹੁਣ ਮੈਂ ਇਹ ਘਾਟ ਹੈ ਇਹ ਦੋਨੋਂ ਮੇਰੇ ਵੀ ਸਵਾਲ ਨੇ ਜੋ ਤੇਰੇ ਸਵਾਲ ਨੇ ਮੇਰੇ ਸਵਾਲ ਜਵਾਬ ਨਹੀਂ ਨੇ ਮੈਮ ਤੁਹਾਡੇ ਅੰਦਰ ਕੀ ਚੀਜ਼ ਹੈ ਜਿਹੜਾ ਤੁਸੀਂ ਕਹਿ ਰਹੇ ਵੀ ਆ ਮੇਰੇ ਅੰਦਰ ਸੋਹਣਾ ਨਹੀਂ ਹਾਂ ਮੇਰੇ ਅੰਦਰ ਸੋਹਣਾ ਨਹੀਂ ਹੈ ਮਤਲਬ ਕਿਸ ਚੀਜ਼ ਨੂੰ ਕਹੋਗੇ एवरीथिंग इज इन मैं बचपन तो ये दस्या गया ਉਹ ਪਤਾ ਉਹਦੀ ਨੌਕ ਕਿੰਨੀ ਪੈਣੀ ਹੈ ਉਹਦੀ ਅੱਖਾਂ ਪਤਾ ਕਿੰਨੀ ਮੋਟੀਆਂ ਨੇ ਆਪਣਾ ਇਹ
ਇਹ ਆਪਾਂ ਨੂੰ ਦੱਸ ਦਿਆ ਗਿਆ ਕਿ ਇਹ ਸੋਹਣਾ ਹੁੰਦਾ ਹੈ। ਫਿਰ ਜੇ ਤੁਹਾਡੀ ਨਾਕ ਉਹ ਜੇ ਪਿੰਡੀ ਨਹੀਂ ਕੱਟ ਸਕਦੀ ਤੁਹਾਡੀ ਨਾਕ, ਤਾਂ ਫਿਰ ਤੁਸੀਂ ਸੋਹਣੇ ਨਹੀਂ ਹੋ। ਉਹ ਤੁਸੀਂ ਤੇ ਤੁਹਾਡੀ ਇੱਕ ਸਾਈਜ਼ ਦੀ ਅੱਖਾਂ, ਤਾਂ ਇਹਦੇ ਅੰਦਰ ਕੋਈ ਵੀ ਨਹੀਂ ਫਿੱਟ ਹੁੰਦਾ। ਸੋ ਆਈ ਫੀਲ ਬਹੁਤ ਸਾਰੀ ਹੁਣ ਬਹੁਤ ਟਾਈਮ ਬਾਅਦ ਹੁਣ ਸ਼ਾਇਦ ਮੈਂ ਥੋੜੀ ਜਿਹੀ ਰਿਲੈਕਸਡ ਹਾਂ ਆਪਣੇ ਆਪ ਨੂੰ ਲੈ ਕੇ, ਨਹੀਂ ਤਾਂ ਬਹੁਤ ਸਾਰਾ ਸਮਾਂ ਹੀ ਵਧੀਆ ਸੁੰਦਰ ਸੋਹਣਾ ਬਣਨ ਨੂੰ, ਕਿਵੇਂ ਬਣੀਏ, ਕਿਵੇਂ ਕੀ ਕਰੀਏ, ਕਿਵੇਂ ਦਿਖੀਏ, ਬਹੁਤ ਸਾਰਾ ਟਾਈਮ ਉਹਦੇ ਅੰਦਰ, ਬਹੁਤ ਸਾਰਾ ਤੁਸੀਂ ਆਪਣੇ ਆਪ ਨੂੰ ਉਹਦੇ ਅੰਦਰ ਲਾ ਦਿੰਦੇ ਹੋ। ਆਈ ਥਿੰਕ ਨਾਓ ਆਈ ਐਮ ਅ ਬਿਟ ਮੋਰ ਰਿਲੈਕਸ। ਠੀਕ ਹੈ, ਐਕਸੈਪਟੈਂਸ ਆਈ ਹੈ। ਆਈ ਥਿੰਕ ਉਹ ਵੀ ਉਹਦਾ ਅੱਜ ਦਾ ਪਹਿਲਾ ਸਵਾਲ ਦਾ ਜਵਾਬ ਹੈ ਕਿ ਉਧਰ ਹੁਣ ਇੱਧਰ ਤੋਂ ਪਹੁੰਚ ਗਿਆ ਕਿ ਮੈਨੂੰ ਠੀਕ ਲੱਗਾ। एकदम नहीं अचीव किया बट थोड़ा ठीक